ਦੇਖੋ ਜੀ, ਗੱਲ ਇਹ ਆ ਕਿ ਵੀ ਪੰਜਾਬ ਦੇ ਵਿੱਚ ਰੋਜ਼ ਹੀ ਕੁਛ ਨਾ ਕੁਛ ਨਵਾਂ ਵਾਪਰਦਾ ਅਤੇ ਹੁਣ ਵੀ ਸੌਹਾਂ ਖਵਾਉਣ ਤੱਕ ਕੰਮ ਆ ਗਿਆ। ਇੱਕ ਦੂਸਰੇ ਨੂੰ ਡਰਾਉਣ ਦਾ ਕੰਮ ਤਾਂ ਪਹਿਲਾਂ ਹੀ ਚੱਲਦਾ ਪਿਆ ਸੀ ਅਤੇ ਉਹਦੇ ਵਿੱਚ ਬੱਸਾਂ ਚਲਾਉਣ ਤੋਂ ਲੈ ਕੇ ਅਤੇ ਨਵੀਆਂ ਨੀਤੀਆਂ ਘੜਨ ਘੜਾਉਣ ਤੱਕ ਕੰਮ ਚੱਲ ਪਿਆ। ਅਤੇ ਨਾਲ ਦੀ ਨਾਲ ਹੀ ਇਹ ਹੈ ਕਿ ਵੀ ਇੱਕ ਦੂਸਰੇ ਨੂੰ ਚੈਲੰਜ ਵੀ ਦਿੱਤਾ ਜਾ ਰਿਹਾ। ਕੋਈ ਮੁੱਛ ਕੁੱਡੀ ਕਰਕੇ ਦੇਈ ਜਾਂਦਾ ਅਤੇ ਕੋਈ ਕਹਿੰਦਾ ਵੀ ਕੋਈ ਗੱਲ ਨਹੀਂ, ਤੈਨੂੰ ਦੇਖ ਲਵਾਂਗੇ। ਇਹ ਸਾਰਾ ਕੁਛ ਪੰਜਾਬ 'ਚ ਵਾਪਰ ਰਿਹਾ, ਆਉਣ ਵਾਲੇ ਦਿਨਾਂ 'ਚ ਹੋਰ ਵਾਪਰੂਗਾ। ਉਹ ਗੱਲਾਂ ਬਾਤਾਂ ਦੇ ਨਾਲ ਨਾਲ ਅੱਜ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ। ਪ੍ਰੋਗਰਾਮ ਪ੍ਰਾਈਮ ਫੋਕਸ ਦੇਖ ਰਹੇ ਹੋ ਤੁਸੀਂ, ਪ੍ਰਾਈਮ ਵਿਸ਼ਾ TV 'ਤੇ। ਮੈਂ ਗੁਰਪ੍ਰੀਤ ਸੰਧਾਵਾਲੀਆ ਅਤੇ ਨਾਲ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ, ਬਹੁਤ ਮਿਹਰਬਾਨੀ ਸੰਧਾਲੀਆ ਸਾਹਿਬ। ਸੁਣਾਓ। ਮੈਂ ਸੁਣਾਉਣ ਤੋਂ ਪਹਿਲਾਂ ਮੈਂ ਕਿਹਾ ਇਹ ਤੋਂ ਪਹਿਲਾਂ ਤੁਸੀਂ ਪੁੱਛੋ। ਅੱਛਾ, ਪਹਿਲਾਂ ਹੀ ਦੱਸ ਦੇਣਾ। ਅੱਜ ਵਧੀਆ, ਜਦ ਪਤਾ ਹੀ ਆ ਕਿ ਰਾਸ਼ਨ ਕਾਰਡ ਰੱਖਿਆ ਤਾਂ ਖੰਡ ਹੀ ਮਿਲਣੀ। ਹਾਂ, ਨਹੀਂ ਅੱਜ ਕੱਲ੍ਹ ਰਾਸ਼ਨ ਕਾਰਡ 'ਤੇ ਕਈ ਕੁਛ ਆਂਦੇ ਮਿਲਦਾ। ਆਉਣ ਵਾਲੇ ਦਿਨਾਂ 'ਚ ਕੀ ਪਤਾ, ਕਿਸੇ ਨੇ ਮੈਨੀਫੈਸਟੋ 'ਚ ਇਹ ਨਹੀਂ ਆਖਣਾ, ਜੇ ਉਹ ਕੱਲ੍ਹ ਅਸਾਮ ਵਾਲੇ ਦੀ ਗੱਲ ਕਰਦੇ ਹਾਂ ਆਪਾਂ, ਆਂਧਰਾ ਪ੍ਰਦੇਸ਼ ਵਾਲਾ ਕਹਿੰਦਾ 75 ਦੀ ਬੋਤਲ ਦਿਆਂਗੇ। ਕੀ ਪਤਾ ਕੱਲ੍ਹ ਨੂੰ ਰਾਸ਼ਨ ਕਾਰਡ 'ਤੇ ਅਗਲੇ ਲਿਖ ਦੇਣ ਵੀ ਜੇ 5 ਜੀ ਨੇ ਫਿਰ ਇੱਕ ਬਣ ਜਾਣੀ ਹੈ ਤੁਹਾਡੀ 5 ਕਿਲੋ ਖੰਡ ਨਾਲ ਉਹ ਸ਼ੀਸ਼ੀ ਲੈ ਜਾਣਾ। ਤੁਸੀਂ ਗੱਲ ਕਰਦੇ ਸੀ ਨਾ ਸੰਧਾਲੀਆ ਸਾਹਿਬ ਕਿ ਕੋਈ ਬੱਸਾਂ ਚਲਾਈ ਜਾਂਦਾ, ਕੋਈ ਕੁਛ। ਮੈਨੂੰ ਪਤਾ ਕਿ ਤੁਸੀਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਗੱਲ ਕੀਤੀ ਹੈ। ਨਹੀਂ, ਇਹ ਮੈਂ ਤਾਂ ਕੀਤੀ, ਮੈਂ ਨਾਂ ਨਹੀਂ ਲੈ ਕੇ। ਉਹਨਾਂ ਨੂੰ ਪਤਾ ਹੀ। ਅੱਛਾ, ਦੇਖੋ ਚੰਨੀ ਸਾਹਿਬ ਸਤਿਕਾਰਯੋਗ ਨੇ, ਉਹ ਬੱਸ ਚਲਾ ਰਹੇ ਨੇ। ਕੇਜਰੀਵਾਲ ਸਾਹਿਬ ਦਿੱਲੀ ਚਲਾ ਰਹੇ ਨੇ। ਸੁਖਬੀਰ ਸਿੰਘ ਬਾਦਲ ਸਾਹਿਬ ਪਾਰਟੀ ਚਲਾ ਰਹੇ ਨੇ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਭਾਈ ਠੀਕ ਹੈ, ਤੁਸੀਂ ਪਾਰਟੀ ਚੰਗੀ ਚਲਾਉਂਦੇ ਹੋ, ਤੁਸੀਂ ਬੱਸ ਚੰਗੀ ਚਲਾਉਂਦੇ ਹੋ, ਤੁਸੀਂ ਦਿੱਲੀ ਚੰਗੀ ਚਲਾਉਂਦੇ ਹੋ, ਪਰ ਰੌਲਾ ਤਾਂ ਪੰਜਾਬ ਦਾ ਵੀ ਉਹਨੂੰ ਕਿੱਦਾਂ ਚਲਾਉਣਾ ਹੀ। ਉਹਦੇ ਬਾਬਤ ਕੋਈ ਨਹੀਂ ਬੋਲਦਾ, ਕਿਉਂਕਿ ਉਹਦਾ ਤੇਲ ਪਾਣੀ ਦੇ ਰੂਪ ਦੇ ਵਿੱਚ ਮੁੱਕਣ ਵਾਲਾ ਹੀ। ਉਹਦੇ ਉੱਤੇ ਇੰਨਾ ਕੁ ਉਹਦੀ ਛੱਤ ਜੰਗਾਲੀ ਗਈ ਹੈ ਕਰਜ਼ੇ ਦੇ ਕਰਕੇ ਕਿ ਉਹਦੇ ਵਿੱਚ ਮੋਰੀਆਂ ਹੋਣ ਵਾਲੀਆਂ। ਉਹਦੇ ਵਿੱਚ ਜਿੰਨੇ ਵੀ ਬੰਦੇ ਬੈਠੇ ਨੇ ਉਹਨਾਂ ਦੇ ਵਿੱਚੋਂ ਕਿਸੇ ਨੂੰ ਕੈਂਸਰ ਹੈ, ਕੋਈ ਮਾੜਾ ਮੋਟਾ ਨਸ਼ੇ ਪੱਤੇ ਵਾਲਾ ਹੈ, ਕੋਈ ਬੇਰੁਜ਼ਗਾਰ ਹੈ। ਉਹਨਾਂ ਸਾਰਿਆਂ ਦਾ ਇਲਾਜ ਕਿੱਥੋਂ ਕਰਨਾ, ਜੜੀ ਬੂਟੀ ਦਵਾ ਦਾਰੂ ਕਿੱਥੋਂ ਲਿਆਉਣਾ ਹੈ, ਉਹਦੇ ਬਾਬਤ ਸੋਚ ਵਿਚਾਰ ਕੋਈ ਨਹੀਂ। ਬੱਸ ਛੱਡ ਕੇ ਚੰਨੀ ਸਾਹਿਬ ਟਰੈਕਟਰ ਟਰਾਲਾ ਜਹਾਜ਼ ਚਲਾ ਲੈਣ। ਸੁਖਬੀਰ ਸਿੰਘ ਬਾਦਲ ਸਾਹਿਬ ਖੇਤਰੀ ਪਾਰਟੀ ਛੱਡ ਕੇ ਰਾਸ਼ਟਰੀ ਪਾਰਟੀ ਚਲਾ ਲੈਣ। ਕੇਜਰੀਵਾਲ ਸਾਹਿਬ ਦਿੱਲੀ ਛੱਡ ਕੇ ਨਾਲ ਹਰਿਆਣਾ ਵੀ ਚਲਾ ਲੈਣ। ਸਾਨੂੰ ਭਾ ਨਹੀਂ, ਜਿੰਨੀ ਦੇਰ ਉਹ ਸਾਨੂੰ ਇਹ ਨਹੀਂ ਦੱਸਦੇ ਕਿ ਪੰਜਾਬ ਰੂਪੀ ਬੱਸ ਜਿਹੜੀ ਹੈ ਉਹਦਾ ਗੇਅਰ ਆਇਲ ਕਦੋਂ ਬਦਲਣਾ, ਉਹਦੇ ਬ੍ਰੇਕਾਂ ਦੇ ਲੈਦਰ ਕਦੋਂ ਬਦਲ ਹੋਣੇ ਆ, ਉਹਦੇ ਅੱਗੇ ਪਿੱਛੇ ਰੰਗ ਕਰਕੇ ਉਹਨੂੰ ਸਹੀ ਤਰੀਕੇ ਬਣਾਉਣਾ ਕਿੱਦਾਂ, ਜੇ ਉਹ ਦੱਸ ਦੇਣਗੇ ਤਾਂ ਬੱਲੇ ਬੱਲੇ ਆ। ਨਹੀਂ ਤਾਂ ਸਾਨੂੰ ਗੁਆਂਢੀਆਂ ਦੇ ਘਰੇ ਵੱਜਦੇ ਢੋਲ ਦਾ ਭਾਅ ਕੋਈ ਨਹੀਂ। ਮੁਸ਼ਕਿਲ ਪਤਾ ਕੀ ਹੈ ਬਾਠ ਸਾਹਿਬ, ਜਿਹੜੀ ਬੱਸ ਹੁੰਦੀ ਹੈ ਨਾ, ਜਿਹੜੀ ਮਤਲਬ ਡਰਾਈਵਰ ਚੇਂਜ ਹੁੰਦਾ ਜਿਹਦਾ, ਪੰਜਾਬ ਦਾ ਹਾਲ ਉਹ ਹੋਇਆ ਪਿਆ। ਹੁਣ ਤੁਸੀਂ ਇਹ ਆਸ ਉਮੀਦ ਕਰ ਰਹੇ ਹੋ ਵੀ ਡਰਾਈਵਰ ਸਾਹਿਬ ਜਿਹੜੇ ਨੇ ਉਹ ਇਹ ਕਹਿਣ ਵੀ ਭਾਈ ਸਾਹਿਬ ਮੇਰੀ ਡਿਊਟੀ ਦੇਣ ਵਾਲੀ ਲਾਓ ਜੀ, ਮੈਂ ਰਾਤ ਨੂੰ ਨਹੀਂ ਚਲਾਉਣੀ, ਤੁਸੀਂ ਵੇਖਿਓ ਮੈਂ ਕਿੱਡੀ ਵਧੀਆ ਬੱਸ ਚਲਾਉਣਾ। ਹੁਣ ਤੁਸੀਂ ਇਹ ਪੁੱਛਦੇ ਹੋ ਵੀ ਯਾਰ ਬੱਸ ਦੀ ਹਾਲਤ ਬੜੀ ਖਸਤਾ ਆ, ਇਹਦਾ ਤੇਲ ਚੋਂਦਾ ਆ, ਹਾਲਤ ਮਾੜੀ, ਇਹ ਕਿਹਨੇ ਕੀਤੀ? ਹੁਣ ਜਿਹੜਾ ਬੰਦਾ ਹੁਣ ਚਲਾਉਂਦਾ ਉਹ ਆਖੂ ਇਹ ਪਹਿਲੇ ਕਰਕੇ ਗਿਆ ਸੀ, ਮੈਂ ਨਹੀਂ ਕੀਤੀ। ਮੁੜ ਕੇ ਅਗਲਾ ਬੰਦਾ ਸਵਾਲ ਪੁੱਛੇ ਵੀ ਪਹਿਲੇ ਨੇ ਕਿਤੇ ਸਦਾ ਕਰਤੀ, ਉਦੋਂ ਪਹਿਲਾਂ ਡਿਊਟੀ ਤੁਹਾਡੀ ਹੀ ਮਹਾਰਾਜ ਤੁਸੀਂ ਵੀ ਕੀਤੀ। ਇਹਦਾ ਮਤਲਬ ਜਿਹਦੇ ਹੱਥ 'ਚ ਵੀ ਸਟੀਅਰਿੰਗ ਰਿਹਾ ਉਸ ਬੰਦੇ ਨੇ ਜੇ ਉਹ ਗੱਲ ਕਰਤੀ ਬੱਸ ਦੀ, ਫਿਰ ਤਾਂ ਲੋਕ ਸਵਾਲ ਪੁੱਛਣਗੇ। ਇਸ ਕਰਕੇ ਗੱਲ ਹੋਰ ਕਰੀ, ਓ ਅਸੀਂ ਜਦੋਂ ਮੁੜੇ ਆ ਨਾ, ਸਾਹਮਣੇ ਰਿਕਸ਼ਾ ਆਉਂਦਾ ਹੈ, ਮੈਂ 2 ਹਾਰਨ ਮਾਰੇ ਮਸਾਂ ਬਚੇ। ਅੱਜ ਲੋਕਾਂ ਦਾ ਧਿਆਨ ਜਾਂਦਾ ਨਹੀਂ ਬੱਸ ਵਾਲੇ ਪਾਸੇ, ਲੋਕਾਂ ਨੂੰ ਹੁੰਦਾ ਚੱਲ ਰਿਕਸ਼ੇ ਵਾਲਾ ਤੇ ਵੱਜ ਗਿਆ ਨਾ। ਜੇ ਕਿਸੇ ਨੂੰ ਐਤਕੀ ਇਹ ਭੁਲੇਖਾ ਕਿ ਅਸੀਂ ਇੱਧਰ ਉੱਧਰ ਦੀਆਂ ਮਾਰ ਕੇ ਤਾਂ ਕੰਮ ਸਾਰ ਲੈਣਾ, ਇੱਦਾਂ ਨਹੀਂ। ਪਹਿਲਾਂ ਪੰਜਾਬ ਦੀ ਬੱਸ ਉਹ ਹੁੰਦੀ ਸੀ ਕਿ ਜਿਹਦੇ ਵਿੱਚ ਸਵਾਰੀਆਂ ਆਪੋ ਆਪਣੀ ਸੀਟ ਦੇ ਉੱਤੇ ਬੈਠੀਆਂ। ਕੋਈ ਬਜ਼ੁਰਗ ਆ ਕੇ ਖੜ੍ਹ ਗਿਆ ਤਾਂ ਨੀਵੀਂ ਪਾ ਲੈਣੀ ਕਿ ਭਾਈ ਸੀਟ ਛੱਡਣੀ ਪਊ। ਕੋਈ ਜਵਾਕ ਜੱਲੇ ਵਾਲੀ ਬੀਬੀ ਆ ਕੇ ਖੜ੍ਹ ਗਈ ਕਿ ਭਾਈ ਛੱਡੋ ਭਰਾ, ਆਪੇ ਨਿਆਣਾ ਚੱਕ ਕੇ ਖੜੀ ਰਹੇ, ਇੱਕ ਹੱਥ 'ਚ ਝੋਲਾ ਫੜਿਆ ਸਾਨੂੰ ਕਿ ਆਪਾਂ ਨੂੰ ਸੀਟ ਛੱਡਣੀ ਪਊ। ਉਹਦੇ ਵਿੱਚ ਇਹ ਵੀ ਹੁੰਦਾ ਸੀ ਡਰਾਈਵਰ ਸਾਹਿਬ ਬੱਸ ਘੁਮਾਈ ਜਾਂਦੇ ਆ ਜਾਂ ਕਿੱਦਾਂ ਚਲਾਉਂਦੇ ਜਾਂ ਕਿੱਥੇ ਬ੍ਰੇਕਾਂ ਮਾਰੀ ਜਾਂਦੇ, ਸਾਨੂੰ ਲੈਣਾ ਦੇਣਾ ਕੋਈ ਨਹੀਂ। ਜੇ ਕੋਈ ਕਿਸੇ ਬੀਬੀ ਨੂੰ ਛੇੜਖਾਨੀਆਂ ਕਰਨ ਵਾਲੇ ਵੀ ਹੁੰਦੇ ਆ ਵੀ ਆਪਾਂ ਕੀ ਲੈਣਾ ਐਵੇਂ ਦੁਸ਼ਮਣੀ ਵੱਲ। ਹੁਣ ਇੱਦਾਂ ਨਹੀਂ। ਹੁਣ ਤਾਂ ਲੋਕ ਇਸ ਤਰੀਕੇ ਦੇ ਨਾਲ ਹੋ ਗਿਆ ਕਿ ਭਾਈ ਬੱਸ 'ਚ ਬੈਠੇ ਆ ਅਤੇ ਸਾਰੇ ਹੀ ਬੈਠੇ ਆ ਅਤੇ ਟੱਬਰ ਬੈਠੇ ਆ, ਅਤੇ ਜੇ ਬੱਸ ਨੂੰ ਕੁਛ ਹੋ ਗਿਆ ਤਾਂ ਇਕੱਠਿਆਂ ਨੂੰ ਹੋਣਾ। ਉਹ ਇਹ ਵੀ ਦੇਖਦੇ ਆ ਕਿ ਡਰਾਈਵਰ ਸਾਹਿਬ ਦਾ ਪਿਛਲੇ ਸ਼ੀਸ਼ੇ ਦੇ ਵਿੱਚ ਪਿੱਛੇ ਬੈਠੀ ਕਿਸੇ ਸਵਾਰੀ 'ਤੇ ਧਿਆਨ ਹੈ ਜਾਂ ਕਿਸੇ ਹੋਰ ਚੀਜ਼ 'ਤੇ ਧਿਆਨ ਹੈ, ਫੋਨ ਕੰਨ ਨੂੰ ਲਾਇਆ, ਬੱਸ ਠੀਕ ਚਲਾਉਂਦੇ ਕਿ ਨਹੀਂ। ਅਤੇ ਜੇ ਨਾ ਹੁਣ ਤਾਂ ਸਾਰੇ ਇੱਕ ਵਾਰੀ ਖੜੀ ਹੋ ਜਾਂਦੇ ਕਿ ਬ੍ਰੇਕ ਮਾਰੋ ਜੀ ਸਾਈਡ 'ਤੇ ਲਾ ਕੇ। ਇਸੇ ਹੀ ਤਰੀਕੇ ਜੇ ਕੋਈ ਬਜ਼ੁਰਗ ਖੜਾ ਹੈ, ਕੋਈ ਬੀਬੀ ਖੜੀ ਆ ਨਿਆਣੇ ਨਿੱਕੇ ਵਾਲੀ, ਤਾਂ ਉਹਨੂੰ ਉਸੇ ਵੇਲੇ 4 ਜਣੇ ਖੜੇ ਹੁੰਦੇ, ਭੈਣ ਜੀ ਆ ਕੇ ਇੱਥੇ ਬੈਠੋ। ਇਸੇ ਹੀ ਤਰੀਕੇ ਜੇ ਲੱਗੇ ਕਿ ਭਾਈ ਓਵਰ ਸਪੀਡ ਚੱਲ ਰਹੀ ਆ, ਬੰਦਾ ਐਂ ਘੁਮਾਈ ਜਾਂਦਾ, ਰੇਸਾਂ ਕਿਸੇ ਨਾਲ ਲਾਉਂਦਾ, ਅਤੇ ਉਸੇ ਵੇਲੇ ਕਹਿ ਦਿੰਦੇ ਆ ਕਿ ਭਾਈ ਕੋਈ ਗੱਲ ਨਹੀਂ ਅਸੀਂ ਸਾਰੇ ਲੱਗੇ ਈਮੇਲ ਕਰਨ ਅਤੇ ਟੈਲੀਫੋਨ ਕਰਨ, ਫੇਰ ਨਾ ਆਖੀ। ਯਾਨੀ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ। ਕੋਈ ਕਿਸੇ ਨੂੰ ਮਾੜਾ ਮੋਟਾ ਛੇੜ ਕੇ ਦੇਖੇ ਤਾਂ ਸਹੀ, ਮੁੜ ਕੇ ਸਾਰੀ ਉਮਰ ਉਹਦਾ ਇੰਨਾ ਕੁ ਕੁੱਟ ਕਟਾਪਾ ਹੁੰਦਾ ਕਿ ਉਹ ਛਿੜਿਆ ਹੀ ਰਹਿੰਦਾ ਹੀ। ਇਸ ਕਰਕੇ ਪੰਜਾਬ ਵਾਲੇ ਲੋਕ ਹੁਣ ਨਵੀਂ ਬੱਸ ਸਰ ਗਿਆ। ਉਹਨਾਂ ਨੇ ਕੋਈ ਡਰਾਈਵਰ ਕੰਡਕਟਰ ਉਹ ਬਖਸ਼ਣਾ ਨਹੀਂ। ਉਹਨਾਂ ਨੇ ਹਿਸਾਬ ਕਿਤਾਬ ਆਪਣੇ ਆਪ ਲਾ ਲੈਣਾ।
ਜਿਹੜੀ ਲੋੜਵੰਦ ਸਵਾਰੀ ਆ ਸੀਟ ਉਹਨੂੰ ਮਿਲਣੀ ਹੈ। ਹੁਣ ਉਹ ਸਾਰੇ ਸਟਿੱਕਰ ਲਿਖ ਗਏ ਆ ਜਿੱਥੇ ਲਿਖਿਆ ਹੁੰਦਾ ਕਿ 1 2 3 ਨੰਬਰ ਸੀਟਾਂ MLA ਤੇ MP ਲਈ ਰਾਖਵੀਆਂ ਨੇ। ਹੁਣ ਤਾਂ ਪੰਜਾਬ ਦੇ ਲੋਕ ਪੈਣਗੇ। ਚਲੋ ਆਸ ਕਰਦੇ ਹਾਂ ਵੀ ਜਿੰਨੀ ਤੁਸੀਂ ਪੋਜ਼ਿਟਿਵਿਟੀ ਦੱਸ ਰਹੇ ਹੋ ਉਨੀ ਹੋਵੇ, ਰੱਬ ਸੁੱਖ ਰੱਖੇ, ਇੱਦਾਂ ਹੀ ਹੋਵੇ, ਹੈ ਨਾ, ਕਿਉਂਕਿ ਦੀਦਾ ਤਾਂ ਹੈ ਨਹੀਂ। ਚਲੋ ਆਉਣ ਵਾਲੇ ਦਿਨਾਂ 'ਚ ਹੋ ਜਾਵੇ ਤਾਂ ਕੁਛ ਪਤਾ ਨਹੀਂ। ਅੱਛਾ, ਜੇ ਆਪਾਂ ਸ਼ੁਰੂਆਤ ਕਰਨੀ ਆ ਤਾਂ ਸ਼ੁਰੂਆਤ ਫਿਰ ਇਸੇ ਵਾਲੇ ਪਾਸਿਓਂ ਹੀ ਕਰ ਲੈਂਦੇ ਹਾਂ। ਆਪਣੇ ਨਾਲ ਵੀ ਗੱਲ ਕਰਦੇ ਹਾਂ ਪ੍ਰਧਾਨ ਜਿਹੜੇ ਕਾਂਗਰਸ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਸਾਹਿਬ, ਉਹਨਾਂ ਨੇ ਉਹ ਜ਼ਿਕਰ ਕੀਤਾ ਸੀ, ਉਹ ਅੱਜ ਕੱਲ੍ਹ ਵਾਹਵਾ ਚਰਚਾ 'ਚ ਆ ਵੀ ਜਿਹੜਾ ਪੰਜਾਬ ਹੈ ਜੀ, ਪੰਜਾਬ ਦੀ ਆਰਥਿਕਤਾ ਰੁਲ ਜਾਣੀ ਆ। ਪੰਜਾਬ ਦੀ ਆਰਥਿਕਤਾ ਦੇ ਕੋਲ ਇੱਕ ਐਸਾ ਠੁੰਮਣਾ ਸੀਗਾ ਜਿਹੜਾ 5 ਸਾਲਾਂ ਲਈ ਸਾਰੀਆਂ ਸਟੇਟਾਂ ਨੂੰ ਕੇਂਦਰ ਸਰਕਾਰ ਦਿੰਦੀ ਹੈ ਵੀ GST ਦਾ, ਕਿਉਂਕਿ ਉਹ ਟੈਕਸ ਸਿਸਟਮ ਚੇਂਜ ਹੋਇਆ, ਇਸ ਕਰਕੇ ਹਰੇਕ ਸਟੇਟ ਨੂੰ ਅਸੀਂ ਇੰਨਾ ਕੁ ਚਿਰ ਇੰਨੀ ਗ੍ਰਾਂਟ ਦੇਵਾਂਗੇ। ਉਹ ਕੋਈ 18,000 ਕਰੋੜ ਰੁਪਏ ਦੀ ਗੱਲ ਉਹ ਕਰਦੇ ਆ, ਜਿਹੜਾ ਕਿ ਜੂਨ 2022 ਤੋਂ ਬੰਦ ਹੋ ਜਾਣਾ, ਯਾਨੀ ਕਿ 5 ਸਾਲ ਪੂਰੇ ਹੋ ਜਾਣੇ ਤੇ ਉਹ ਬੰਦ ਹੋ ਜਾਣਾ। ਹੁਣ ਗੱਲ ਇਹ ਆ ਵੀ ਉਹਨਾਂ ਦੀ ਕੈਲਕੂਲੇਸ਼ਨ ਦੇ ਹਿਸਾਬ ਨਾਲ 18,000 ਕਰੋੜ ਉਹ ਬੰਦ ਹੋਣਾ, 75,000 ਕਰੋੜ ਦਾ ਉਹ ਕਹਿੰਦੇ ਵੀ ਆਪਣੇ ਕੋਲੇ ਬਾਕੀ ਹਿਸਾਬ ਕਿਤਾਬ ਹੈ ਵੀ ਜਿਹੜੇ ਪੈਸੇ ਪੂਸੇ ਆਉਂਦੇ ਆ, 1.5 ਲੱਖ ਕਰੋੜ ਦਾ ਕਹਿੰਦੇ ਵੀ ਸਾਡਾ ਖਰਚਾ ਹੈ। ਤੇ ਫਿਰ ਜਿਹੜੀ ਇਹ ਪੰਜਾਬ ਵਾਲੀ ਬੱਸ ਆ ਇਹ ਚੱਲੂਗੀ ਕਿੱਦਾਂ? ਸੰਧਾਲੀਆ ਸਾਹਿਬ, ਇਸ ਗੱਲ ਦੇ ਲਈ ਤਾਂ ਨਵਜੋਤ ਸਿੰਘ ਸਿੱਧੂ ਹੋਰੀ ਕੁਝ ਹੱਦ ਤੱਕ ਸ਼ਾਬਾਸ਼ੀ ਦੇ ਪਾਤਰ ਨੇ ਕਿ ਭਾਈ ਬੋਲਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆ ਹੋਣ ਲੱਗਿਆ। ਪਹਿਲੀ ਗੱਲ ਇਹ। ਦੂਸਰੀ ਗੱਲ ਇਹ ਆ ਕਿ ਉਹ ਨਵੀਂ ਗੱਲ ਨਹੀਂ ਕੋਈ ਬੋਲ ਰਹੇ, ਇਹ ਪੰਜਾਬ ਦੀ ਸਾਰੀ ਲੀਡਰਸ਼ਿਪ ਨੂੰ ਪਤਾ ਹੀ। ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਰਕਾਰ ਛੱਡੀ ਆ 2007 'ਚ, ਉਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਬਹੁਤੀ ਲੀਡਰਸ਼ਿਪ ਇਹ ਕਹਿੰਦੀ ਸੀ ਕਿ ਆ ਦੇਖੋ ਸੂਬੇ ਦਾ ਬਣਾ ਕੇ ਦਿੱਤਾ 5 ਸਾਲਾਂ 'ਚ, ਇੰਨਾ ਕਰਜ਼ ਚੜ੍ਹ ਗਿਆ, ਆਹ ਕੁਛ ਹੋ ਗਿਆ, ਆਹ ਕੁਛ ਹੋ ਗਿਆ, ਅਸੀਂ ਹੁਣ ਪੈਰਾਂ ਸਿਰ ਲਿਆਵਾਂਗੇ। ਜਦੋਂ 2017 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਸੱਤਾ ਛੱਡੀ ਆ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਣੇ ਆ, ਉਦੋਂ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਗੁਆਂਢ ਦੀ ਕੁਰਸੀ ਤੇ ਬੈਠੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ 2 ਸਾਲ ਇੱਕੋ ਹੀ ਗੱਲ ਆਖੀ, ਹੱਕਾ ਹੀ ਨਹੀਂ ਛੱਡਿਆ। 31-32 ਹਜ਼ਾਰ ਕਰੋੜ ਤਾਂ ਜਾਂਦੇ ਜਾਂਦੇ ਤਕਾਲਾਂ ਨੂੰ ਹੀ ਚੜ੍ਹ ਗਏ, ਪੱਲੇ ਹੀ ਕੁਛ ਨਹੀਂ, ਖਜ਼ਾਨਾ ਖਾਲੀ, ਕਰਜ਼ਾ ਇੰਨਾ ਚੜ੍ਹ ਗਿਆ, ਕਿਸ਼ਤਾਂ ਇੰਨੀਆਂ ਦੇਣ ਵਾਲੀਆਂ, ਸਾਰਾ ਕੁਛ ਕਹਿੰਦੇ ਸੀ। ਜਾਣੀ ਕਿ ਇਹ ਸੱਚ ਪਤਾ ਹੈ, ਪਰ ਬਹੁਤੇ ਲੀਡਰ ਉਦੋਂ ਬੋਲਦੇ ਆ ਜਦੋਂ ਉਹਨਾਂ ਨੇ ਬਚਣਾ ਹੋਵੇ। ਨਵਜੋਤ ਸਿੰਘ ਸਿੱਧੂ ਦਾ ਫਰਕ ਇੰਨਾ ਕਿ ਉਦੋਂ ਬੋਲਿਆ ਜਦੋਂ ਚੋਣਾਂ ਸਿਰ ਤੇ ਨੇ ਤੇ ਲੋਕ ਇਦਾਂ ਦੀਆਂ ਗੱਲਾਂ ਸੁਣਨਾ ਨਹੀਂ ਚਾਹੁੰਦੇ। ਸੰਧਾਲੀਆ ਸਾਹਿਬ, ਮੈਂ ਤਾਂ ਕਹਿੰਦਾ ਕਿ ਨਵਜੋਤ ਸਿੰਘ ਸਿੱਧੂ ਦੀ ਅਸੀਂ ਗੱਲ ਹੀ ਨਹੀਂ ਕਰਦੇ। ਸਾਰੇ ਹੀ ਲੀਡਰ ਸੱਚ ਬੋਲਣ ਇਸ ਮੁੱਦੇ ਦੇ ਉੱਤੇ ਕਿ ਪੰਜਾਬ ਆਉਣ ਵਾਲੇ ਸਮੇਂ 'ਚ ਕਿਹੜੇ ਖੂਹ 'ਚ ਡਿੱਗਣ ਵਾਲਾ। ਇੱਕ ਗੱਲ ਤਾਂ ਮੰਨਣੀ ਪਊ, ਹਰ ਉਹ ਬੰਦਾ, ਹਰ ਪਾਰਟੀ ਦਾ ਜਿਹੜਾ ਇਹ ਕਹਿ ਰਿਹਾ ਮੁਫਤ ਦੇਣਾ, ਸਬਸਿਡੀ ਦੇਣੀ, ਕਰਜ਼ਾ ਪੰਜਾਬ ਦੇ ਸਿਰ ਚੜ੍ਹਿਆ, ਕਿਸ਼ਤਾਂ ਸਾਨੂੰ ਦੇਣੀਆਂ ਪੈਣੀਆਂ, ਬਹੁਤ ਸਾਰੀਆਂ ਸਰਕਾਰੀ ਜ਼ਮੀਨਾਂ ਸਾਡੀਆਂ ਗਹਿਣੇ ਪਈਆਂ, ਟੈਕਸ ਅਸੀਂ ਕੁਛ ਲਾਉਣ ਜੋਗੇ ਨਹੀਂ, ਕਿਉਂਕਿ ਟੈਕਸ ਤਾਂ ਲਾਵਾਂਗੇ ਜੇ ਇੰਡਸਟਰੀ ਆਊਗੀ, ਇੰਡਸਟਰੀ ਤਾਂ ਆਊਗੀ ਜੇ ਇਹ ਅਫਸਰਸ਼ਾਹੀ ਨੂੰ ਮਾੜੀ ਮੋਟੀ ਨੱਥ ਪਾ ਕੇ ਉਹਨਾਂ ਨੂੰ ਇਨਫਰਾਸਟਰਕਚਰ ਚੱਜ ਦਾ ਦੇਣਗੇ। ਇਹ ਗੱਲ ਤਾਂ ਮੰਨਣੀ ਪਊਗੀ ਕਿ ਹਰਿਆਣੇ ਦੇ ਮੁਕਾਬਲੇ ਆਪਾਂ ਖੇਡਾਂ 'ਚ ਪਿੱਛੇ ਆ। ਇਹ ਵੀ ਗੱਲ ਮੰਨਣੀ ਪਊਗੀ ਕਿ ਰੇਤਾ ਤੇ ਸ਼ਰਾਬ ਦੇ ਕਾਰੋਬਾਰ ਤੋਂ ਰੁਪਈਏ ਇਕੱਠੇ ਕਰਨ 'ਚ ਅਸੀਂ ਦੱਖਣ ਭਾਰਤ ਤੋਂ ਪਿੱਛੇ ਆ। ਇਹ ਵੀ ਗੱਲ ਮੰਨਣੀ ਪਊਗੀ ਕਿ ਜਿੰਨੇ ਵੀ ਸਾਡੇ ਕੋਲੇ ਕੁਦਰਤੀ ਸਾਧਨ ਆ ਉਹਦੇ ਵਿੱਚੋਂ ਪੈਸੇ ਜ਼ਰੂਰ ਆਉਂਦੇ ਆ ਪਰ ਸਰਕਾਰੀ ਖਾਤੇ 'ਚ ਨਹੀਂ ਆਉਂਦੇ, ਕਿਸੇ ਹੋਰ ਪਾਸੇ ਜਾਂਦੇ ਆ। ਇਹ ਵੀ ਗੱਲ ਮੰਨਣੀ ਪਊਗੀ ਕਿ ਪਿਛਲੇ 1.5 ਮਹੀਨੇ 'ਚ ਸਾਨੂੰ ਅੱਖਾਂ ਮੀਚ ਕੇ ਨਾ ਬੈਠੀਏ, ਪੰਜਾਬ ਦੇ ਲੋਕ ਕਬੂਤਰ ਨਾ ਬਣਨ। ਜਿੱਦਾਂ ਸਿਆਸੀ ਪਾਰਟੀਆਂ ਨੇ ਖਰਚ ਕਰਨੇ ਸ਼ੁਰੂ ਕੀਤੇ ਆ, ਸਾਰੀਆਂ ਹੀ ਪਾਰਟੀਆਂ ਨੇ, ਇਹ ਖਰਚ ਉਹਨਾਂ ਨੇ ਨੋਟ ਛਾਪਣ ਦੀ ਮਸ਼ੀਨ ਲਾ ਕੇ ਪੂਰੇ ਨਹੀਂ ਕਰਨੇ, ਇਹ ਖਰਚ ਉਹਨਾਂ ਨੇ ਤੁਹਾਡੇ ਢਿੱਡੋਂ ਪੂਰੇ ਕਰਨੇ ਆ, ਉਹ ਕਿਸੇ ਨਾ ਕਿਸੇ ਪਾਸਿਓਂ ਪੂਰੇ ਕਰਨੇ ਆ। ਤੇ ਜਿੱਦਾਂ ਖਰਚ ਹੋ ਰਿਹਾ, ਤੇ ਜੇ ਕੋਈ ਬੰਦਾ ਇਹ ਆਸ ਲਾਉਂਦਾ ਕਿ ਭਾਈ ਇੰਨਾ ਖਰਚ ਕਰਕੇ ਸਿਆਸੀ ਪਾਰਟੀਆਂ ਮੁੜ ਕੇ ਪੰਜਾਬ ਦਾ ਕਰਜ਼ਾ ਲਾਉਣ ਦਾ ਸੋਚਣਗੀਆਂ, ਪੰਜਾਬ ਦੀਆਂ ਜਿਹੜੀਆਂ ਸਰਕਾਰੀ ਜ਼ਮੀਨਾਂ ਤੇ ਬਿਲਡਿੰਗਾਂ ਗਹਿਣੇ ਪਈਆਂ ਉਹਨਾਂ ਨੂੰ ਗਹਿਣਿਓਂ ਛਡਾਉਣ ਦੀ ਕੋਸ਼ਿਸ਼ ਕਰਨਗੀਆਂ, ਜਾਂ ਪੰਜਾਬ ਦੇ ਲੋਕਾਂ ਦੀ ਆਮਦਨ ਵਧਾਉਣ ਦੀ ਕੋਸ਼ਿਸ਼ ਕਰਨਗੀਆਂ, ਉਹ ਭੁਲੇਖਾ ਹੈ। ਕਬੂਤਰ ਬਣ ਕੇ ਅੱਖਾਂ ਮੀਚਣ ਦੀ ਕੋਈ ਲੋੜ ਨਹੀਂ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਤਾਂ ਇੱਕ ਗੱਲ ਦੱਸੀ ਨਾ, ਸਾਡੇ ਕੋਲੇ ਪ੍ਰਤੱਖ ਉਦਾਹਰਨਾਂ ਨੇ। ਤੁਹਾਨੂੰ ਯਾਦ ਹੋਣਾ ਜਦੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਚੱਲੀ ਹੈ, ਐਂ ਲੱਗਦਾ ਸੀ ਜੀ ਕੇਂਦਰ ਕੁਝ ਪੈਸੇ ਦਿੰਦਾ ਤੇ ਸੂਬਾ ਕੁਝ ਪੈਸੇ ਦਿੰਦਾ ਤੇ ਉਹ ਮਿਲ ਹੀ ਜਾਣੇ ਆ। ਹੁਣ ਕੇਂਦਰ ਜਿਹੜੀਆਂ ਸਕੀਮਾਂ ਦਿੰਦਾ ਥੋੜੇ ਸਾਲਾਂ ਲਈ ਦਿੰਦਾ, ਮੁੜ ਕੇ ਕਹਿੰਦਾ ਜੀ 4-5 ਸਾਲਾਂ 'ਚ ਪੈਰਾਂ ਸਿਰ ਹੋਵੋ ਤੇ ਆਪ ਚੱਕੋ ਖਰਚ। ਸਾਡੇ ਬੰਦੇ ਇਹ ਨਹੀਂ ਦੱਸਦੇ ਕਿ ਭਾਈ ਉਹਨਾਂ ਨੇ 2-4-5 ਸਾਲ ਦੇ ਲਈ ਸਹਾਰਾ ਦਿੱਤਾ, ਮੁੜ ਕੇ ਅਸੀਂ ਪੈਰੀਂ ਖੜੇ ਹੋਣਾ। ਉਹ ਪੈਰੀਂ ਖੜੇ ਤਾਂ ਕਰਦੇ ਨਹੀਂ, ਲੱਤਾਂ ਤਾਂ ਵੱਢੀ ਜਾਂਦੇ ਆ, ਉੱਥੇ ਤਾਂ ਪੱਛ ਲਾਈ ਜਾਂਦੇ, ਆਰੇ ਲਾਈ ਜਾਂਦੇ ਆ। ਇਸ ਕਰਕੇ ਪੰਜਾਬ ਦੇ ਲੋਕ ਤਿਆਰ ਹੋ ਜਾਣ। ਜੇ ਤੁਸੀਂ ਵੱਡੀਆਂ ਰੈਲੀਆਂ ਤੇ ਵੱਡੇ ਰੋਡ ਸ਼ੋਅ ਦੇਖ ਕੇ ਵੋਟਾਂ ਪਾਈਆਂ, ਜੇ ਐਤਕੀ ਵੀ ਮਹਿੰਗੀ ਇਲੈਕਸ਼ਨ ਹੋਈ, ਤਾਂ ਸਮਝ ਲਿਓ ਕਿ ਤੁਹਾਡਾ ਧੂੰਆਂ ਇਹਨਾਂ ਲੀਡਰਾਂ ਨੇ ਮੁੜ ਕੇ ਆ ਕੱਢ ਦੇਣਾ ਹੀ। ਨਿਕਲਣਾ ਉਹ। ਤੇ ਹੁਣ ਦੇਖੋ ਇਹ ਜਿਹੜਾ ਕੇਂਦਰ ਤੇ ਸਟੇਟਾਂ ਵਾਲਾ ਰੌਲਾ, ਇਹ ਮੇਰੇ ਖਿਆਲ ਅੱਜ ਦਾ ਨਹੀਂ, ਆਪਾਂ ਇਹਦੋਂ ਪਹਿਲਾਂ ਕਈ ਸਕੀਮਾਂ ਦੀ ਗੱਲ ਕਰ ਚੁੱਕੇ ਹਾਂ। ਕਿ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਉਦੋਂ ਇੱਕ ਬੜੀ ਸਕੀਮ, ਕਈ ਵਾਰ ਆਪਾਂ ਜ਼ਿਕਰ ਕੀਤਾ, ਭਾਵ ਅੰਤਰ ਭਰਪਾਈ ਹੋਈ ਨਾ।
ਹੁਣ ਉਹ ਪਹਿਲੀ ਵਾਰ ਨਾਂ ਉਦੋਂ ਸਾਹਮਣੇ ਆਇਆ ਨਾ, ਕਿਉਂਕਿ ਹਰਿਆਣਾ ਕਹਿੰਦਾ ਸੀ, ਹੋਰ ਕਈ ਸਟੇਟਾਂ ਕਹਿੰਦੇ ਸੀ ਵੀ ਅਸੀਂ ਦਿੰਦੇ ਹਾਂ। ਪੰਜਾਬ ਦੇ ਵਿੱਚ ਇਹ ਗੱਲ ਆਪਾਂ ਜ਼ਰੂਰ ਦਾਅਵੇ ਨਾਲ ਕਹਿ ਸਕਦੇ ਹਾਂ ਵੀ ਭਾਈ ਸਾਹਿਬ ਚੰਦੂ ਮਾਜਰਾ ਸਾਹਿਬ ਨੇ ਆਪਣੇ ਪ੍ਰਾਈਮ ਮਿਨਿਸਟਰ ਚੈਨਲ 'ਤੇ ਦੱਸੀ ਸੀ ਵੀ ਮਹਾਰਾਜ ਇਹ ਪੰਜਾਬ ਸਕੀਮ ਹੈਗੀ, ਕੈਪਟਨ ਸਾਹਿਬ ਨਹੀਂ ਕਰਦੇ। ਉਦੋਂ ਵਿਰੋਧੀ ਧਿਰ ਸੀਗੇ, ਹੁਣ ਉਦੋਂ ਪਹਿਲਾਂ ਚੱਲਦੀ ਸੀ, ਨਹੀਂ ਚੱਲਦੀ ਸੀ, ਆਪਾਂ ਨੂੰ ਪਤਾ ਨਹੀਂ। ਪਰ ਸਵਾਲ ਇਹ ਆ ਵੀ ਜੇ ਸਕੀਮਾਂ ਹੈਗੀਆਂ, ਆਪਣੇ ਕੋਲੇ ਲੀਡਰ ਵੀ ਹੈਗੇ ਆ, ਲੀਡਰ ਮੇਰੇ ਖਿਆਲ ਨਾਲ ਹੋਰ ਗਾਏ ਵਿਖਾਏ, ਫਲਾਣੇ ਨੇ ਚਿੱਠੀ ਲਿਖਤੀ, ਉਹ ਢੀਂਗੜੇ ਨੇ ਫੋਨ ਕਰਤਾ, ਇਹ ਫਲਾਣੇ ਨੇ ਗੁਲਦਸਤਾ ਦੇਣ ਜਾਣਾ, ਇਹ ਫਲਾਣੇ ਨੇ ਮੀਟਿੰਗ ਦਾ ਟਾਈਮ ਮੰਗ ਲਿਆ, ਉਹਨਾਂ ਦੀ ਟਾਈਮ ਹੈਗਾ। ਅਤੇ ਜਿਹੜੀਆਂ ਸਕੀਮਾਂ ਚੱਲਦੀਆਂ ਨੇ ਉਹਨਾਂ ਸਕੀਮਾਂ ਦੇ ਵਿੱਚ ਕੇਂਦਰ ਕੋਲੋਂ ਪੰਜਾਬ 'ਚ ਪੈਸਾ ਲਿਆਉਣ ਲਈ ਟਾਈਮ ਹੈ ਨਹੀਂ। ਇਹ ਚੰਗਾ ਪੁਆਇੰਟ ਤੁਸੀਂ ਚੱਕਿਆ। ਮੈਂ ਤਾਂ ਚਾਹੁੰਦਾ ਕਿ ਅਜੇ ਇੱਕ ਵੀ ਸਿਆਸੀ ਪਾਰਟੀ ਨੇ ਆਪਣਾ ਚੋਣ ਐਲਾਨਨਾਮਾ ਜਾਰੀ ਨਹੀਂ ਕੀਤਾ, ਇਲੈਕਸ਼ਨ ਮੈਨੀਫੈਸਟੋ। ਇਹ ਪੰਜਾਬ ਦੇ ਲੋਕਾਂ ਦੇ ਭਲੇ ਦੀ ਗੱਲ ਹੈ। ਤੁਸੀਂ ਆਪੋ ਆਪਣੇ ਪਿੰਡਾਂ ਦੇ ਜਿਹੜੇ ਸਿਆਸੀ ਪਾਰਟੀਆਂ ਦੇ ਲੀਡਰਾਂ 'ਤੇ ਪ੍ਰੈਸ਼ਰ ਪਾਓ, ਉਹ ਲੀਡਰ ਵੱਡੇ ਲੀਡਰਾਂ ਤੱਕ ਗੱਲ ਪਹੁੰਚਾਉਣ, ਉਹ ਫਿਰ ਸਟੇਟ ਦੇ ਮੁਖੀਆਂ ਤੱਕ ਗੱਲ ਪਹੁੰਚਾਉਣ ਕਿ ਤੁਸੀਂ ਜਿਹੜਾ ਮੈਨੀਫੈਸਟੋ ਜਾਰੀ ਕਰਨਾ ਨਾ, ਉਹਦੇ ਵਿੱਚ 5 ਸਫ਼ੇ ਫਾਲਤੂ ਰੱਖਿਓ। ਉਹਦੇ ਵਿੱਚ ਸਾਰੀਆਂ ਪਾਰਟੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਵੇਰਵਾ ਦੇਣ ਕਿ ਆਹ ਭਾਈ ਸਮਾਰਟ ਸਿਟੀ ਪ੍ਰੋਜੈਕਟ ਦੀ ਸਕੀਮ ਹੈ, ਇਹਦੇ ਵਿੱਚ ਜੇ ਸੂਬਾ ਪੈਸੇ ਪਾਉਂਦਾ ਤਾਂ ਬਰਾਬਰ ਦੇ ਪੈਸੇ ਕੇਂਦਰ ਦਿੰਦਾ ਹੈ। ਅਸੀਂ ਕੇਂਦਰ ਦੀ ਉਸਤਤ ਨਹੀਂ ਕਰਦੇ, ਜਾਣੀ ਸੈਂਕੜੇ ਸਕੀਮਾਂ ਇੱਦਾਂ ਦੀਆਂ ਨੇ ਜਿਹੜੀਆਂ ਕਿ ਕੰਟਰੀਬਿਊਸ਼ਨ ਵਾਲੀਆਂ ਸਕੀਮਾਂ ਨੇ ਕਿ ਜੇ ਕੇਂਦਰ ਤੋਂ ਪੈਸੇ ਲੈਣੇ ਆ ਤਾਂ ਸੂਬਾ ਆਪਣੇ ਪੈਸੇ ਪਾਵੇ। ਮੈਂ ਕਹਿੰਦਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਜਾਂ ਵਿਰੋਧੀ ਪਾਰਟੀਆਂ ਅੱਜ ਜਾਰੀ ਕਰਨ ਲਿਸਟ ਕਿ ਜਦੋਂ ਦਾ ਸਮਾਰਟ ਸਿਟੀ ਪ੍ਰੋਜੈਕਟ ਸ਼ੁਰੂ ਹੋਇਆ, ਆਂਧਰਾ ਪ੍ਰਦੇਸ਼ ਨੇ ਕਿੰਨੇ ਪੈਸੇ ਲਏ ਆ ਤੇ ਪੰਜਾਬ ਨੇ ਕਿੰਨੇ ਪੈਸੇ ਲਏ ਆ। ਕੀ ਸਾਡਾ ਲੁਧਿਆਣਾ ਸਮਾਰਟ ਨਹੀਂ ਹੋ ਸਕਦਾ? ਜੇ ਬਾਕੀ ਸੂਬੇ ਲਗਾਤਾਰ ਮੈਚਿੰਗ ਗ੍ਰਾਂਟ ਪਾਈ ਜਾਂਦੇ ਸੀ, ਪੰਜਾਬ ਵਾਲਿਆਂ ਨੇ ਇੱਕ ਵਾਰੀ ਗ੍ਰਾਂਟ ਲਈ ਮੁੜ ਕੇ ਝੱਗਾ ਹੀ ਚੱਕ ਦਿੱਤਾ। ਉਹਨਾਂ ਨੂੰ ਵਰਤੋਂ ਸਰਟੀਫਿਕੇਟ ਦੇਣਾ ਸੀ ਕਿ ਭਾਈ ਆ ਤੁਹਾਡਾ ਕਰੋੜ ਆਇਆ, ਕਰੋੜ ਅਸੀਂ ਪਾਇਆ, ਆ 2 ਕਰੋੜ ਖਰਚ ਦਿੱਤਾ, ਆ ਉਹਦਾ ਵਰਤੋਂ ਸਰਟੀਫਿਕੇਟ ਆ। ਉਹਨਾਂ ਨੇ ਕਹਿਣਾ ਸੀ ਕਰੋੜ ਹੋਰ ਲੈ ਲਓ। ਆਂਧਰਾ ਪ੍ਰਦੇਸ਼ ਵਾਲੇ, ਤੇਲੰਗਾਨਾ ਵਾਲੇ, ਹੋਰ ਕਿੰਨੇ ਸਟੇਟਾਂ ਵਾਲੇ ਉਹ ਕੇਂਦਰ ਤੋਂ ਪੈਸੇ ਲੈਂਦੇ ਸੀ, ਆਪਣੇ ਪੈਸੇ ਪਾਉਂਦੇ ਸੀ, ਖਰਚ ਕੇ ਵਰਤੋਂ ਸਰਟੀਫਿਕੇਟ ਦੇ ਕੇ ਅਗਲੇ ਪੈਸੇ ਲੈ ਜਾਂਦੇ ਸੀ। ਸਾਡੇ ਵਾਲਿਆਂ ਨੇ ਇੱਕ ਵਾਰੀ ਪੈਸੇ ਲੈ ਕਹਿੰਦੇ ਛੱਡੋ ਪਰਾਂ ਭਾਈ। ਹੁਣ ਜਾਣੀ ਹਿਸਾਬ ਦਿਓ ਤੁਸੀਂ ਉਹਨਾਂ ਸਾਰੀਆਂ ਸਕੀਮਾਂ ਦਾ, ਭਾਵੰਤਰ ਸਕੀਮ ਵੀ ਹੋਵੇ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵੀ ਹੋਵੇ, ਸਮਾਰਟ ਸਿਟੀ ਪ੍ਰੋਜੈਕਟ ਵੀ ਹੋਵੇ, ਸੈਂਕੜੇ ਸਕੀਮਾਂ ਨੇ। ਜੇ ਲੋਕਾਂ ਉਹ ਕਹਿੰਦਾ ਮਨਰੇਗਾ ਦੇਖੋ ਕਿੱਡੀ ਵੱਡੀ ਸਕੀਮ ਹੈ, ਹੁਣ ਉਹਦੇ 'ਚ ਤਾਂ ਕੇਂਦਰ ਹੀ ਦਿੰਦਾ ਪੈਸੇ। ਹੁਣ ਜੇ ਬੰਦੇ ਆਪਣੇ ਆ, ਕੇਂਦਰ ਕਹਿੰਦਾ ਵੀ ਅਸੀਂ ਰੋਜ਼ਗਾਰ ਦਿੰਦੇ ਆ, ਤੇ ਯਾਰ ਬੰਦਿਆਂ ਨੂੰ ਰੋਜ਼ਗਾਰ ਦੇ ਦਿਓ। ਉਹਨਾਂ ਵੀ ਆਹ ਲਓ ਜੀ, ਬੰਦੇ ਆਏ, ਕੰਮੇ ਲਾਇਆ, ਦਿੱਤੇ ਪੈਸੇ, ਲਿਆਓ ਪੈਸੇ, ਹੈ ਨਾ। ਹੁਣ ਜੇ ਆਪਾਂ ਇੱਕ ਸਕੀਮ ਦੇ ਪੈਸੇ ਨਹੀਂ ਦੇ ਸਕਦੇ, ਇੱਕ ਸਭ ਤੋਂ ਵੱਡੀ ਚਰਚਾ ਉਹ ਚੱਲੀ ਸੀ ਨਾ ਵੀ ਹਾਂਜੀ ਪੰਜਾਬ ਦੇ ਸ਼ਹਿਰ ਜਿਹੜੇ ਨੇ ਉਹ ਕਿੰਨੇ ਆਏ ਸੀ ਉਦੋਂ ਜੀ, ਇਹ ਸਵੱਛ ਭਾਰਤ ਦਾ ਤੇ ਅਸੀਂ ਸਰਵੇ ਕੀਤਾ, ਤੇ ਜਦੋਂ ਗੰਦਗੀ ਦਾ ਨਾਂ ਲੈਣ ਲੱਗੇ ਤੇ ਲੈਂਡ ਸਿਰ ਹੀ ਪੰਜਾਬ ਦੇ ਸ਼ਹਿਰਾਂ ਦਾ ਨਾਂ ਆ ਗਿਆ ਜੀ, ਇਹਨਾਂ 'ਚ ਗੰਦਗੀ ਬੜੀ ਹੈ ਜੀ। ਤੇ ਜੇ ਤੁਸੀਂ ਕਿਸੇ ਵੀ ਸ਼ਹਿਰ ਚਲੇ ਜਾਓ ਵੱਡੇ, ਤੇ ਹਾਂ ਬੋਰਡ ਜ਼ਰੂਰ ਮਿਲ ਜਾਣਗੇ, ਸਵੱਛ ਭਾਰਤ, ਆਪਣੇ ਸ਼ਹਿਰ ਨੂੰ ਸੋਹਣਾ ਬਣਾਈਏ। ਬੰਦਾ ਪੁੱਛੇ ਵੀ ਜਿਹੜਾ ਪੇਂਟ ਤੇ ਪੈਸਾ ਖਰਚਿਆ ਵੀਰ ਮੇਰਾ, ਕਿਤੇ ਝਾੜੂ ਤੇ ਖਰਚ ਲਓ। ਨਾਲੇ ਉਹਨਾਂ ਨੂੰ ਆਦਤ ਵੀਰ ਇੰਨਾ ਕਹੀਂ ਸਾਫ਼ ਕਰ ਲਿਆ, ਇੰਨੇ ਕੁ ਪੈਸੇ ਤੁਸੀਂ ਦੇ ਦਿਓ, ਬਾਕੀ ਅਸੀਂ ਕੁਝ ਹੋਰ ਬਣਾ ਲੈਂਦੇ। ਜ਼ਰੂਰੀ ਹੈ ਸੰਧਾਲੀਆ ਸਾਹਿਬ। ਮੈਂ ਤਾਂ ਕਹਿੰਦਾ ਕਿ ਪੰਜਾਬ ਦੇ ਲੋਕਾਂ ਨੂੰ ਸਿਆਸੀ ਧਿਰਾਂ ਨੇ ਕਹਿਣਾ ਕਿ ਕੇਂਦਰ ਧੱਕਾ ਕਰਦਾ ਹੋਣਾ ਜੀ, ਕੇਂਦਰ ਪੰਜਾਬ ਨੂੰ ਉਸ ਅੱਖ ਨਾਲ ਨਹੀਂ ਦੇਖਦਾ ਹੋਣਾ। ਮਤ ਸੋਚੋ ਕਿ ਸਕੀਮਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੀਆਂ ਆ, ਮਤ ਸੋਚੋ ਕਿ ਭਾਜਪਾ ਸਰਕਾਰ ਦੀਆਂ, ਕਈ ਤਾਂ 20-20 ਸਾਲ ਹੋ ਗਿਆ ਚੱਲੀਆਂ ਆਉਂਦੀਆਂ, ਉਹ ਸੈਂਟਰ ਸਰਕਾਰ ਦੀਆਂ ਆ। ਜਿਸ ਸੈਂਟਰ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਹਿੱਸਾ ਜਾਂਦਾ ਤੇ ਉਹ ਹਰ ਸੂਬੇ ਦਾ ਰਾਈਟ ਹੈ, ਤੇ ਉਹਨਾਂ ਨੇ ਖੁੱਲ੍ਹਾ ਰੱਖਿਆ ਕੇਂਦਰ ਸਰਕਾਰ ਨੇ ਕਨਸਟੀਟਿਊਸ਼ਨ ਦੇ ਮੁਤਾਬਕ ਕਿ ਆਹ ਸਕੀਮ ਆ, ਸੂਬਾ ਇੰਨਾ ਹਿੱਸਾ ਆਪਣਾ ਪਾਵੇ ਤੇ ਦੁੱਗਣਾ ਕਰਕੇ ਲੈ ਜਾਵੇ। ਕੀ ਸਾਡੀਆਂ ਸਰਕਾਰਾਂ ਕੇਂਦਰ ਦੇ ਉੱਤੇ ਦੋਸ਼ ਲਾਉਣ ਤੋਂ ਬਿਨਾਂ ਉਹਨਾਂ ਸਕੀਮਾਂ ਦਾ ਲਾਹਾ ਲੈ ਸਕੀਆਂ? ਮੈਂ ਤਾਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਵੀ ਸੱਦੇ ਦਿੰਨੇ ਆਪਾਂ ਕਿ ਭਾਈ ਤੁਹਾਡੀ ਤਾਂ ਸਰਕਾਰ ਨਹੀਂ ਹੈਗੀ, ਤੁਸੀਂ ਇੱਕ ਡਾਟਾ ਦਿਓ ਕਿ ਤੁਹਾਡੀ ਗੁਜਰਾਤ ਵਾਲੀ ਸਰਕਾਰ ਨੇ ਕਿੰਨੀਆਂ ਕੁ ਮੈਚਿੰਗ ਗ੍ਰਾਂਟਾਂ ਵਾਲੀਆਂ ਸਕੀਮਾਂ ਕੇਂਦਰ ਤੋਂ ਲਈਆਂ ਤੇ ਲਾਗੂ ਕੀਤੀਆਂ, ਯੂਪੀ ਵਾਲੀ ਸਰਕਾਰ ਨੇ ਕਿੰਨੀਆਂ ਕੀਤੀਆਂ, ਬਿਹਾਰ ਵਾਲੀ ਨੇ ਕਿੰਨੀਆਂ ਕੀਤੀਆਂ, ਆਂਧਰ ਵਾਲੀ ਨੇ ਕਿੰਨੀਆਂ ਕੀਤੀਆਂ, ਹਰਿਆਣੇ ਵਾਲੇ ਨੇ ਕਿੰਨੀਆਂ ਕੀਤੀਆਂ, ਤੇ ਨਾਲ ਹੀ ਦੱਸ ਦਿਓ ਕਿ ਪੰਜਾਬ ਵਾਲੇ ਨੇ ਕਿਉਂ ਨਹੀਂ ਕੀਤੀਆਂ। ਅਸੀਂ ਵੀ ਸਵਾਲ ਪੁੱਛਣ ਜੋਗੇ ਹੋਈਏ ਤੇ ਸੂਬੇ ਦੇ ਲੋਕ ਵੀ ਸਵਾਲ ਪੁੱਛਣ ਜੋਗੇ ਹੋਣ। ਯਾਨੀ ਜੋ ਉਪਲਬਧ ਆ ਉਹ ਤਾਂ ਕੰਮ ਕਰੀਏ, ਪਰ ਜਿਸ ਹਿਸਾਬ ਦੇ ਨਾਲ ਮੋਹਰੇ ਖੂਹ ਹੈ, ਅੱਖਾਂ ਦੇ ਉੱਤੇ ਲੀਡਰਾਂ ਨੇ ਪੱਟੀ ਬੰਨ੍ਹ ਲਈ ਹੈ ਕਿ ਭਾਈ ਅਸੀਂ ਥੋੜ੍ਹੀ ਲਿਖਣਾ, ਅਸੀਂ ਖੜੇ ਰਹਿਣਾ ਸੀ, ਤਾਂ ਪੰਜਾਬ ਨੂੰ ਪਿੱਛੋਂ ਲਿਆ ਕੇ ਭੇਜ ਦੇਣਾ। ਹਾਂ ਨਹੀਂ, ਇਹ ਇਸ ਵਕਤ ਇਹ ਚਰਚਾ ਹੋ ਸਕਦਾ ਤੁਹਾਨੂੰ ਐਂ ਲੱਗੇ ਵੀ ਯਾਰ ਇਹ ਕਿੱਧਰ ਨੂੰ ਤੁਰ ਪੈਂਦੇ, ਕੋਈ ਤੱਤੀ ਗੱਲ ਸੁਣਾਓ ਵੀ ਫਲਾਣੇ ਨੇ ਫਲਾਣੇ ਦੀ ਲੱਤ ਖਿੱਚੀ ਤੇ ਢੀਂਗੜੇ ਨੂੰ ਠਿੱਬੀ ਲਾਈ। ਇਹ ਚਰਚਾਵਾਂ ਆਪਾਂ ਨੂੰ ਕਰਨੀਆਂ ਪੈਣੀਆਂ। ਜੇ ਸਟੇਟ ਦੇ ਵਿੱਚ ਲੋਕ ਨਹੀਂ ਚਰਚਾ ਕਰਨਗੇ ਤੇ ਲੀਡਰ ਕਿਉਂ ਕਰਨਗੇ? ਹੁਣ ਇਹਦੇ 'ਚ ਇੱਕ ਜ਼ਿਕਰ ਕਰੀਏ, ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਬੋਰਡ ਮੇਰਾ ਖਿਆਲ ਪੰਜਾਬ 'ਚ ਹਰੇਕ ਬੰਦੇ ਨੇ ਵੇਖੇ ਹੋਣੇ ਆ। ਹੁਣ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਵਿੱਚ ਮੋਦੀ ਸਾਹਿਬ ਤੋਂ ਪਹਿਲਾਂ ਦੀ ਸਕੀਮ ਚੱਲਦੀ ਉਹ। ਕੈਂਸਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕੈਂਸਰ ਦੇ ਵਿੱਚ ਜੇ ਕੇਂਦਰ ਸਰਕਾਰ ਦੀ ਗੱਲ ਕਰੀਏ, ਕੁਝ ਥਾਵਾਂ ਦੇ ਉੱਪਰ ਜਿਹੜੇ ਪਾਰਟੀਕੂਲਰ ਕੈਂਸਰ ਨੇ 5 ਲੱਖ ਤੱਕ ਦੀ ਗ੍ਰਾਂਟ ਕੇਂਦਰ ਦਿੰਦਾ ਜੀ, ਉਸ ਤੋਂ ਪਹਿਲਾਂ ਦੀ ਸਕੀਮ ਚੱਲਦੀ।
ਹੁਣ ਉਹ ਜਿੰਨੀਆਂ ਸਕੀਮਾਂ ਨੇ ਉਹਨਾਂ ਦਾ ਕਿੰਨੇ ਕੁ ਲੋਕ ਨੇ ਇੱਥੋਂ ਜਿਹੜੇ ਫਾਇਦਾ ਚੱਕ ਸਕਦੇ। ਹੁਣ ਇਹ ਤਾਂ ਹੈ ਨਹੀਂ ਵੀ ਸਿੱਧਾ ਇੱਥੋਂ ਵਿਚਾਰਾ ਕੋਈ ਪਿੰਡੋਂ ਵਿਚਾਰਾ ਉੱਠਿਆ ਵੀ ਭਿੱਖੀ ਪਿੰਡੋਂ ਬੱਸ ਫੜੀ ਤੇ ਅੰਮ੍ਰਿਤਸਰ ਬੱਸ ਅੱਡੇ ਜਾ ਕੇ ਤੇ ਉਹਨੇ ਆਖਿਆ ਵੀ ਕਿੱਧਰ ਚੱਲਿਆ ਬਾਪੂ, ਮੈਂ ਪ੍ਰਧਾਨ ਮੰਤਰੀ ਵਾਲੇ ਪੈਸੇ ਲੈਣ ਚੱਲੇ। ਉਹਨੂੰ ਥੋੜ੍ਹਾ ਪਤਾ ਤੈਨੂੰ ਕਿੱਥੋਂ ਮਿਲਣੇ ਵੀ ਯਾਰ ਜੇ ਮਿਲਦੇ ਨੇ ਤਾਂ ਤੁਸੀਂ ਘੱਟੋ ਘੱਟ ਉਹੀ ਪਹੁੰਚਾ ਦਿਓ ਲੋਕਾਂ ਤੱਕ। ਅਦਰਵਾਈਜ਼ ਆਪਾਂ ਆਖਦੇ ਵੀ ਖਜ਼ਾਨਾ ਖਾਲੀ, ਖਜ਼ਾਨਾ ਤੁਹਾਡਾ ਖਾਲੀ ਰਹਿਣ ਦਿਓ ਯਾਰ, ਪਰ ਜਿੱਥੇ ਹੈਗੇ ਉੱਥੋਂ ਹੀ ਦੇ ਦਿਓ। ਜ਼ਰੂਰੀ ਹੈ ਸੰਧਾਲੀਆ ਸਾਹਿਬ, ਮੈਂ ਤਾਂ ਇਹ ਕਹਿੰਦਾ ਕਿ ਜਿੰਨੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ 2 ਅਕਾਲੀਆਂ ਦੇ ਆ, 1 ਆਮ ਆਦਮੀ ਪਾਰਟੀ ਦਾ, 2 ਸੁੱਖ ਨਾਲ ਬੀਜੇਪੀ ਦੇ ਆ, ਬਾਕੀ ਕਾਂਗਰਸ ਦੇ ਆ। ਸਾਰੇ MP ਸਾਹਿਬ ਜਿਹੜੇ ਆ ਉਹਨਾਂ ਨੂੰ ਪੁੱਛੋ, ਤੁਸੀਂ ਕੇਂਦਰ 'ਚੋਂ ਚਾਹੇ ਤੁਸੀਂ ਵਿਰੋਧੀ ਹੋ ਚਾਹੇ ਸੱਤਾਧਾਰੀ ਹੋ, MP ਸਾਹਿਬਾਨ ਨੂੰ ਅਸੀਂ ਬੇਨਤੀ ਕਰਦੇ 2 ਦਿਨ ਲਾਓ, ਨਾਲੇ ਤੁਸੀਂ ਕਿਹੜਾ ਆਪ ਲਾਉਣੇ, ਤੁਹਾਡੇ ਕੋਲ ਸਟਾਫ ਹੈਗਾ ਹੀ। ਜਿੰਨੀਆਂ ਕੇਂਦਰ ਦੀਆਂ ਸੂਬਿਆਂ ਦੇ ਨਾਲ ਮੈਚਿੰਗ ਗ੍ਰਾਂਟ ਵਾਲੀਆਂ ਸਕੀਮਾਂ ਤੁਸੀਂ ਲਿਸਟਾਂ ਜਾਰੀ ਕਰੋ, ਤੁਸੀਂ ਲਿਸਟਾਂ ਜਾਰੀ ਕਰ ਦਿਓ, ਲੋਕਾਂ ਨੇ ਆਪੇ ਹੀ ਸਵਾਲ ਪੁੱਛ ਲੈਣੇ ਆ। ਤੇ ਜੇ ਲੋਕ ਸਵਾਲ ਪੁੱਛ ਲੈਣਗੇ ਤਾਂ ਕੰਮ ਜਿਹੜਾ ਉਹ ਸੂਤਰ ਹੋ ਜਾਊਗਾ, ਨਹੀਂ ਤਾਂ ਫਿਰ ਕੰਮ ਜਿਹੜਾ ਦੂਜੇ ਪਾਸੇ ਤੋਂ ਹੈਗਾ। ਆਪਾਂ ਨੂੰ ਖਬਰ ਕੋਈ ਹੋਰ ਕਰੀਏ ਨਹੀਂ, ਖਬਰ ਵਾਲੇ ਪਾਸੇ ਚੱਲ ਜਾਈਏ। ਇੱਕ ਗੱਲ ਬਸ ਯਾਦ ਕਰਾਉਣੀ ਆ, ਆਪਾਂ ਨਾ ਭੁੱਲ ਜਾਂਦੇ ਹਾਂ। ਹੁਣ ਵਾਲੀ ਸਰਕਾਰ ਵੇਲੇ ਵੀ ਕਦੀ ਕਦਾਈ ਖਬਰ ਆਈ ਸੀ, ਪਿਛਲੀਆਂ ਸਰਕਾਰਾਂ ਵੇਲੇ ਵੀ ਆਉਂਦੀਆਂ ਰਹੀਆਂ ਵੀ ਕੇਂਦਰ ਨੇ ਇੱਕ ਚਿੱਠੀ ਪਾਈ ਆ ਵੀ ਅਸੀਂ ਤੁਹਾਨੂੰ ਪੈਸੇ ਘੱਲੇ ਸੀ, ਉਹਨਾਂ ਦਾ ਹਿਸਾਬ ਦਿਓ। ਆਉਂਦੀਆਂ ਸੀ ਨਾ ਚਿੱਠੀ। ਫਿਰ ਇੱਥੇ ਇੱਧਰ ਉੱਧਰ ਗੱਲ ਧੁਖਦੀ ਹੁੰਦੀ ਸੀ ਵੀ ਪੈਸੇ ਕਿਹੜੇ, ਕਹਿੰਦੇ ਜੀ ਆਏ ਤਾਂ ਸੀਗੇ ਉਹ, ਕਹਿੰਦੇ ਜੀ ਉਹ ਫਲਾਨੀ ਸਕੀਮ ਲਿਆ ਇਹ, ਫਿਰ ਯਾਰ ਉਹ ਤਾਂ ਇੱਧਰ ਵਰਤ ਲਏ ਹੁਣ ਫਿਰ ਕੀ ਕਰੀਏ, ਚੱਲ ਕੋਈ ਨਹੀਂ ਗੁੱਛੀ ਮਾਰ ਜੋ, ਕਿਹੜਾ ਕੋਈ ਪੁੱਛਦਾ ਜੀ। ਇਹ ਜਿਨ੍ਹਾਂ ਨੇ ਵੀ ਕੰਮ ਕੀਤੇ ਆ ਉਹਨਾਂ ਦੀ ਕੀ ਮਜਬੂਰੀ ਸੀ, ਜਾਂ ਕਿਹੜੇ ਅਫਸਰ ਸਾਹਿਬ ਨੇ ਸਲਾਹ ਦਿੱਤੀ ਵੀ ਜਨਾਬ ਇੱਧਰੋਂ ਇੰਨਾ 100 ਆਇਆ ਜੇ, ਤੇ ਆਪਾਂ ਗੁੱਛੀ ਕਰਕੇ 75 ਇੱਧਰ ਵਰਤ ਲੈਣੇ ਆ, 25 ਇੱਧਰ ਪਾ ਨੇ, ਬਾਕੀ ਵੇਖੀਏ ਉਹ ਕਿਹੜਾ ਕੋਈ ਪੁੱਛਦਾ। ਜੇ ਆਪਾਂ ਉਹ ਕੰਮ ਕੀਤੇ ਆ ਉਦੋਂ ਤੇ ਘੱਟੋ ਘੱਟ ਹੁਣ ਹੀ ਸੁਧਾਰ ਲਈਏ। ਨਹੀਂ ਜ਼ਰੂਰੀ ਹੈ ਸੰਧਾਲੀਆ ਸਾਹਿਬ, ਮੈਂ ਤਾਂ ਇਹ ਵੀ ਕਹਿੰਦਾ ਭਾਰਤੀ ਜਨਤਾ ਪਾਰਟੀ ਦੇ ਲੀਡਰ ਪੰਜਾਬ ਦੇ ਵਿੱਚ ਅੱਜ ਕੱਲ੍ਹ ਉਹ ਸਰਕਾਰ ਦਾ ਦਾਅਵਾ ਕਰਦੇ ਆ ਕਿ ਸਾਡੀ ਸਰਕਾਰ ਬਣਨੀ ਹੈ। ਸੁਖਨਾ ਰੋਜ਼ ਹੀ ਬਰਾਤ ਲੀਡਰਾਂ ਦੀ ਭਾਰਤੀ ਜਨਤਾ ਪਾਰਟੀ ਦੇ ਵਿਹੜੇ ਜਾ ਕੇ ਬਹਿ ਜਾਂਦੀ ਹੈ ਜੀ, ਅਸੀਂ ਤਾਂ ਮੇਲ ਵਾਲੇ ਪਾਸੇ ਹੀ ਆ, ਉਹ ਕਹਿੰਦੇ ਨਾ ਸਾਨੂੰ ਉੱਧਰੋਂ ਨਾ ਸਮਝੋ, ਅਸੀਂ ਤਾਂ ਉਹਦੀ ਖੁਸ਼ੀਨਾਮੇ ਜਾਣੀ ਇੰਨੇ ਚੜ੍ਹਦੀ ਕਲਾ 'ਚ ਆਏ ਆ। BJP ਦੀ ਲੀਡਰਸ਼ਿਪ ਦੇ ਲਈ ਬੜਾ ਵਧੀਆ ਕੰਮ ਹੈ ਕਿ ਭਾਈ ਤੁਸੀਂ ਮੌਜੂਦਾ 5 ਸਾਲ ਸਰਕਾਰ ਜੋ ਫਾਇਦੇ ਲੈ ਸਕਦੀ ਸੀ ਕੇਂਦਰ ਤੋਂ ਬਾਕੀ ਸੂਬਿਆਂ ਨੂੰ ਲਏ, ਤੁਸੀਂ ਉਹ ਦੱਸ ਦਿਓ, ਨਾਲ ਹੀ ਉਹ 31,000 ਕਰੋੜ ਵਾਲਾ ਵੀ ਦੱਸ ਦਿਓ। ਚਾਹੇ ਤੁਸੀਂ ਉਦੋਂ ਭਾਈਵਾਲੀ ਸੀ, ਤੁਸੀਂ ਕਹਿੰਦੇ ਸਾਡੀ ਤਾਂ ਪੁੱਛਦੇ ਹੀ ਨਹੀਂ ਸੀ ਕਿ ਕੀ ਕਿਸੇ ਹੋਰ ਕੰਮ ਦੇ ਲਈ ਲਏ ਪੈਸੇ ਇਸ ਤਰੀਕੇ ਕਰਜ਼ੇ ਦੇ ਰੂਪ ਦੇ ਵਿੱਚ ਵਟਾਏ ਜਾ ਸਕਦੇ ਆ, ਕੀ ਇਦਾਂ ਕੀਤਾ ਜਾ ਸਕਦਾ? ਜਾਂ ਤੁਸੀਂ ਕੇਂਦਰ ਦੀਆਂ ਹੋਰ ਸਕੀਮਾਂ ਡਿਸਪਲੇ ਕਰ ਦਿਓ ਕਿ ਭਾਈ ਸਾਡੀ ਕੇਂਦਰ 'ਚ ਵੀ ਸਰਕਾਰ ਹੈ, ਅਸੀਂ ਤਾਂ ਪੰਜਾਬ ਦੇ ਲੋਕਾਂ ਨੂੰ ਜੇ ਸੂਬੇ ਸਰਕਾਰ ਇੱਦਾਂ ਫਾਇਦੇ ਦੇਵਾਂਗੇ, ਲੋਕ ਵੋਟ ਪਾਉਣ ਨਾ ਪਾਉਣ, ਅਵੇਅਰਨੈਸ ਹੋ ਜਾਊ। ਇਹ ਬਿਲਕੁਲ ਹੁੰਦੀ ਆ। ਦੂਜੀ ਕੀ ਬੇਨਤੀ ਨਾ, ਕਈ ਵਾਰ ਸੁਖਬੀਰ ਬਾਦਲ ਸਾਹਿਬ ਜ਼ਿਕਰ ਕਰ ਦਿੰਦੇ ਕਰਜ਼ੇ ਤੋਂ। ਯਾਰ ਕਰਜ਼ਾ ਲੈਣਾ ਕਿਤੇ ਕੋਈ ਵੱਡੀ ਗੱਲ ਹੈ? ਜਿਹੜੇ ਬੰਦੇ ਨੇ ਤਰੱਕੀ ਕਰਨੀ ਨੂੰ ਕਰਜ਼ਾ ਲੈਣਾ ਪੈਣਾ। ਸਾਡੇ ਤੋਂ ਜ਼ਿਆਦਾ ਸਟੇਟਾਂ ਨੇ ਕਰਜ਼ਾ ਲਿਆ। ਮੈਂ ਨਾ ਵੀ ਚਲੋ ਲਿਆ ਹੋਊ, ਮੰਨ ਲਓ ਵੀ ਇੱਕ ਬੰਦਾ ਕਾਰੋਬਾਰੀ ਆ, 10 ਉਹਦੀਆਂ ਅੱਗੇ ਫੈਕਟਰੀਆਂ ਚੱਲਦੀਆਂ, 11ਵੀਂ ਲਈ ਉਹਨੇ ਕਰਜ਼ਾ ਲੈ ਲਿਆ। ਤੇ ਜਿਹਦੀਆਂ ਵੀਰ ਜੀ ਅੱਗੇ ਹੀ 10 ਦੀਆਂ 10 ਦੁਕਾਨਾਂ ਬੰਦ ਹੋਈਆਂ ਤੇ ਉਦੋਂ ਆ ਕੇ ਮੈਂ ਰੇਹੜੀ ਲਾਉਣੀ, ਹੁਣ ਇਹਦੇ ਲਈ ਕਰਜ਼ਾ ਲੈ ਲਈਏ। ਤੇ ਅਗਲਾ ਬੰਦਾ ਰੇਹੜੀ ਦੇ ਆਖੇ ਵੀ ਰੇਹੜੀ ਦੇ ਲੈ ਲਈ, ਹੁਣ ਕਹਿੰਦਾ ਯਾਰ ਕੇਲੇ ਲਿਆਉਣੇ ਹੈਗੇ 10 ਹੁਣ ਕੇਲੇ ਫੇਰ ਸਾਂਝ ਪਾ ਲੈਣੀ, ਰੇਹੜੀ ਮੇਰੀ ਕੇਲੇ ਤੇਰੇ। ਆਹੋ ਜੇ ਆਪਾਂ ਉਸ ਕੰਮ ਦੇ ਵਿੱਚ ਪੈ ਜਾਣਾ ਤੇ ਫਿਰ ਉਹ ਕਰਜ਼ਾ ਨਹੀਂ ਮੁੜਨਾ। ਇਸ ਕਰਕੇ ਜ਼ਰੂਰ ਸੋਚੀਏ ਵੀ ਠੀਕ ਹੈ, ਕਰਜ਼ਾ ਲੈਣ ਦੀ ਲੋੜ ਹੈਗੀ ਆ ਪੰਜਾਬ ਨੂੰ, ਹੈਗੀ ਤਾਂ ਆ ਜੇ ਆਪਾਂ ਪਹਿਲਾਂ ਸਾਰਾ ਕੁਝ ਸੈੱਟ ਕਰ ਲਿਆ ਵੀ ਸਾਰੀਆਂ ਇਨਕਮਾਂ ਜਿਹੜੀਆਂ, ਸਾਰੇ ਸੋਰਸਿਸ ਜਿਹੜੇ ਨੇ ਉਹ ਪੰਜਾਬ ਲਈ ਆਉਂਦੇ ਨੇ, ਪੰਜਾਬ ਦੇ ਖਜ਼ਾਨੇ 'ਚ ਪੈਂਦੇ ਨੇ। ਵਰਲਡ ਬੈਂਕ ਦੂਜੀਆਂ ਤੀਜੀਆਂ ਬੈਂਕਾਂ ਵਾਲੇ ਖੁਸ਼ ਨੇ, ਉਹ ਕਹਿੰਦੇ ਵੀ ਯਾਰ ਪੈਸੇ ਤੁਹਾਡੇ ਕੋਲ ਹੈਗੇ, ਮੈਥੋਂ ਹੁਣ ਤੁਸੀਂ ਆਹ ਵੀ ਲਾਓ, ਫਿਰ ਤਾਂ ਲਾਓ ਕਰਜ਼ਾ। ਜਸਵਿੰਦਰ ਭੱਲਾ ਇੱਕ ਵਾਰੀ ਉਸ ਕਿੱਟ ਸੀ ਉਹਨਾਂ ਦੀ ਕੋਈ ਲੰਬੀ ਚੌੜੀ ਜੀ, ਮੈਨੂੰ ਲੱਗਦਾ ਕਿ ਉਹ ਪੰਜਾਬ ਦੇ ਲੀਡਰ ਉੱਦਾਂ ਹੀ ਕਰਦੇ ਆ ਕੇਂਦਰ ਤੋਂ, ਜਾਣੀ ਉਹ ਕਹਿੰਦਾ ਸੀ ਕਿਸੇ ਨਾਲ ਸਾਂਝ ਪਾ ਲਈ ਉਹਨੇ ਕਿ 10 ਬਈ ਆਪਾਂ ਸਾਂਝੀ ਅੱਧੀ ਕਹਿੰਦਾ ਜੀ 10 ਕੀ ਫੇ, ਉਹ ਕਹਿੰਦਾ ਆਪਾਂ ਤਾਂ ਫਸਲ ਦਾ ਜਿਹੜਾ ਹੇਠਲਾ ਹਿੱਸਾ ਜ਼ਮੀਨ ਦੇ ਥੱਲੇ, ਕਿਉਂਕਿ ਉਹਨੂੰ ਲੱਗਦਾ ਆਲੂ ਬੀਜੂਗਾ, ਉਹ ਕਹਿੰਦਾ ਕੋਈ ਗੱਲ ਨਹੀਂ ਚੱਲ ਠੀਕ ਹੈ, ਉਹ ਝੋਨਾ ਬੀਜ ਦਿੰਦਾ, ਉੱਪਰੋਂ ਝੋਨਾ, ਉਹ ਕਹਿੰਦਾ ਮੁੜ ਕੇ ਉਹ ਮੁੰਜਣਾ ਉੱਪਰੋਂ ਲਾਹ ਕੇ ਲੈ ਜਾਂਦਾ ਤਾਂ ਮਗਰੋਂ ਟਾਂਡੇ ਹੀ ਛਾਣਦਾ ਫਿਰੇ। ਇਹ ਲੀਡਰ ਉੱਪਰੋਂ ਪੈਸੇ ਲੈ ਆਉਂਦੇ ਆ ਜਿੰਨੇ ਕੁ ਉਹਨਾਂ ਨੂੰ ਲੋੜ ਹੁੰਦੀ ਆ, ਤੇ ਥੱਲੇੋਂ ਫਿਰ ਲੋਕ ਮਿੱਟੀ ਮੁੱਟੀ ਪੱਟਦੇ ਫਿਰਦੇ ਆ, ਫਸਲ ਉੱਪਰੋਂ ਵੱਢ ਕੇ ਲੈਂਦੇ ਕਮਾਈ ਦੇ ਨਾਲ। ਆ ਨਹੀਂ ਜੀ, ਇਹ ਅਸੀਂ ਬੇਨਤੀ, ਚਲੋ ਅੱਜ ਵਾਹਵਾ ਗੱਲਾਂ ਆਪਣੀ ਇਸ ਪਾਸੇ ਹੋ ਗਈਆਂ, ਆਪਾਂ ਨੂੰ ਇਹ ਕਿਉਂ ਲੱਗਦਾ ਵੀ ਅੱਜ ਕੋਈ ਅਰਥ ਸ਼ਾਸਤਰੀ ਚੁੰਡੀ ਵੱਢ ਗਏ ਆਪਾਂ ਨੂੰ? ਇਹ ਨਹੀਂ ਪਤਾ, ਇਹ ਤਾਂ ਦੇਖੋ ਕਿਰਪਾ ਹੀ ਆ ਜੀ। ਚਲੋ ਕਿਤੇ ਕਿਸੇ ਵੇਲੇ ਕਿਤੇ ਅੱਖ ਖੁੱਲ ਜਾਂਦੀ ਹੈ ਨਾ। ਅੱਜ ਤੁਸੀਂ ਕਿਤੇ ਹਰੀ ਚਟਨੀ ਤਾਂ ਨਹੀਂ ਖਾਧੀ, ਤੁਹਾਨੂੰ ਕਿਰਪਾ ਹੋ ਗਈ ਤੁਹਾਡੇ ਉੱਤੇ। ਨਹੀਂ ਹਰੀ ਚਟਨੀ ਨਹੀਂ, ਅੱਜ 5 ਵਜੇ ਬਰਫ਼ ਚੁੱਕੀ ਹੈ, ਉਹ ਕਿਤੇ ਨਾ ਕਿਤੇ ਠੰਡੇ ਥਾਂ ਪੈ ਗਈ ਕਿਤੇ ਸਿਰ 'ਚ, ਤੇ ਥੋੜ੍ਹਾ ਜਿਹਾ ਦਿਮਾਗ ਠੰਡਾ ਹੋਇਆ। ਅੱਛਾ ਗੱਲ ਇਹ ਆ ਵੀ ਆਪਾਂ ਹੁਣ ਖਬਰਾਂ ਵਾਲੇ ਪਾਸੇ ਆਈਏ। ਇੱਕ ਤੇ ਮਜੀਠੀਆ ਸਾਹਿਬ ਦੀ ਜ਼ਮਾਨਤ ਅਗਾਊਂ ਅੱਗੇ ਪੈ ਗਈ ਆ, 5 ਜਨਵਰੀ ਨੂੰ ਜਾ ਕੇ ਸੁਣਵਾਈ ਹੋਣੀ ਜੀ। ਹੁਣ ਕੁਝ ਲੋਕ ਇਹਨੂੰ ਇਹ ਕਹਿੰਦੇ ਆ ਵੀ 5 ਜਨਵਰੀ ਤੱਕ ਸੁਣਵਾਈ ਅੱਗੇ ਪੈ ਗਈ, ਚਲੋ ਮਸਲਾ ਹੱਲ ਹੋ ਗਿਆ। ਪਰ ਮੈਨੂੰ ਇਹ ਲੱਗਦਾ ਵੀ ਜਦ ਤੱਕ ਜ਼ਮਾਨਤ ਅੱਗੇ ਪਈ ਏ, ਵਾਰੰਟ ਤੇ ਐਜ਼ ਇਟ ਇਜ਼ ਹੀ ਨੇ। ਫਿਰ ਸੰਧਾਲੇ ਸਾਹਿਬ ਇਹੀ ਸਭ ਤੋਂ ਵੱਡਾ ਮਸਲਾ, ਦੇਖੋ ਅੱਗੇ ਕਿਉਂ ਪਈ ਹੈ? ਕੁਝ ਲੋਕਾਂ ਨੇ ਰੌਲਾ ਪਾਤਾ ਜੀ ਉਹ ਰੱਦ ਹੋ ਗਈ, ਰੱਦ ਕੁਛ ਨਹੀਂ ਹੋਈ। ਹਾਈ ਕੋਰਟ ਦੇ ਵਿੱਚ ਉਹਨਾਂ ਨੇ ਬੇਨਤੀ ਕੀਤੀ ਸੀ, ਮੁਹਾਲੀਓਂ ਰਿਜੈਕਟ ਹੋਈ ਸੀ ਪਹਿਲਾਂ, ਹਾਈ ਕੋਰਟ ਨੇ ਤਰੀਕ ਦੇ ਦਿੱਤੀ ਕਿ ਭਾਈ ਆ ਜਾਇਓ। ਵਕੀਲ ਪੰਜਾਬ ਸਰਕਾਰ ਨੇ ਵੀ ਸੁੱਖ ਨਾਲ ਸਿਰੇ ਵਾਲਾ ਦਿੱਲੀੋਂ ਕੀਤਾ, ਤੇ ਮਜੀਠੀਆ ਸਾਹਿਬ ਨੇ ਵੀ ਦਿੱਲੀੋਂ ਵੱਡੇ ਵਕੀਲ ਕੀਤੇ ਹੋਏ ਸਿਰੇ ਦੇ।
ਹੁਣ ਦੋਨਾਂ ਵਕੀਲਾਂ ਨੇ ਉੱਥੋਂ ਆਉਣਾ ਸੀ ਕੋਵਿਡ ਦੇ ਵਿੱਚ, ਕਿਉਂਕਿ ਆਨਲਾਈਨ ਚੱਲੀ ਜਾਂਦਾ ਸੀ ਵੀਡੀਓ ਕਾਨਫਰੰਸਿੰਗ ਦੇ ਰਾਹੀਂ। ਉਹਨਾਂ ਨੂੰ ਲੱਗਾ ਕਿ ਭਾਈ ਐਤਕੀ ਵੀ ਕੰਮ ਹੋ ਜੂ। ਉੱਥੇ ਦੋਨਾਂ ਹੀ ਸਰਕਾਰ ਦੇ ਵਕੀਲ ਤੇ ਮਜੀਠੀਆ ਸਾਹਿਬ ਦੇ ਵਕੀਲ ਕਹਿੰਦੇ ਜੀ ਵੀਡੀਓ, ਉਹ ਕਹਿੰਦੇ ਨਾ ਫਿਜ਼ੀਕਲੀ ਪ੍ਰੈਜ਼ੈਂਟ ਹੋਣਾ ਜ਼ਰੂਰੀ ਹੈ, ਇੰਪਾਰਟੈਂਟ ਕੇਸ ਹੈ। ਤੇ ਉੱਥੇ ਉਹ ਕਹਿੰਦੇ ਜੀ ਬੰਦੇ ਤਾਂ ਸਾਡੇ ਹੈ ਨਹੀਂ। ਕਹਿੰਦੇ ਕੋਈ ਗੱਲ ਨਹੀਂ, ਫਿਰ 5 ਜਨਵਰੀ ਨੂੰ ਆ ਜਾਓ। ਉਹਨਾਂ ਨੇ ਤਰੀਕ ਅੱਗੇ ਪਾਤੀ। 5 ਜਨਵਰੀ ਦਾ ਮਤਲਬ ਇਹ ਹੈ ਕਿਉਂਕਿ ਮੰਨਿਆ ਜਾਂਦਾ ਸੀ ਕਿ ਜੇ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ, ਮਜੀਠੀਆ ਸਾਹਿਬ ਪ੍ਰੈਸ ਕਾਨਫਰੰਸ ਕਰਨਗੇ, ਅਕਾਲੀ ਦਲ ਰੈਲੀਆਂ ਦਾ ਸਿਲਸਿਲਾ ਦੁਬਾਰਾ ਸ਼ੁਰੂ ਕਰੂ, ਕਿਉਂਕਿ ਹੁਣ ਸੁਖਬੀਰ ਸਿੰਘ ਬਾਦਲ ਇਕੱਲੇ ਹੀ ਕਰਦੇ ਆ ਰੈਲੀਆਂ, ਫਿਰ 2 ਬੰਦੇ ਹੋ ਜਾਣਗੇ ਵੱਖੋ ਵੱਖਰੇ ਥਾਂ ਦੇ ਉੱਤੇ। ਇੱਦਾਂ ਹੋ ਨਹੀਂ ਸਕਿਆ। ਤੇ ਦੂਸਰਾ, ਹੁਣ 5-6 ਦਿਨ ਪੰਜਾਬ ਸਰਕਾਰ ਨੂੰ ਹੋਰ ਮਿਲ ਗਿਆ ਲੱਭਣ ਨੂੰ ਕਿ ਭਾਈ ਆਪਾਂ ਕੋਸ਼ਿਸ਼ ਕਰਦੇ ਹਾਂ, ਰਾਜਸਥਾਨ ਯੂਪੀ ਦੇ ਵਿੱਚ ਛਾਪੇ ਮਾਰੇ ਜਾ ਰਹੇ, ਕੁਝ ਹੋਰ ਥਾਵਾਂ ਖੰਗਾਲਣੀਆਂ। ਹੁਣ ਇਹ ਵੀ ਪਤਾ ਲੱਗਿਆ ਕਿ ਜਿਹੜਾ ਇੱਕ ਦੋਸ਼ ਲੱਗਦਾ ਸੀ, ਆਮ ਹੀ ਲੀਡਰ ਲਾਉਂਦੇ ਆ ਜੀ, ਕੁਝ NRI ਸੀ ਜਿਹੜੇ ਇਹਨਾਂ ਦੇ ਕੋਲ ਆਉਂਦੇ ਸੀ, ਸਰਕਾਰੀ ਗੈਸਟ ਹਾਊਸਾਂ ਦੇ ਵਿੱਚ ਠਹਿਰਦੇ ਸੀ। ਇੱਕ ਇਹ ਵੀ ਰੌਲਾ ਪੈਂਦਾ ਜੀ ਸਰਕਾਰੀ ਮਹਿਮਾਨ ਬਣਾਏ ਗਏ ਸੀ, ਸਟੇਟ ਗੈਸਟ ਬਣਾਏ ਗਏ ਸੀ। ਹੁਣ ਪਤਾ ਲੱਗਾ ਕਿ ਸਰਕਾਰ ਨੇ ਜਿੰਨੇ ਗੈਸਟ ਹਾਊਸ ਨੇ ਪੰਜਾਬ ਦੇ, ਉਹਨਾਂ ਸਾਰਿਆਂ ਤੋਂ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਕਿ ਕੀ ਉਹ 2 ਬੰਦੇ ਕਦੇ ਤੁਹਾਡੇ ਕੋਲ ਆ ਕੇ ਰਹੇ ਨੇ? ਜੇ ਰਹੇ ਨੇ, ਕੀ ਆਪਣੇ ਨਾਂ ਤੇ ਰਹੇ ਆ ਜਾਂ ਕਿਸੇ ਹੋਰ ਦੇ ਨਾਂ ਤੇ ਰਹੇ ਆ? ਜੇ ਜਿਹਦੇ ਨਾਂ ਤੇ ਰਹੇ ਆ, ਫਿਰ ਉਧਰਲੇ ਪਾਸੇ ਸ਼ਿਕੰਜਾ ਕੱਸਿਆ ਜਾਊ। ਉਹਨਾਂ ਮਹਿਮਾਨਾਂ ਦੀਆਂ ਸੂਚੀਆਂ ਵੀ ਖੰਗਾਲੀਆਂ ਜਾ ਰਹੀਆਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਸਟੇਟ ਗੈਸਟ ਬਣੇ ਆ, ਕਿ ਉਹਨਾਂ ਨੂੰ ਕੇਸ ਆਧਾਰ ਤੇ ਸਟੇਟ ਗੈਸਟ ਬਣਾਇਆ ਗਿਆ ਸੀ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਕਹਿੰਦੇ ਆ ਕੋਈ ਸਮਾਗਮ ਹੋਇਆ ਸੀ। ਇਹ ਚਰਚੇ ਨੇ ਕਿ ਵੱਖ-ਵੱਖ ਥਾਵਾਂ ਤੋਂ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਜੇ ਇੱਕ ਪਾਸੇ ਮਜੀਠੀਆ ਸਾਹਿਬ ਲਾਂਭੇ ਨੇ, ਤਾਂ ਦੂਸਰੇ ਪਾਸੇ ਰੌਲਾ ਤੇ ਇਸ ਗੱਲ ਦਾ ਵੀ ਪੈਂਦਾ ਨਾ ਕਿ ਭਾਈ ਇੰਨੇ ਦਿਨ ਹੋ ਗਏ ਤੁਸੀਂ ਫੜ ਕਿਉਂ ਨਾ ਸਕੇ? ਇਕੱਲੇ ਬਿਆਨ ਆਉਂਦੇ ਆ। ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਮੁਕਾਬਲੇ ਮਜੀਠਾ ਹਲਕੇ ਤੋਂ ਚੋਣ ਲੜਦੇ ਹੁੰਦੇ ਆ ਲਾਲੀ ਮਜੀਠੀਆ ਸਾਹਿਬ। ਹੁਣ ਲਾਲੀ ਮਜੀਠੀਆ ਹੋਰੀ ਜਿਹੜੇ ਆ, ਉਹਨਾਂ ਨੇ ਅਸਤੀਫਾ ਦਿੱਤਾ ਪਨਗਰੇਨ ਦੇ ਚੇਅਰਮੈਨ ਦੇ ਅਹੁਦੇ ਤੋਂ ਕਿ ਭਾਈ ਮੈਂ ਅਜੇ ਕਾਂਗਰਸ ਦੇ ਵਿੱਚ ਹੈਗਾ, ਪਰ ਮੈਂ ਚੇਅਰਮੈਨ ਨਹੀਂ ਰੱਖਣੀ। ਉਹਨਾਂ ਨੇ ਇੱਕ ਕਾਰਨ ਦੱਸਿਆ। ਉਹ ਕਹਿੰਦੇ ਪਹਿਲੀ ਗੱਲ ਤਾਂ ਇਹ ਆ ਕਿ ਦਖਲਅੰਦਾਜ਼ੀ ਕੀਤੀ ਜਾ ਰਹੀ ਹਲਕੇ 'ਚ। ਦੂਸਰਾ, ਉਹ ਕਹਿੰਦੇ ਕਿ ਸੂਬੇ ਦੀ ਸਿਕਿਉਰਿਟੀ ਸੀ ਮਜੀਠੀਆ ਸਾਹਿਬ ਦੇ ਨਾਲ ਕੁਝ, ਤੇ ਜਦੋਂ ਤੁਹਾਨੂੰ ਪਤਾ ਸੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਤੇ ਮੁੱਖ ਮੰਤਰੀ ਚੰਨੀ ਸਾਹਿਬ ਕਿ ਤੁਸੀਂ FIR ਕਰਨ ਲੱਗੇ ਆ, ਤੁਹਾਡੇ ਸੂਬੇ ਦੀ ਸਿਕਿਉਰਿਟੀ ਹੋਵੇ, ਤੁਸੀਂ ਚੀਫ ਹੋਵੋ, ਫਿਰ ਬੰਦਾ ਫਰਾਰ ਕਿੱਦਾਂ ਹੋ ਜਾਵੇ? ਕਹਿੰਦੇ ਮੈਂ ਸਵਾਲ ਪੁੱਛਦਾ, ਇਹ ਜਾਣੀ ਕਾਂਗਰਸ ਪਾਰਟੀ ਦੇ ਮਜੀਠਾ ਹਲਕੇ ਤੋਂ 2 ਵਾਰ ਦੇ ਕੈਂਡੀਡੇਟ ਜਿਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਚੋਣ ਲੜੀ ਸੀ, ਉਹ ਲਾਲੀ ਮਜੀਠੀਆ ਸਾਹਿਬ ਨੇ ਸਵਾਲ ਕੀਤਾ। ਕਹਿੰਦੇ ਜਦ ਤੁਹਾਡੀ ਵੀ ਸਿਕਿਉਰਿਟੀ ਉਹਨਾਂ ਦੇ ਨਾਲ ਸੀ ਤਾਂ ਉਹ ਫਰਾਰ ਕਿੱਦਾਂ ਹੋ ਗਏ? ਉਹ ਖਿਸਕ ਕਿੱਦਾਂ ਸਕਦੇ ਆ? ਤੁਸੀਂ ਇੰਨੀ ਢਿੱਲ ਕਿਉਂ ਕੀਤੀ? ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ। ਨਹੀਂ, ਇਹ ਇਕੱਲੇ ਉਹ ਨਹੀਂ ਕਹਿੰਦੇ, ਇਹ ਤਾਂ ਆਮ ਆਦਮੀ ਪਾਰਟੀ ਵਾਲੇ ਚੀਮਾ ਸਾਹਿਬ ਹੀ ਕਹਿੰਦੇ ਆ। ਠੀਕ ਹੈ, ਸੇਮ ਡਿੱਟੋ ਆਹੀ ਗੱਲਾਂ ਉਹ ਕਰਦੇ। ਕਹਿੰਦੇ ਕਮਾਲ ਹੋ ਗਈ, ਮਤਲਬ ਤੁਸੀਂ ਇਹ ਥੋੜ੍ਹਾ ਵੀ ਕੋਈ ਆਮ ਸਧਾਰਨ ਬੰਦਾ ਸੀ ਜਿਹਨੂੰ ਕੋਈ ਜਾਣਦਾ ਨਹੀਂ। ਕਹਿੰਦੇ ਵੀ ਜਿਨ੍ਹਾਂ ਨੂੰ ਹਰੇਕ ਕੋਈ ਜਾਣਦਾ, ਹਰ ਕੋਈ ਪਛਾਣਦਾ। ਤੇ ਰਹੀ ਗੱਲ ਸਿਕਿਉਰਿਟੀ ਦੀ, ਨਾਲ ਬੰਦਿਆਂ ਦੀ ਵੀ ਪਲ ਪਲ ਦੀ ਖਬਰ ਤੁਹਾਨੂੰ ਪਤਾ ਹੁੰਦੀ ਵੀ ਕਿੱਥੇ ਗਏ, ਕਦੋਂ ਗਏ, ਕਿੱਥੇ ਜਾਣਾ, ਕਿੱਥੇ ਪਹੁੰਚਣਾ, ਕੱਲ੍ਹ ਦਾ ਪ੍ਰੋਗਰਾਮ ਕੀ, ਪਰਸੋਂ ਦਾ ਪ੍ਰੋਗਰਾਮ ਕੀ, ਇਹ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਜੇ ਤੁਸੀਂ ਨਹੀਂ ਕੁਝ ਕਰ ਰਹੇ, ਇਹਦਾ ਮਤਲਬ ਸਿਰਫ ਤੇ ਸਿਰਫ FIR ਇੱਕ ਡਰਾਮਾ ਤੇ ਕਿਤੇ ਨਾ ਕਿਤੇ ਕੁਛ ਨਾ ਕੁਛ ਮਿਲੀ ਭੁਗਤ ਚੱਲਦੀ ਪਈ ਹੈ ਜੀ। ਹੁਣ ਇਹ ਮਿਲੀ ਭੁਗਤ ਵਾਲੇ ਰੌਲੇ ਤੋਂ ਇੱਕ ਟਵੀਟ ਆਇਆ ਹੈ, ਇੱਕੋ ਹੀ ਮਿੰਟ, ਦਿੱਲੀ ਤੋਂ। ਇੱਕੋ ਹੀ ਮਿੰਟ। ਲਾਲੀ ਮਜੀਠੀਆ ਹੋਰਾਂ ਦੇ ਪਿੱਛੇ ਇੱਕ ਕਾਰਨ ਕਹਿੰਦੇ ਆ ਅਸਤੀਫੇ ਦਾ, ਇੱਕ ਹੋਰ ਵੀ ਹੋ ਸਕਦਾ। ਉਹ ਇਹ ਹੋ ਸਕਦਾ ਕਿ ਮੈਨੂੰ ਸੀ ਕਿ ਉੱਪਰ ਲਾਂਭੇ ਚਲੇ ਜਾਣਾ, ਮੁੜਨਾ ਔਖਾ ਹੋ ਜਾਂਦਾ। ਉਹ ਕੈਪਟਨ ਸਾਹਿਬ ਦੇ ਬੜੇ ਖਾਸ ਬੰਦੇ ਰਹੇ ਨੇ। ਕੈਪਟਨ ਸਾਹਿਬ ਨੇ ਵੱਖਰੀ ਪਾਰਟੀ ਬਣਾ ਲਈ। ਕੈਪਟਨ ਸਾਹਿਬ ਉਹਨਾਂ ਨੂੰ ਹਮੇਸ਼ਾ ਮਜੀਠੀਆ ਸਾਹਿਬ ਦੇ ਖਿਲਾਫ ਥਾਪੜਾ ਦੇ ਕੇ ਜਾਂਦੇ ਸੀ। ਉਹਨਾਂ ਨੇ ਚੇਅਰਮੈਨ ਨਹੀਂ ਦਿੱਤੀ ਸੀ। ਹੁਣ ਪਤਾ ਲੱਗਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਹਿਲਾਂ ਵੀ ਰਹੇ ਤੇ ਹੁਣ ਵੀ ਬਣਾਏ ਆ, ਭਗਵੰਤਪਾਲ ਸਿੰਘ ਸੱਚਰ, ਕਿ ਹੌਲੀ ਹੌਲੀ ਉਸੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਉਸੇ ਹਲਕੇ ਦੇ ਵਿੱਚ ਸਰਗਰਮੀਆਂ ਕਰ ਰਹੇ ਸੀ। ਟਿਕਟ ਦੀ ਦਾਅਵੇਦਾਰੀ ਤਾਂ ਹੁੰਦੀ ਆ। ਫਿਰ ਉਹ ਸੱਚਰ ਸਾਹਿਬ ਨੂੰ ਪੁੱਛਿਆ, ਉਹ ਕਹਿੰਦੇ ਜੀ ਮੈਨੂੰ ਤਾਂ ਹਰੀ ਝੰਡੀ ਹੋਈ ਆ, ਮੈਨੂੰ ਤਾਂ ਆਖਿਆ ਗਿਆ ਕਿ ਭਾਈ ਸਰਗਰਮੀ ਕਰੋ, ਐਤਕੀ ਟਿਕਟ ਦਾ ਤੁਹਾਡੇ ਵਾਲੇ ਪਾਸੇ ਹਾਂ ਆ। ਹੋ ਸਕਦਾ ਕਿ ਭਾਈ ਪਹਿਲਾਂ ਹੀ ਵੇਲੇ ਸਿਰ ਪਾਸਾ ਇਸ ਕਰਕੇ ਵੱਟਦੇ ਹੁਣ ਕਿ ਭਾਈ ਜੇ ਮੈਨੂੰ ਐਤਕੀ ਟਿਕਟ ਨਹੀਂ ਦੇਣੀ, ਆਪਾਂ ਘਰ ਦੇਖੀਏ। ਕੋਈ ਗੱਲ ਨਹੀਂ, ਲਾਲੀ ਮਜੀਠੀਆ ਸਾਹਿਬ ਨੂੰ ਘਾਟਾ ਥੋੜਾ। ਇੱਕ ਬੱਸ ਚੋਂ ਉਤਰਿਆ ਉਹ, ਤੇ ਨਾਲ ਹੀ ਜਦੋਂ ਬੱਸ ਅੱਡੇ ਤੇ 2-2 ਬੱਸਾਂ ਵਾਲੇ ਕਨੈਕਟਰ ਨਹੀਂ ਵਾਜਾਉਂਦੇ, ਮਾਤਾ ਚੜਿਆ ਰਾਹ ਚਲਾ ਦਿਆਂਗੇ ਜਿੱਥੇ ਸੀਟਾਂ ਬੜੀਆਂ, ਠੰਡਾ ਪਾਣੀ ਵਰਤਾ। ਇਸ ਕਰਕੇ BJP ਦੀ ਆਪਸ਼ਨ ਵੀ ਹੈਗੀ, ਆਪ ਦੀ ਵੀ ਹੈਗੀ ਹੈ। ਪੰਜਾਬ ਲੋਕ ਕਾਂਗਰਸ ਤੇ ਤਾਂ ਹੈਗੀ ਆ। ਆਹੋ ਤਾਂ ਹੈਗੀ ਆ, ਆਪਣੀ ਆ, ਉਹ ਤਾਂ ਘਰ ਦੀ ਹੋਗੀ ਨਾ ਗੱਡੀ। ਇੱਕ ਤਾਂ ਹੁੰਦਾ ਵੀ ਮਤਲਬ ਬੱਸੇ ਆਉਣਾਗੇ ਜਾਂ ਫਿਰ ਸਾਲਮ ਕਰ ਲਈ ਗੱਡੀ, ਉਹ ਸਾਲਮ ਗੱਡੀ ਤੇ ਚੜ੍ਹਨਾ ਜਾਂ ਫਿਰ ਬੱਸੇ ਚੜ੍ਹਨਾ, ਇਹ ਚਲੋ ਜਦੋਂ ਚੜ੍ਹਨਗੇ ਉਦੋਂ ਪਤਾ ਲੱਗ ਜੂ। ਮੈਂ ਦਿੱਲੀ ਵਾਲੇ ਟਵੀਟ ਦੀ ਤਾਂ ਗੱਲ ਕਰਦਾ ਸੀ ਵੀ ਵਾਹ ਦਿਨ ਚਰਚਾ ਚੱਲਦੀ ਰਹੀ ਵੀ ਜੀ ਸਿਰਸਾ ਸਾਹਿਬ ਦਾ ਕੋਈ ਰੋਲ ਸੀ ਮਜੀਠੀਆ ਸਾਹਿਬ ਤੇ ਕੇਜਰੀਵਾਲ ਦੀ ਮੁਲਾਕਾਤ 'ਚ, ਸਮਝੌਤੇ 'ਚ। ਇਹ ਦੋਸ਼ ਵੈਸੇ ਕਾਂਗਰਸ ਪਾਰਟੀ ਵੱਲੋਂ ਵੀ ਲੱਗਾ ਸੀ, ਤੇ ਅੱਜ ਟਵੀਟ ਕਰਕੇ
ਇਸੇ ਚੀਜ਼ ਦੇ ਉੱਪਰ ਜ਼ਿਕਰ ਕੀਤਾ ਉਹਨਾਂ ਨੇ। ਮਨਜਿੰਦਰ ਸਿੰਘ ਸਿਰਸਾ ਸਾਹਿਬ ਕਹਿੰਦੇ ਵੀ ਬੇਮਤਲਬ ਦੇ ਦੋਸ਼ ਲਾਏ ਜਾ ਰਹੇ, ਇਦਾਂ ਦਾ ਕੋਈ ਗੱਲਬਾਤ ਨਹੀਂ, ਮੇਰਾ ਕਿਸੇ ਨਾਲ ਕੋਈ ਰੋਲ ਨਹੀਂ, ਮੈਂ ਕਿਸੇ ਦੀ ਕੋਈ ਮੀਟਿੰਗ ਨਹੀਂ ਕਰਾਈ, ਤੇ ਸਿੱਧੂ ਸਾਹਿਬ ਇਹ ਜਿਹੜੇ ਬਿਨਾਂ ਵਜ੍ਹਾ ਤੁਸੀਂ ਮੇਰੇ ਤੇ ਦੋਸ਼ ਲਾ ਰਹੇ ਹੋ ਇਹ ਨਾ ਲਾਓ। ਨਹੀਂ ਉਹਨਾਂ ਸਿੱਧਾ ਕਿਹਾ, ਹਾਂ ਕਹਿਣਾ ਸੀ ਅਗਲੇ ਨੇ, ਕੇਸ ਤੱਕ ਜਾਂਦੇ ਉਹ ਵੀ ਐਵੇਂ ਤੁਸੀਂ ਕਿਰਦਾਰ ਕੁਸ਼ੀ ਜਿਹੜੀ ਕਰਦੇ ਇਦਾਂ ਨਾ ਕਰੋ। ਉਹ ਕਰਨਗੇ, Z+ ਸਿਕਿਉਰਿਟੀ ਉਹਨਾਂ ਦੇ ਕੋਲ ਹੋਣਾ। ਨਹੀਂ ਇੱਦਾਂ ਤੁਸੀਂ ਹੁਣ ਦੇਖੋ ਸਿਕਿਉਰਿਟੀ ਦੀ ਜਦੋਂ ਤੁਸੀਂ ਗੱਲ ਕਰਦੇ ਆ ਨਾ ਤਾਂ ਫਿਰ ਤੁਸੀਂ ਰਾਣਾ ਸੋਢੀ ਸਾਹਿਬ ਦਾ ਜ਼ਿਕਰ ਕਰੋਗੇ ਤਾਂ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪਤਾ ਕਿਆ ਉਹ ਕਹਿੰਦੇ ਕਈਆਂ ਨੇ ਕਾਰੋਬਾਰ ਚਲਾਉਣ ਦੇ ਆ, ਕਈ ਸਿਕਿਉਰਿਟੀ ਲੈਣ ਜਾਂਦੇ ਆ ਉਧਰਲੇ ਪਾਸੇ ਨੂੰ, ਇਹ ਨਕਾਰੇ ਹੋਏ ਬੰਦੇ ਨੇ, ਇਹਨਾਂ ਦਾ ਕੱਖ ਨਹੀਂ ਜੇ ਵਟਿਆ ਜਾਣਾ। ਪਹਿਲੀ ਗੱਲ ਇਹਨਾਂ ਨੂੰ ਟਿਕਟਾਂ ਨਹੀਂ ਮਿਲਣੀਆਂ, ਜੇ ਮਿਲ ਗਈਆਂ ਜ਼ਮਾਨਤਾਂ ਜ਼ਬਤ ਹੋਣੀਆਂ, ਪਰ ਸਿਕਿਉਰਿਟੀ ਦਾ ਜ਼ਿਕਰ ਉਹਨਾਂ ਨੇ ਵੀ ਕੀਤਾ। ਉਹ ਉਹਨਾਂ ਨੇ ਕੀਤਾ, ਵੱਡੇ ਬਾਲ ਸਾਹਿਬ ਨੇ ਕੀਤਾ। ਉਹ ਕਹਿੰਦੇ BJP ਕੋਲ ਤੇ ਕੰਮ ਹੀ ਦੋ ਰਹਿ ਗਏ, ਜਾਂ ਲਾਲਚ ਦੇ ਲਓ ਜਾਂ ਡਰਾ ਲਓ। ਕਹਿੰਦੇ ਸਿਰਸਾ ਸੀ, ਉਹਨੂੰ ਕਿਹਾ ਜਾਂ ਜੇਲ੍ਹ ਹੀ ਜਾਂ BJP ਹੋ, ਤੇ ਤੁਸੀਂ ਆਪ ਦੱਸੋ ਉਹਨੇ ਕਿੱਧਰ ਜਾਣਾ ਸੀ, ਹੁਣ ਉੱਧਰ ਚਲੇ ਗਿਆ। ਹੁਣ ਜੇ ਵੱਡੇ ਬਾਲ ਸਾਹਿਬ ਵੀ ਸਿਰਸਾ ਸਾਹਿਬ 'ਤੇ ਆਉਂਦੇ ਆ, ਸੁਖਬੀਰ ਬਾਦਲ ਸਾਹਿਬ ਵੀ ਸਿਰਸਾ ਸਾਹਿਬ 'ਤੇ ਆਉਂਦੇ ਆ, ਤੇ ਮੈਨੂੰ ਉਹ ਦਿਨ ਯਾਦ ਆਉਂਦੇ ਆ ਜਦੋਂ ਸਿਰਸਾ ਸਾਹਿਬ ਉੱਧਰ ਗਏ ਸੀ ਤੇ ਅਗਲੇ ਦਿਨ ਹੀ ਖੁਦ ਕਹਿੰਦੇ ਸੀ ਸੁਖਬੀਰ ਬਾਦਲ ਸਾਹਿਬ, ਆਹ ਦੇਖੋ ਮੈਨੂੰ WhatsApp ਆਇਆ, ਧੱਕੇ ਨਾਲ ਖੜਿਆ ਬੰਦਾ ਸਾਡਾ, ਇੱਦਾਂ ਨਹੀਂ ਕਰਨੀ ਚਾਹੀਦੀ ਸੀ। ਅੱਜ ਉਹ ਬੰਦਾ ਆਪਣਾ ਲੱਗਦਾ ਨਹੀਂ। ਤੁਸੀਂ ਦੇਖੋ ਕਿ ਹੌਲੀ ਹੌਲੀ ਹੁਣ ਸਿਆਸਤਦਾਨ ਛੇਤੀ ਤੱਤੇ ਨਹੀਂ ਹੁੰਦੇ। ਚੰਨੀ ਸਾਹਿਬ ਮੁੱਖ ਮੰਤਰੀ ਬਣੇ ਸੀ, ਪਹਿਲਾ ਹਫ਼ਤਾ ਕੈਪਟਨ ਸਾਹਿਬ ਦੇ ਖਿਲਾਫ ਕੁਛ ਨਹੀਂ ਸੀ ਬੋਲੇ, ਹੁਣ ਤੱਤੇ ਹੀ ਸਿੱਧੇ ਉਧਰਲੇ ਪਾਸੇ ਹੁੰਦੇ ਆ। ਇੱਦਾਂ ਹੀ ਜਦੋਂ ਗਏ ਸੀ ਉਧਰਲੇ ਪਾਸੇ ਸਿਰਸਾ ਸਾਹਿਬ, ਉਹ ਕਹਿੰਦੇ ਸੀ ਬੜਾ ਕੁਛ ਦਿੱਤਾ ਹੈ ਅਕਾਲੀ ਦਲ ਨੇ, ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਬੜਾ ਕੁਛ ਦਿੱਤਾ ਹੈ, ਪਰ ਨਹੀਂ, ਸਿੱਖ ਕੌਮ ਦੇ ਮਸਲੇ ਜਿਹੜੇ ਇਦਾਂ ਹੱਲ ਨਹੀਂ ਹੋ ਸਕਦੇ। ਹੁਣ ਦੋਨੇ ਧਿਰਾਂ ਵੀ ਤੱਤੀਆਂ ਹੋਣ ਲੱਗ ਪਈਆਂ। ਹਾਂਜੀ, ਉਹ ਕੀ ਪਤਾ ਅਗਲਿਆਂ ਨੇ ਆਖਿਆ ਵੀ ਹਾਂਜੀ ਭਾਜੀ ਇਦਾਂ ਕਿਦਾਂ, ਇੱਧਰ ਹੁਣ ਤੁਹਾਨੂੰ ਮੋਰਚੇ ਇਸ 'ਚ ਬਾਇਆ ਹੈ, ਰਫਲ ਇੱਧਰੋਂ ਫੜਾਈ, ਸੋ ਇੱਧਰੋਂ ਚਲਾਉਣੀ ਹੈ, ਇੱਧਰੋਂ ਚਲਾਉਣੀ ਹੈ। ਆਮ ਆਦਮੀ ਪਾਰਟੀ ਲੇਟ ਸ਼ੁਰੂ ਹੋਈ, ਜਦੋਂ ਅਕਾਲੀ ਦਲ ਟਿਕਟਾਂ ਵੰਡਣ ਲੱਗ ਪਿਆ ਸੀ ਨਾ, ਸਾਰੇ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਇਦਾਂ ਕਰਦੀ ਹੁੰਦੀ ਹੈ, ਵੇਲੇ ਸਿਰ ਟਿਕਟਾਂ ਦੇਣੀਆਂ ਕਿ ਭਾਈ ਤੁਸੀਂ ਹੌਲੀ ਹੌਲੀ ਜਾ ਕੇ ਪ੍ਰਚਾਰ ਕਰੋ, ਪਿੰਡਾਂ ਦੇ ਵਿੱਚ ਲੋਕਾਂ ਨੂੰ ਮਿਲੋ ਗਲੋ, ਦੱਸੋ ਕਿ ਮੈਂ ਇਸ ਪਾਰਟੀ ਦਾ ਆ। ਐਤਕੀ ਸ਼੍ਰੋਮਣੀ ਅਕਾਲੀ ਦਲ ਨੇ ਸਿੱਧੀ ਠਾਠਾ ਕਰਨੀ ਸ਼ੁਰੂ ਕਰਤੀ, 20 ਬੰਦੇ 30 ਬੰਦੇ 35 ਬੰਦੇ 1 2 4 ਤੇ ਆ ਗਿਆ ਹੌਲੀ ਹੌਲੀ। ਹੁਣ ਉਹਨਾਂ ਨੇ 92 93 94 ਟਿਕਟਾਂ ਦੇਤੀਆਂ, ਜਿੰਨੀਆਂ ਕੁ ਸੀਟਾਂ ਤੇ ਅਕਾਲੀ ਦਲ ਭਾਜਪਾ ਦੇ ਨਾਲ ਚੋਣ ਲੜਦਾ ਹੁੰਦਾ ਸੀ, ਇੰਨੇ ਕੁ ਬੰਦੇ ਉਹਨਾਂ ਦੇ ਮੈਦਾਨ 'ਚ ਆ ਗਏ ਆ, 3 4 5 ਸੀਟਾਂ ਰਹਿ ਗਈਆਂ। ਆਮ ਆਦਮੀ ਪਾਰਟੀ ਮਗਰੋਂ ਸ਼ੁਰੂ ਹੋਈ, ਉਹ ਹੁਣ ਅਕਾਲੀਆਂ ਤੋਂ ਵੀ ਅੱਗੇ ਨਿਕਲ ਗਈ। 8 ਸੀਟਾਂ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਨੇ ਹੋਰ ਐਲਾਨ ਦਿੱਤੇ ਆ, ਤੇ ਕੁੱਲ ਮਿਲਾ ਕੇ ਉਮੀਦਵਾਰਾਂ ਦੀ ਗਿਣਤੀ ਹੋ ਗਈ ਹੈ 96, ਜਾਨੀ ਅਜੇ ਵੀ 21 ਸੀਟਾਂ ਖਾਲੀ ਨੇ। 21 ਸੀਟਾਂ ਖਾਲੀ ਤੋਂ ਭਾਵ ਇਹ ਹੈ ਕਿ ਕੀ ਉਹ ਸਮਝੌਤੇ ਦੀ ਗੁੰਜਾਇਸ਼ ਹੈ, ਕਿਸੇ ਛੋਟੀ ਪਾਰਟੀ ਦੇ ਨਾਲ ਹੈ ਜਾਂ ਕਿਸੇ ਹੋਰ ਪਾਸੇ ਹੈ। ਜਾਨੀ 96 ਉਮੀਦਵਾਰ ਤਾਂ ਐਲਾਨ ਦਿੱਤੇ, ਪਰ ਜਿਹੜਾ ਕੇਜਰੀਵਾਲ ਸਾਹਿਬ ਨੇ ਨਾਲ ਹੀ ਬਿਆਨ ਦਿੱਤਾ ਉਹ ਬੜਾ ਚਰਚਾ 'ਚ ਹੈ। ਕੇਜਰੀਵਾਲ ਸਾਹਿਬ ਨੇ ਤਾਂ ਬਿਲਕੁਲ ਹੀ ਗੱਲ ਸਿਰੇ ਦੀ ਕਰਤੀ, ਕਿਉਂਕਿ ਉਦੋਂ ਦੀ ਨਾ ਮੇਰੇ ਖਿਆਲ ਨਾਲ ਜਿੱਦਣ ਦੀ ਕਿਸਾਨਾਂ ਨੇ ਪਾਰਟੀ ਬਣਾਈ ਹੈ ਸੰਯੁਕਤ ਸਮਾਜ ਮੋਰਚਾ, ਉਦੋਂ ਦੀ ਚਰਚਾ ਸੀ ਲੈ ਬਲਵੀਰ ਸਿੰਘ ਰਾਜੇਵਾਲ ਉਹਨਾਂ ਨਾਲ ਫਿਰ ਗੱਲ ਆ ਹੋਣੀ ਹੈ, ਇਹਦਾ ਮਤਲਬ ਹੁਣ 22 ਦੇ 22 ਉਹਨਾਂ ਨਾਲ ਰਲ ਕੇ ਲੜਨਗੇ, ਇਹਦਾ ਮਤਲਬ 22 ਬੰਦਿਆਂ ਦੇ 2 ਸੀਟਾਂ ਮਿਲ ਗਈਆਂ, 44 ਇਹਨਾਂ ਦੀਆਂ, ਬਾਕੀ ਆਮ ਆਦਮੀ ਪਾਰਟੀ ਦੇ। ਉਹ ਤਾਂ ਹੁਣ ਕੇਜਰੀਵਾਲ ਸਾਹਿਬ ਨੇ ਕਹਿ ਦਿੱਤਾ ਵੀ ਸਾਡੀ ਕੋਈ ਗੱਲਬਾਤ ਹੈ ਹੀ ਨਹੀਂ, ਅਸੀਂ ਕਿਸੇ ਨਾਲ ਕੋਈ ਸਮਝੌਤੇ ਦੀ ਗੱਲ ਚਲਾ ਹੀ ਨਹੀਂ ਰਹੇ। ਨਹੀਂ, ਅਰਵਿੰਦ ਕੇਜਰੀਵਾਲ ਹੋਰਾਂ ਨੇ ਜਦੋਂ ਇਹ ਕਹੀ ਤਾਂ ਬਹੁਤ ਸਾਰੇ ਲੋਕ ਜਿਹੜੇ ਇਹ ਸੋਚਦੇ ਸੀ ਕਿ ਭਾਈ ਜੀ ਇਹਨਾਂ ਨੇ ਸਫਲ ਹੋਣਾ ਤਾਂ ਰਲ ਜਾਣ। ਆਮ ਆਦਮੀ ਪਾਰਟੀ ਦੇ ਕਈ ਵਰਕਰ ਵੀ ਇਹ ਕਹਿੰਦੇ ਆ ਕਿ ਭਾਈ ਸਮਝੌਤਾ ਹੋਣਾ ਚਾਹੀਦਾ। ਉਧਰ ਕਿਸਾਨਾਂ ਦੇ ਸੰਯੁਕਤ ਸਮਾਜ ਮੋਰਚੇ ਦੇ ਵੀ ਕਈ ਬੰਦੇ ਚਾਹੁੰਦੇ ਆ ਕਿ ਭਾਈ ਜੇ ਸਮਝੌਤਾ ਹੋ ਜਾਏ ਤਾਂ ਠੀਕ ਹੈ, ਸਾਰੇ ਨਹੀਂ ਚਾਹੁੰਦੇ। ਹੁਣ ਉਹ ਬੰਦੇ ਸੋਚਦੇ ਹੋਣਗੇ ਕਿ ਭਾਈ ਕੰਮ ਖਰਾਬ ਹੋ ਗਿਆ, ਤੇ ਜਿੱਦਾਂ ਤੁਸੀਂ ਕਿਹਾ ਕਿ ਹੁਣ ਤਾਂ ਕੇਜਰੀਵਾਲ ਸਾਹਿਬ ਨੇ ਕਹਿਤਾ, ਮੈਨੂੰ 2016 ਚੇਤੇ ਆ ਗਿਆ। 2016 ਦੇ ਵਿੱਚ ਜਦੋਂ ਪਹਿਲੀ ਵਾਰੀ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੀਆਂ ਚੋਣਾਂ ਲੜਨੀਆਂ ਸੀ, ਉਦੋਂ 1.5 ਸਾਲ ਲਗਾਤਾਰ ਆਮ ਆਦਮੀ ਪਾਰਟੀ ਦੇ ਹਰ ਇੱਕ ਲੀਡਰ ਨੇ ਬਿਆਨ ਦਿੱਤੇ ਕਿ ਕੱਲਿਆਂ ਚੋਣਾਂ ਲੜਨੀਆਂ, ਕਿਸੇ ਪਾਰਟੀ ਦੇ ਨਾਲ ਕੋਈ ਸਮਝੌਤਾ ਨਹੀਂ ਹੋਏਗਾ, ਸਰਕਾਰ ਸਾਡੀ ਬਣਨੀ ਹੈ। ਕੇਜਰੀਵਾਲ ਸਾਹਿਬ ਵੀ ਕਹਿੰਦੇ ਸੀ, ਭਗਵੰਤ ਮਾਨ ਸਾਹਿਬ ਵੀ ਕਹਿੰਦੇ ਸੀ, ਬਾਕੀ ਲੀਡਰਸ਼ਿਪ ਵੀ ਕਹਿੰਦੀ ਸੀ। ਤੇ ਜਦੋਂ ਫਿਰ ਚੋਣਾਂ ਲੜੀਆਂ ਸੀ ਤੇ ਉਦੋਂ ਲੋਕ ਇਨਸਾਫ ਪਾਰਟੀ ਜਿਹੜੀ ਸਿਮਰਜੀਤ ਸਿੰਘ ਬੈਂਸ ਹੋਰਾਂ ਦੀ ਹੈ, ਉਹਨਾਂ ਦੇ ਨਾਲ ਸਮਝੌਤਾ ਕਰਕੇ ਲੜੀਆਂ ਸੀ। 117 ਦੇ ਵਿੱਚੋਂ 5-6 ਸੀਟਾਂ ਉਹਨਾਂ ਨੂੰ ਛੱਡੀਆਂ ਸੀ, 111-12 ਸੀਟਾਂ ਆਮ ਆਦਮੀ ਪਾਰਟੀ ਨੇ ਆਪ ਲੜੀਆਂ ਸੀ। ਯਾਨੀ ਐਸੀ ਗੱਲ ਨਹੀਂ ਹੈ ਕਿ ਜੇ ਇੱਕ ਵਾਰੀ ਕਹਿ ਦਿੱਤਾ ਤੇ ਪੱਥਰ ਤੇ ਲਕੀਰ ਹੋ ਜਾਣੀ ਹੈ। ਮੈਂ ਇੱਕ ਹੋਰ ਗੱਲ ਦੱਸ ਦਿੰਦਾ, ਐਸੀ ਗੱਲ ਨਹੀਂ ਹੈ, ਕਿਉਂਕਿ ਜਦੋਂ ਦਿੱਲੀ ਦੇ ਵਿੱਚ ਪਹਿਲੀ ਵਾਰੀ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਸੀ, ਅਰਵਿੰਦ ਕੇਜਰੀਵਾਲ ਸਾਹਿਬ ਦੀ ਅਗਵਾਈ 'ਚ ਹੀ ਲੜੀਆਂ ਸੀ, ਉਦੋਂ ਵੀ ਇਹ ਠੋਕ ਵਜਾ ਕੇ ਦਾਅਵਾ ਕੀਤਾ ਗਿਆ ਸੀ कि ये तो समान रूप से लोक विरोधी हैं, लोकतंत्र विरोधी है भाजपा और कांग्रेस। पर बाद विच
ਥੋੜੇ ਦਿਨਾਂ ਦੀ ਸਰਕਾਰ, ਆਪਣਾ ਦਿਨਾਂ ਦਾ ਫਿਰ ਰੌਲਾ ਪੈ ਜਾਂਦਾ ਹੁੰਦਾ ਹੀ, ਥੋੜੇ ਦਿਨਾਂ ਦੀ ਸਰਕਾਰ ਕਾਂਗਰਸ ਨਾਲ ਰਲ ਕੇ ਚਲਾਈ ਸੀ। ਵੈਸੇ ਗੱਲ ਹੀ ਆ, ਜਿੰਨੇ ਕੁ ਵੀ ਦਿਨਾਂ ਦੀ ਚਲਾਈ ਸੀਗੀ, ਇਹ ਤੇ ਗੱਲ ਵੀ ਹਾਫ ਸੈਂਚਰੀ ਨਹੀਂ ਸੀ ਹੋਈ। ਹਾਫ ਸੈਂਚਰੀ ਨਹੀਂ ਸੀ ਹੋਈ। ਹਾਫ ਸੈਂਚਰੀ ਤੋਂ ਘੱਟ ਦਿਨਾਂ ਵਾਲੀ ਸਰਕਾਰ 'ਚ ਉਹਨਾਂ ਨੇ ਉਸ ਹਿਸਾਬ ਨਾਲ ਚਲੋ ਸਮਝੌਤਾ ਕਰ ਲਿਆ। ਸ਼ਾਇਦ ਉਸੇ ਸਮਝੌਤੇ ਦੀ ਫਾਈਲ ਨੂੰ ਕਦੀ ਲੋਕੀਆਂ ਕੱਢ ਲੈਂਦੇ, ਕਦੀ ਵੇਖ ਲੈਂਦੇ, ਕਦੀ ਫਰੋਲ ਲੈਂਦੇ ਆ, ਫਿਰ ਉਹ ਚੰਡੀਗੜ੍ਹ ਚਲੇ ਜਾਂਦੇ ਆ। ਕਿਉਂਕਿ ਯਾਰ ਚੰਡੀਗੜ੍ਹ 14 ਬੰਦੇ ਉਹਨਾਂ ਦੇ ਕੋਲ ਨੇ, ਤੇ ਆਪਣੇ ਵੱਲੋਂ ਉਹਨਾਂ ਨੇ ਵਿਕਟਰੀ ਯਾਤਰਾ ਵੀ ਕੱਢ ਦਿੱਤੀ, ਇੱਕ ਜੇਤੂ ਯਾਤਰਾ। ਉਹ ਹੁਣ ਜੇਤੂ ਯਾਤਰਾ ਕੱਢ ਕੇ ਤੇ ਕੇਜਰੀਵਾਲ ਸਾਹਿਬ ਨੇ ਜਿੱਦਾਂ ਚੰਡੀਗੜ੍ਹ ਦੇ ਵਿੱਚ ਪੂਰਾ ਮਾਹੌਲ ਬਣਾਇਆ ਵੀ ਇਹ देखें दिल्ली मॉडल था उसको पसंद किया है चंडीगढ़ वालों ने, तो मैं वादा करता हूँ कि चंडीगढ़ को पहले जैसा खूबसूरत बना देंगे। ਹੁਣ ਜਿੱਦਾਂ ਦਾ ਖੂਬਸੂਰਤ ਬਣਾਉਣ ਲਈ ਉਹਨਾਂ ਨੇ ਕੰਮ ਸ਼ੁਰੂ ਕਰ ਲਿਆ। ਉਹ 'ਚ ਦੋ ਗੱਲਾਂ ਦਿਮਾਗ 'ਚ ਆਉਂਦੀਆਂ। ਪਹਿਲੀ ਇਹ ਵੀ ਇੱਕ ਉਹਨਾਂ ਕੋਲੇ ਬਹੁਮਤ ਹੈ ਨਹੀਂ ਜੀ, ਦੂਜਾ ਇਹ ਵੀ ਡਰ ਕਾਹਦਾ ਜਿਹੜਾ ਪਬਲਿਕ ਤੌਰ 'ਤੇ ਸਹੁੰ ਚੁਕਾਉਣੀ ਪਈ ਮੈਂਬਰਾਂ ਨੂੰ। ਦੇਖੋ ਕੇਜਰੀਵਾਲ ਸਾਹਿਬ ਦਾ ਨਾ ਫੰਡਾ ਬੜਾ ਕਲੀਅਰ ਲੱਗਿਆ। ਉਹਨਾਂ ਨੇ ਇੱਕ ਇਤਿਹਾਸ ਲੈ ਕੇ, ਇੱਕ ਵਰਤਮਾਨ ਲੈ ਕੇ, ਇੱਕ ਭਵਿੱਖ ਦੱਸਿਆ। ਚੰਡੀਗੜ੍ਹ 'ਚ ਆਏ, 14 ਦੇ 14 ਕੌਂਸਲਰ ਨਾਲ ਜੇਤੂ ਯਾਤਰਾ ਕੱਢੀ, ਅਤੇ ਉਹਦੇ ਵਿੱਚ ਉਹ ਕਹਿੰਦੇ ਕਿ ਦੇਖੋ ਮੈਂ ਆਪਣੇ ਕੌਂਸਲਰਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਦਿੱਲੀ ਦੇ ਵਿੱਚ ਕੀਤੇ ਕੰਮਾਂ ਦਾ ਸਿੱਟਾ ਕਿ ਚੰਡੀਗੜ੍ਹ 'ਚ ਜਿੱਤੇ ਆ, ਅਤੇ ਆਪਾਂ ਇੱਦਾਂ ਦਾ ਵਧੀਆ ਕੰਮ ਕਰਨਾ ਕਿ ਪੰਜਾਬ 'ਚ ਜਿੱਤ ਜਾਣਾ ਹੀ। ਜਾਣੀ ਦਿੱਲੀ 'ਚ ਜਿੱਤ ਨੂੰ ਚੰਡੀਗੜ੍ਹ ਦੀ ਜਿੱਤ ਦੇ ਨਾਲ ਜੋੜ ਕੇ ਤੇ ਭਵਿੱਖ ਦੀ ਜਿੱਤ ਦਾ ਉਹਨਾਂ ਨੇ ਖੁਲਾਸਾ ਕਰਤਾ ਹੀ। ਦੂਸਰਾ ਦੇਖੋ ਇੱਕ ਗੱਲ ਤਾਂ ਪੱਕੀ ਹੈ, ਜਦੋਂ ਕਿਸੇ ਕੋਲੇ ਬਹੁਮਤ ਨਹੀਂ, ਬਹੁਤੇ ਬੰਦੇ ਜਿਹੜੇ ਜਿੱਤੇ ਆਮ ਆਦਮੀ ਪਾਰਟੀ ਦੇ ਉਹ ਸਧਾਰਨ ਨੇ, ਅਤੇ ਦੂਸਰੇ ਪਾਸੇ ਦੋਵੇਂ ਰਵਾਇਤੀ ਪਾਰਟੀਆਂ ਵਾਲੇ ਬੰਦੇ ਜਿਹੜੇ ਧੁਰੰਤਰ ਨੇ। ਇਸ ਗੱਲ ਦੀ ਤਾਂ ਜਿਹੜੀ ਉਹ ਕਾਫੀ ਹੱਦ ਤੱਕ ਚਰਚਾ ਹੈਗੀ ਆ ਕਿ ਜੇ ਪੰਜਾਬ ਦੇ ਵਿੱਚੋਂ ਅੱਧੇ MLA ਜਾ ਸਕਦੇ ਆ ਅਤੇ ਉੱਥੇ ਕੁਝ ਇੱਕ ਕੌਂਸਲਰ ਵੀ ਜਾਣ। ਹੁਣ ਤੁਸੀਂ ਦੇਖੋ ਕਿ ਪਹਿਲਾਂ ਉਹਨਾਂ ਨੂੰ ਬਚਾਉਣ ਦਾ ਤਰੀਕਾ ਇਹ ਲੱਭਿਆ ਜੀ ਅਸੀਂ ਫੋਨ ਰਿਕਾਰਡ ਕਰਨੇ ਆ, ਦੂਸਰਾ ਲੱਭਿਆ ਸੀਕ੍ਰੇਟ ਕੈਮਰੇ ਲਾਉਣੇ ਆ। ਐਤਕੀ ਤਾਂ ਲੋਕਾਂ ਦੇ ਸਾਹਮਣੇ ਜਨਤਕ ਤੌਰ ਦੇ ਉੱਤੇ ਸਹੁੰ ਹੀ ਚੁਕਾਤੀ ਕਿ ਭਾਈ ਅਸੀਂ ਕਿਸ ਪਾਰਟੀ ਨੂੰ ਦਗਾ ਨਹੀਂ ਦੇਵਾਂਗੇ, ਲੋਕਾਂ ਨਾਲ ਧੋਖਾ ਨਹੀਂ ਕਰਾਂਗੇ, ਅਸੀਂ ਆਮ ਆਦਮੀ ਪਾਰਟੀ ਦੇ ਰਹਾਂਗੇ। ਉਹ ਸਾਰੇ ਜਣੇ ਮਗਰ ਮਗਰ ਬੋਲਦੇ, ਉੱਚੀ ਉੱਚੀ ਬੋਲਦੇ, ਜਿੱਦਾਂ 2 ਦੂਣੀ 4। ਨਹੀਂ ਉਹ ਗੱਲ ਠੀਕ ਆ, ਪਰ ਉਹ ਮੁਹਾਰਨੀ ਰਟਣ ਵਾਲੀ ਗੱਲ ਹੀ ਹੁੰਦੀ ਆ। ਮੁਹਾਰਨੀ ਕਈ ਨਾ ਵਿਚਾਰੇ ਰਟਦੇ, ਪਰ ਮੇਰੇ ਕਿ ਨਲਾਇਕ ਵਿਦਿਆਰਥੀ ਨੂੰ ਉਹ ਜਿੰਨਾ ਚਿਰ ਤੇ ਕਲਾਸ 'ਚ ਨਾ ਉਨੀ ਦੇਰ ਤੱਕ ਜੋਸ਼ ਨਾਲ 2 ਦੂਣੀ 4 ਜਦੋਂ ਬਾਅਦ ਹਾਂ ਬਈ 2 ਤਿਆਂ ਮਾਸਟਰ ਜੀ 2 ਤਿਆਂ ਜਿੰਨੇ ਤੁਸੀਂ ਕੱਲ੍ਹ ਦੱਸੇ ਹੈ ਨਾ। ਮੈਨੂੰ ਇਹ ਲੱਗਦਾ ਵੀ ਜਿਹੜੇ ਸਹੁੰ ਨੇਮ ਵਾਲਾ ਕੰਮ ਹੈ ਨਾ, ਇਹ ਤਾਂ ਸਿਆਸਤ 'ਚੋਂ ਵੈਸੇ ਹੀ ਮਨਾ ਕਰ ਦੇਣਾ ਚਾਹੀਦਾ। ਹੁਣ ਇਹਦੀ ਲੋੜ ਰਹੀ ਨਹੀਂ, ਕਿਉਂਕਿ ਹੁਣ ਤੱਕ ਕਿੰਨੀਆਂ ਸਹੁੰਆਂ ਲੋਕ ਕਿੱਥੇ ਕਿੱਥੇ ਖਾਂਦੇ, ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ। ਉਹ ਕੋਈ ਮਤਲਬ ਪਵਿੱਤਰ ਗ੍ਰੰਥ 'ਤੇ ਹੱਥ ਰੱਖ ਕੇ, ਕੋਈ ਪਵਿੱਤਰ ਸਥਾਨ 'ਤੇ ਜਾ ਕੇ, ਕੋਈ ਕਿਸੇ ਆਪਣੇ ਧੀ ਪੁੱਤ ਦੇ ਸਿਰ 'ਤੇ ਹੱਥ ਰੱਖ ਕੇ ਸਹੁੰ ਖਾਧੀ। ਜੇ ਪਹਿਲੀਆਂ ਦਾ ਨਹੀਂ ਕੋਈ ਅਸਰ, ਤਾਂ ਇਹਨਾਂ ਦਾ ਕਿਹੜਾ ਰਹਿਣਾ। ਬਸ ਦੇਖੋ ਉਹਨਾਂ ਦੇ ਕੋਲੇ ਤਾਂ ਰਸਤਾ ਹੀ ਇੱਕ ਹੈ ਨਾ, ਉਹ ਕੋਸ਼ਿਸ਼ ਕਰ ਰਹੇ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਭਾਈ ਜੇ ਜਨਤਕ ਤੌਰ ਦੇ ਉੱਤੇ ਸਹੁੰ ਖਵਾਵਾਂਗੇ, ਕੱਲ੍ਹ ਨੂੰ ਕੋਈ ਬੰਦਾ ਇੱਧਰ ਉੱਧਰ ਜਾਊਗਾ ਅਤੇ ਪੱਤਰਕਾਰਾਂ ਨੇ ਆਪੇ ਹੀ ਉਹ ਫੁਟੇਜ ਚੱਕ ਕੇ ਆਹ ਦੇਖੋ ਜੀ ਆਹ ਹੁਣ ਇਸ ਪਾਰਟੀ ਦੇ ਨਾਲ ਗਏ ਆ, ਅਤੇ ਉਦੋਂ ਇਹਨਾਂ ਨੇ ਇੱਥੇ ਸਹੁੰ ਖਾਧੀ ਸੀ। ਬੰਦੇ ਦੇ ਕੋਲ ਨਾ ਕਈ ਫਿਰ ਬੰਦੇ ਕੋਲ ਪਾਬੰਦੀਆਂ ਨਹੀਂ, ਸਮਾਜਿਕ ਪਾਬੰਦੀਆਂ ਲੱਗ ਜਾਂਦੀਆਂ, ਕਿਉਂਕਿ ਕੌਂਸਲਰ ਕੋਈ ਬਹੁਤ ਵੱਡੀ ਪਦਵੀ ਨਹੀਂ ਹੁੰਦੀ ਕਿ ਤੁਸੀਂ ਵੱਡੇ ਘਰ ਦੇ ਵਿੱਚ ਬਹੁਤ ਸਾਰੇ ਗਨਮੈਨਾਂ ਦੇ ਨਾਲ ਲੋਕਾਂ ਤੋਂ ਪਰੇ ਹੋ ਕੇ ਰਹਿ ਲੈਣਾ। ਕਿਉਂਕਿ ਕੋਈ ਬੰਦਾ ਢਾਬਾ ਚਲਾਉਂਦਾ ਹੀ, ਕੋਈ ਬੰਦਾ ਦੁਕਾਨ ਕਰਦਾ ਹੀ, ਕੋਈ ਹੋਰ ਛੋਟਾ ਮੋਟਾ ਕਾਰੋਬਾਰ ਕਰਦਾ, ਉਹਨਾਂ ਨੇ ਤਾਂ ਲੋਕਾਂ 'ਚ ਰਹਿਣਾ ਹੀ। ਤਾਂ ਫਿਰ ਉਸ ਲਈ ਇਕੱਲੇ ਇਕੱਲੇ ਇੱਕ ਮੋਬਾਈਲ ਆ, ਇਕੱਲੇ ਇਕੱਲੇ ਕੋਲੇ ਹੁਣ ਕੱਲ੍ਹ ਦੀ ਫੁਟੇਜ ਹੈਗੀ ਹੈ। ਇਸ ਕਰਕੇ ਥੋੜ੍ਹਾ ਜਿਹਾ ਫਰਕ ਤਾਂ ਪਊਗਾ। ਇੱਕ ਚਰਚਾ ਦਾ ਕੇਂਦਰ ਜਿਹੜਾ ਹੋਰ ਚੀਜ਼ ਬਣੀ ਸੀ, ਕਿਉਂਕਿ ਅੱਜ ਇੱਕ ਨਿੱਕੀ ਜਿਹੀ ਗੱਲ ਮੈਂ ਉਂਗਲੀ ਨਾਲ ਹੀ ਥੱਲੇ, ਮੈਂ ਤਾਂ ਸਕਿੰਟ ਵੀ ਨਹੀਂ ਲਾਇਆ। ਮੈਨੂੰ ਇਹ ਸੀ ਵੀ ਲੀਡਰਾਂ ਵਾਲੀ ਗੱਲ ਤੁਸੀਂ ਕਰਦੇ ਨੇ, ਮੈਂ ਥੋੜ੍ਹੇ ਜਿਹੇ ਦੂਸਰੇ ਪਾਸੋਂ ਗੱਲ ਕਰਨੀ ਚਾਹੁੰਦਾ। ਦੇਖੋ ਕੌਂਸਲਰ ਤੁਸੀਂ ਕਿਹਾ ਵੀ ਛੋਟੀ ਪਦਵੀ ਹੈ, ਛੋਟੀ ਪਦਵੀ ਦੇ 50 ਲੱਖ 75 ਲੱਖ ਦਾ ਰੇਟ ਤਾਂ ਪਹਿਲੇ ਦਿਨ ਹੀ ਲੱਗ ਗਿਆ ਜੀ। ਅਤੇ ਵੀਰ ਜੀ ਜੇ ਪਿੰਡਾਂ ਵਾਲੇ ਹਿਸਾਬ ਨਾਲ ਮੈਂ ਗੱਲ ਕਰਾਂ ਵੀ ਮੱਝ ਚੰਗੀ ਹੋਏ ਨਾ, ਵਪਾਰੀ ਪਹਿਲਾਂ ਜੇ ਥੋੜ੍ਹਾ ਰੇਟ ਲਾਵੇ ਤਾਂ ਉਦੋਂ ਬਾਅਦ ਗੇੜੇ ਵੱਜਣ ਲੱਗ ਪੈਂਦੇ ਵੀ ਚੰਗਾ ਯਾਰ ਦੁੱਧ ਦਾ ਚੰਗਾ, ਉਹ ਸਿੰਘ ਵੀ ਕੁੰਡੇ ਐ ਉੱਚਾ ਲੰਮਾ, ਠੀਕ ਹੈ ਕੰਮ ਐ ਨਾ, ਵੀ ਕੋਈ ਗੱਲ ਨਹੀਂ ਤੁਸੀਂ ਕਰੋੜ ਦੀ ਆਵਾਜ਼ ਦੇ ਕੇ ਦੇਖੋ, ਫਿਰ 1.5 ਦੀ ਦੇ ਕੇ ਵੇਖੋ, 2 ਦੀ ਦੇ ਕੇ ਵੇਖੋ, ਜਿੱਥੇ ਜੇ ਸੈਟਿੰਗ ਬਹਿ ਗਈ ਉੱਥੇ ਕਰ ਲੈਂਦੇ ਹਾਂ। ਉਦੋਂ ਬਾਅਦ ਇਹ ਵੀ ਤਾਂ ਹੈ ਨਾ ਵੀ ਜਿਹੜੇ ਬੰਦੇ ਪਹਿਲਾਂ ਗਏ ਸੀ ਜੀ Z+ ਸਿਕਿਉਰਿਟੀ ਉੱਧਰ ਮਿਲ ਸਕਦੀ, ਤੁਸੀਂ ਕਹਿੰਦੇ ਗਨਮੈਨ ਨਹੀਂ ਮਿਲਣੇ, ਕਿੱਡੀ ਗੱਲਾਂ 'ਚੋਂ ਗੱਲ ਹੈ। ਉਹਦੇ ਬਾਅਦ ਸਾਹਿਬ ਨੇ ਕਹਿ ਤਾ, ਉਹ ਕਹਿੰਦੇ ਵੀ ਯਾਰ ਗਨਮੈਨ ਜਾਂ ਸਿਕਿਉਰਿਟੀਆਂ ਦੀ ਕਿਹੜੀ ਗੱਲ, ਉਹਦੇ ਸਵੇਰੇ ਦਵਾ ਦੇਣੇ ਜਿਹਨੂੰ ਚਾਹੀਦੀਆਂ। ਹੁਣ ਜੇ ਤੁਸੀਂ ਇਹ ਦੇਖੋ ਵੀ ਉਸ ਪਦਵੀ ਦੇ ਬੰਦੇ ਨੂੰ ਮਾਇਆ ਵੀ ਮੋਟੀ ਮਿਲ ਜੇ, ਸਿਕਿਉਰਿਟੀ ਮਿਲੇ, ਉਦੋਂ ਬਾਅਦ ਅਚਾਨਕ ਖਬਰ ਆਵੇ ਵੀ ਉਹ ਕੁਛ ਬੰਦਿਆਂ ਨੂੰ ਖਾਸ ਗੱਲਬਾਤ ਦੇ ਲਈ ਰਾਜਪਾਲ ਸਾਹਿਬ ਨੇ ਬੁਲਾਇਆ ਆਪਣੇ ਕੋਲ। ਥਿਊਰੀ ਤੁਹਾਡੀ ਠੀਕ ਹੈ ਕਿ ਮੈਂ ਤਾਂ ਕਿਹਾ ਵੀ ਮਤਲਬ ਮੈਂ ਹੁਣ ਪ੍ਰੈਕਟੀਕਲ ਦੱਸਦਾ। ਪਿੰਡਾਂ ਦੇ ਵਿੱਚ ਹੁਣ ਇੱਦਾਂ ਨਹੀਂ ਹੁੰਦਾ, ਇਹ ਥੋੜੀ ਲੀਡਰਾਂ ਦੀ ਥਿਊਰੀ ਹੈ। ਪਿੰਡਾਂ ਦੇ ਵਿੱਚ ਹੁੰਦਾ ਜੇ ਤੁਹਾਡੇ ਵਰਗਾ ਕੋਈ ਨਾ ਖੰਡਾ ਜਿਹਾ ਵਪਾਰੀ ਇੱਦਾਂ ਦੇਖੇ ਕਿ ਭਾਈ ਮੱਝ ਤਾਂ ਹੈਗੀ ਆ 50,000 ਦੀ, ਵਾਰੇ 35 ਦੀ ਖਰੀਦਣੀ ਆ, ਉਹਦੇ ਕੋਲ ਤਰੀਕਾ ਹੁੰਦਾ। ਤੁਹਾਡੇ ਵਰਗੇ ਮੇਰੇ ਵਰਗੇ 5-4 ਰੱਖੇ ਹੁੰਦੇ ਆ, ਤੁਸੀਂ ਆ ਕੇ ਇਹਦਾ 25,000 ਤੋਂ ਵੱਧ ਮੁੱਲ ਨਹੀਂ ਲਾਉਣਾ। ਪਹਿਲਾਂ 5-7 ਉਹ ਭੇਜਣੇ, ਫਿਰ ਕਹਿਣਾ 22 ਜੀ, 25 ਜੀ, 26 ਜੀ, ਫਿਰ ਤੁਸੀਂ ਜਾਣਾ 30 ਤੋਂ ਵੱਧ ਦੀ ਤਾਂ ਹੈ ਨਹੀਂ ਗੀ, ਪਰ ਅੱਜ ਜ਼ਰੂਰੀ ਲੈ ਜਾਣੀ ਆ, 35 ਲੈਣਾ ਹੀ। ਉਹਨਾਂ ਨੇ ਕਹਿਣਾ ਯਾਰ ਅੱਗੇ ਤਾਂ 25 ਤੋਂ ਕੋਈ ਵਾਧਾ ਨਹੀਂ, 35 ਮਿਲਦਾ, ਦੇ ਦਿਓ।
ਨਹੀਂ ਉਹ ਤੇ ਤਾਂ ਹੈ ਨਾ ਵੀ ਅਗਲਾ ਮੱਝ ਵੇਚਣੀ, ਇੱਥੇ ਮੱਝ ਵਿਕਾਊ ਹੈ ਹੀ ਨਹੀਂ ਗੀ ਨਾ। ਠੀਕ ਹੈ, ਇਹ ਤਾਂ ਲਵੇਰੇ ਦਾ ਕਰਕੇ ਵਪਾਰੀ ਖਿੱਚਣ ਨੂੰ ਫਿਰਦਾ, ਅਦਰਵਾਈਜ਼ ਤੇ 14 ਨੇ ਅਗਲਿਆਂ ਦੇ ਕੋਲ। ਨਹੀਂ ਇਦਾਂ ਹੀ ਹੈ। ਚਲੋ ਹੁਣ ਮੈਂ ਇੱਕ ਗੱਲ ਇੱਥੇ ਦੱਸਦਾ ਕਿ ਬਹੁਤ ਵੱਡੀ ਚਰਚਾ ਚੱਲਣ ਲੱਗ ਪਈ ਕਿ ਕੀ ਐਤਕੀ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਸਾਹਿਬ ਇਲੈਕਸ਼ਨ ਨਹੀਂ ਲੜਨਗੇ। ਬੜੀ ਚਰਚਾ ਚੱਲ ਪਈ ਕਿਉਂਕਿ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਨੇ ਟਿਕਟ ਦੇ ਦਿੱਤੀ, ਫਿਰ ਮੌੜ ਤੋਂ ਬਹੁਤ ਜ਼ਿਆਦਾ ਚਰਚਾ ਸੀ ਕਿ ਮੌੜ ਤੋਂ ਇਲੈਕਸ਼ਨ ਲੜਨਗੇ, ਉੱਥੋਂ ਵੀ ਟਿਕਟ ਦੇ ਦਿੱਤੀ। ਹੁਣ ਇੱਕ ਹਲਕਾ ਹੋਰ ਬਚਿਆ ਜਿੱਥੋਂ ਚਰਚਾ ਚੱਲਦੀ ਹੈ ਕਿ ਉਸ ਹਲਕੇ ਨੂੰ ਇਸ ਕਰਕੇ ਰੱਖਿਆ ਗਿਆ ਕਿ ਜੇ ਆਖਰੀ ਮੌਕੇ ਦੇ ਉੱਤੇ ਭਗਵੰਤ ਮਾਨ ਸਾਹਿਬ ਨੇ ਚੋਣ ਲੜਨੀ ਹੋਈ ਤਾਂ ਉਹ ਧੂਰੀ ਤੋਂ ਲੜ ਸਕਦੇ ਆ। ਹੁਣ ਧੂਰੀ ਤੋਂ ਕਿਉਂ ਲੜ ਸਕਦੇ ਆ? ਉਹਦਾ ਕਾਰਨ ਹੈ ਕਿ ਜਦੋਂ 2017 ਦੇ ਵਿੱਚ ਪਿਛਲੀ ਵਾਰ ਉੱਥੇ ਚੋਣ ਹੋਈ ਆ ਤਾਂ ਗੋਲਡੀ ਖੰਗੂੜਾ ਹੋਰੀ ਖੜੇ ਸੀ ਕਾਂਗਰਸ ਪਾਰਟੀ ਨੂੰ। ਉਹ ਗੋਲਡੀ ਸਾਹਿਬ ਖੜੇ ਸੀ ਤਾਂ ਉਹਨਾਂ ਨੂੰ 49,000 ਵੋਟਾਂ ਪਈਆਂ। ਆਮ ਆਦਮੀ ਪਾਰਟੀ ਦੇ ਜੱਸੀ ਸੇਖੂ ਹੋਰੀ 3,000 ਵੋਟਾਂ ਦੇ ਫਰਕ ਦੇ ਨਾਲ ਹਾਰੇ ਸੀ, ਜਾਣੀ ਉਹਨਾਂ ਨੂੰ 46,000 ਪਈਆਂ, ਤੇ ਅਕਾਲੀ ਦਲ ਦੇ ਸਰਦਾਰ ਹਰੀ ਸਿੰਘ ਹੋਰੀ 28,000 ਤੇ ਰਹਿ ਗਏ। ਲੋਕ ਸਭਾ ਦੀ ਚੋਣ 2019 ਚ ਹੋਈ ਤੇ ਆਮ ਆਦਮੀ ਪਾਰਟੀ ਨੇ ਲੋੜੇ ਦੀਆਂ ਵੋਟਾਂ ਫੇਰ ਖੜੀਆਂ। ਯਾਨੀ ਜੇ ਪੰਜਾਬ ਦੇ ਵਿੱਚੋਂ 2, 3 ਜਾਂ 4 ਆਮ ਆਦਮੀ ਪਾਰਟੀ ਦੇ ਲਈ ਵੱਧ ਸੁਰੱਖਿਅਤ ਸੀਟਾਂ ਮੰਨੀਆਂ ਜਾਂਦੀਆਂ ਤਾਂ ਧੂਰੀ ਉਹਨਾਂ ਦੇ ਵਿੱਚੋਂ ਇੱਕ ਹੈ। ਤੇ ਜੇ ਭਗਵੰਤ ਮਾਨ ਸਾਹਿਬ ਨੇ ਚੋਣ ਲੜਨ ਦਾ ਮਨ ਬਣਾਇਆ ਤੇ ਫਿਰ ਉਹ ਧੂਰੀ ਤੋਂ ਲੜ ਸਕਦੇ ਆ। ਵੈਸੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਇਹ ਰਾਏ ਪਾਈ ਜਾਂਦੀ ਹੈ ਕਿ ਕਿਸੇ ਔਖੇ ਹਲਕੇ ਤੋਂ ਉਹਨਾਂ ਨੂੰ ਖੜੇ ਨਾ ਕਰੀਏ, ਸੌਖੇ ਹਲਕੇ ਤੋਂ ਖੜੇ ਕਰੀਏ ਤਾਂ ਜੋ ਸਾਰੇ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਖੁੱਲ੍ਹੇ ਹੋਣ ਤੇ ਉਹਨਾਂ ਨੂੰ ਪਤਾ ਹੋਵੇ ਮੇਰੇ ਵਾਲਾ ਹਲਕਾ ਤਾਂ ਹੋ ਗਿਆ। ਪਰ ਐਤਕੀ ਕਿਉਂਕਿ ਉੱਥੋਂ ਪਹਿਲਾਂ ਵੀ ਨੌਜਵਾਨ ਵਿਧਾਇਕ ਨੇ, ਅਕਾਲੀ ਦਲ ਨੇ ਵੀ ਉਮੀਦਵਾਰ ਜਿਹੜੇ ਦਿੱਤੇ ਆ, ਇਸ ਕਰਕੇ ਮੁਕਾਬਲਾ ਜੇ ਭਗਵੰਤ ਮਾਨ ਸਾਹਿਬ ਆਉਂਦੇ ਆ ਤਾਂ ਸਖਤ ਹੋ ਜਾਊਗਾ। ਨਹੀਂ ਹੋ ਸਕਦਾ, ਇਹ ਤਾਂ ਹੁਣ ਉਹਨਾਂ ਨੇ ਦੇਖਣਾ ਨਾ ਵੀ ਧੂਰੀ ਨੂੰ ਧੁਰਾ ਬਣਾਉਣਾ ਉਹਨਾਂ ਨੇ ਕਿ ਨਹੀਂ ਬਣਾਉਣਾ ਆਪਣੇ ਹਿਸਾਬ ਨਾਲ ਜੀ। ਪਰ ਦੂਜੀ ਗੱਲ ਇਹ ਵੀ ਆ ਭੱਟ ਸਾਹਿਬ ਵੀ ਇਹ ਸਾਰੇ ਕੁਛ ਦੇ ਵਿੱਚ ਚੈਲੰਜ ਬੜਾ ਵੱਡਾ ਦੇ ਦਿੱਤਾ ਸੁਖਬੀਰ ਬਾਦਲ ਸਾਹਿਬ ਨੇ। ਉਹ ਕਹਿੰਦੇ ਐਵੇਂ ਗੱਲਾਂ ਕਰੀ ਜਾਂਦੇ, ਕਿਹੜੀ ਕਾਂਗਰਸ ਕਹਿੰਦੇ ਲਿਆਓ, ਕਿਹੜਾ ਮੁੱਖ ਮੰਤਰੀ ਇਹਨਾਂ ਕੋਲ ਹੈ ਕੋਈ ਮੁੱਖ ਮੰਤਰੀ? ਬਹੁਤੀ ਗੱਲ ਤੇ ਮੈਂ ਚੈਲੰਜ ਕਰਦਾ, ਲਿਆਓ ਦੱਸੋ ਨਾ। ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹਿੰਦੇ ਚੈਲੰਜ ਲਿਆਓ, ਨਾ ਦੱਸੋ ਤੁਹਾਡੇ ਕੋਲੇ ਕਿਹੜਾ ਮੁੱਖ ਮੰਤਰੀ ਦਾ ਚਿਹਰਾ, ਕਹਿੰਦੇ ਹੈ ਹੀ ਕੋਈ ਨਹੀਂ ਇਹਨਾਂ ਕੋਲੇ। ਇਸ ਕਰਕੇ ਪੰਜਾਬੀਆਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਗੱਲ ਪੰਜਾਬ ਦੀ। ਅਸਲ 'ਚ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਪਤਾ ਹੈ ਕਿ ਸਾਹਮਣੇ ਜਿਹੜੇ ਉਹ 4 ਬੰਦੇ ਇਕੱਠੇ ਹੋ ਕੇ ਬੈਠੇ। ਇੱਕ ਮੈਂ ਹੁਣ ਗੱਲ ਦੱਸ ਦਿੰਦਾ, ਇੱਕ ਵਾਰੀ ਕਿਸੇ ਦੇ ਨਾ ਬਜ਼ੁਰਗ ਦਾ ਭੋਗ ਸੀ, ਬਜ਼ੁਰਗ ਦਾ ਭੋਗ ਸੀ, ਇਹ ਸਾਡੇ ਕਿਸੇ ਮਿੱਤਰ ਨਾਲ ਹੀ ਬੀਤੀ ਹੈ। ਉਹ ਬਜ਼ੁਰਗ ਦਾ ਭੋਗ ਸੀ ਤਾਂ ਉੱਥੇ ਲੀਡਰ ਸਾਹਿਬ ਨੂੰ ਲੈ ਗਿਆ। ਆਮ ਤੌਰ 'ਤੇ ਤੁਹਾਡੇ ਲੀਡਰ ਬੰਦਿਆਂ ਨੂੰ ਪਤਾ ਨਹੀਂ ਹੁੰਦਾ ਕਿ ਜਿੱਥੇ ਚੱਲੇ ਉਹਨਾਂ ਦੇ ਕੀ ਹਾਲਾਤ ਨੇ, ਉਹਨਾਂ ਨੇ ਸਿਰਫ ਨਾਮ ਕੀ ਨਾ ਬੀਬੀ ਉਹਨਾਂ ਦਾ। ਤੇ ਉਹ ਜਦੋਂ ਕਹਿੰਦੇ ਜੀ ਲੀਡਰ ਸਾਹਿਬ ਸ਼ਰਧਾਂਜਲੀ ਦੇਣਗੇ ਤੇ ਉਸ ਬਜ਼ੁਰਗ ਦੇ 4 ਮੁੰਡੇ ਸਾਹਮਣੇ ਸਾਰੀ ਸੰਗਤ ਤੋਂ ਮੂਹਰੇ ਇਕੱਠੇ ਐਂ ਬੈਠੇ, ਇੱਕੋ ਰੰਗ ਦੀਆਂ ਦਸਤਾਰਾਂ ਸਜਾਈਆਂ ਉਹਨਾਂ ਨੇ। ਲੀਡਰ ਸਾਹਿਬ ਕਹਿੰਦੇ ਜੀ ਦੇਖੋ ਪੈਸੇ ਦੀ ਕੋਈ ਗੱਲ ਨਹੀਂ ਹੁੰਦੀ, ਸਰਦਾਰ ਸਾਹਿਬ ਦੁਨੀਆ ਤੋਂ ਚਲੇ ਗਏ ਪਰ ਉਹਨਾਂ ਦੇ ਚੰਗੇ ਕੰਮ, ਚੰਗੇ ਸੰਸਕਾਰ, ਉਹਨਾਂ ਦੁਆਰਾ ਸਮਾਜ 'ਚ ਪਾਈਆਂ ਨਵੀਆਂ ਪਿਰਤਾਂ, ਜਿੱਦਾਂ ਦਾ ਉਹਨਾਂ ਨੇ ਜੀਵਨ ਜਿਉਇਆ, ਜਿੱਦਾਂ ਦੀ ਸਿੱਖਿਆ ਆਪਣੇ ਪਰਿਵਾਰ ਨੂੰ ਦਿੱਤੀ, ਅੱਜ ਕੱਲ੍ਹ ਇਹ ਲੱਭਦੀ ਨਹੀਂ। ਮੈਂ ਬਜ਼ੁਰਗਾਂ ਨੂੰ ਸ਼ਰਧਾਂਜਲੀ ਦਿੰਦਾ ਹੋਇਆ ਇਹ ਦੱਸਣਾ ਚਾਹੁੰਦਾ ਸਾਰੀ ਸੰਗਤ ਨੂੰ ਕਿ ਆਹ ਦੇਖੋ ਬਜ਼ੁਰਗਾਂ ਦੇ 4 ਬੇਟੇ ਇਕੱਠੇ ਹੋ ਕੇ ਬੈਠੇ ਆ ਨਾ, ਇਹ ਏਕਾ ਨਹੀਂ ਲੱਭਦਾ, ਇਹ ਪਰਿਵਾਰ ਦੇ ਵਿੱਚੋਂ ਏਕਾ ਨਹੀਂ ਲੱਭਦਾ, ਏਕਾ ਨਹੀਂ ਲੱਭਦਾ। ਸਾਰੀ ਸੰਗਤ 'ਚ ਘੁਸਰ-ਮੁਸਰ ਹੋਣ ਲੱਗ ਪਈ। ਉਹ ਲੀਡਰ ਸਾਹਿਬ ਨੇ ਬਾਅਦ 'ਚ ਆ ਕੇ ਥੱਲੇ ਪੁੱਛਿਆ, ਯਾਰ ਜਦੋਂ ਮੈਂ ਉਹ ਏਕੇ ਵਾਲੀ ਗੱਲ ਕਹੀ ਸੀ ਕਿ 4 ਉਹਨਾਂ ਦੇ ਮੁੰਡੇ ਇਕੱਠੇ ਹੋ ਕੇ ਬੈਠੇ, ਉਹ ਕਹਿੰਦੇ ਜੀ ਰਾਤ ਤੱਕ ਮਨਾਉਂਦੇ ਰਹੇ, ਮਸੀਂ ਮਨਾ ਕੇ ਲਿਆਂਦੇ ਤੇ 4 ਹੀ ਨਹੀਂ ਬੋਲਦੇ ਇੱਕ ਦੂਜੇ ਨਾਲ। ਹੁਣ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਵੀ ਪਤਾ ਹੀ ਕਿ ਉਧਰਲੇ ਪਾਸਿਓਂ ਇੱਕੋ ਹੀ ਕੰਮ ਹੈ ਕਿ ਜੇ ਮੁੱਖ ਮੰਤਰੀ ਦਾ ਨਾਂ ਉਹਨਾਂ ਨੇ ਅਨਾਉਂਸ ਕਰਤਾ ਬਾਕੀ ਉੱਡ ਜਾਣੇ ਜੀ। ਹਾਂ ਨਹੀਂ ਇਹ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਪਤਾ ਕਰੋ ਵੀ ਗੱਲ ਕੀ। ਉਹਨਾਂ ਨੂੰ ਕਿਸੇ ਨੇ ਦੱਸਤਾ ਵੀ ਮਹਾਰਾਜ ਭਲਵਾਨ ਬੜੇ ਤਗੜੇ ਉਹਨਾਂ ਦੇ ਕੋਲ, ਗਿੱਟਾ ਸਾਰਿਆਂ ਦੋਸਤਾਂ ਤੁਸੀਂ ਗਿੱਟਾ ਫੜੋ, ਗਿੱਟਾ ਫੜੋ, ਗਿੱਟਾ ਫੜ ਕੇ ਖੜੇ ਹੋ ਜਾਣਾ ਬਸ। ਇੱਕ ਤਰ੍ਹਾਂ ਤੁਸੀਂ ਗਿੱਟੇ ਨੂੰ ਹੱਥ ਪਏਗਾ ਫੇਰ ਨਹੀਂ ਤੁਸੀਂ ਲਈਦੇ। ਪਰ ਮੇਰੇ ਖਿਆਲ ਨਾਲ ਇਹ ਜਿੱਥੇ ਕਿਤੇ ਜਾ ਕੇ ਇਸ ਵਕਤ ਗੇਮ ਫਸ ਗਈ ਹੈ, ਮੁੱਖ ਮੰਤਰੀ ਦਾ ਤੁਸੀਂ ਨਾਂ ਅਨਾਉਂਸ ਕਰੋ, ਮੁੱਖ ਮੰਤਰੀ ਦਾ ਨਾਂ ਅਨਾਉਂਸ ਕਰੋ। ਮੈਨੂੰ ਐਂ ਲੱਗਦਾ ਵੀ ਹੋਰ ਕੋਈ ਕਰੇ ਨਾ ਕਰੇ, ਕੱਲ੍ਹ ਨੂੰ ਬੀਜੇਪੀ ਵਾਲੇ ਨਾਲ ਕੱਢ ਮਾਰਨ ਕੋਈ ਨਾ ਕੋਈ ਹੋ ਜਾ ਬੰਦਾ, ਫਿਰ ਬਾਅਦ 'ਚ ਆ ਕੇ ਯਾਰ ਇਹ ਬੰਦਾ ਤੇ ਸਾਡੀ ਪਾਰਟੀ ਹੁੰਦਾ ਸੀ, ਉਹ ਕਿੱਦਾਂ ਲੈ ਗਿਆ ਹੈ ਨਾ। ਕਿਉਂਕਿ ਬੀਜੇਪੀ ਇਸ ਚੀਜ਼ ਲਈ ਮੰਨੀ ਆ ਵੀ ਉਹ ਜਿਹੜੀ ਵੀ ਕਿਸੇ ਸਟੇਟ ਦੇ ਵਿੱਚ ਜਾਂਦੇ ਉੱਥੇ ਉਹ ਦੱਸਦੇ ਆ ਨਹੀਂ ਜੀ, ਤਿਆਰੀ ਕਿਸੇ ਦੀ ਹੁੰਦੀ ਆ, ਸ਼ੇਰਵਾਨੀ ਕੋਈ ਸਮਾਂ ਲੈਂਦਾ ਤੇ ਅਚਾਨਕ ਤੋਂ ਕਹਿੰਦੇ ਵੀ ਖੱਟਰ ਸਾਹਿਬ ਮੁੱਖ ਮੰਤਰੀ ਹੋਣਗੇ। ਫਿਰ ਨਹੀਂ ਅਚਾਨਕ ਹੀ ਤੁਸੀਂ ਦੇਖੋ ਕਿ ਬੀਜੇਪੀ ਦੀ ਜਦੋਂ ਗੱਲ ਚੱਲੀ ਹੈ, ਲੁਧਿਆਣੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਤੇ ਉਹਦੇ ਵਿੱਚ ਪੁਸ਼ਪਿੰਦਰ ਸਿੰਘਲ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਨੇ, ਨਾਲ ਉਹਨਾਂ ਦੇ ਬੈਠੇ ਐਡਵੋਕੇਟ ਵਿਕਰਮ ਸਿੱਧੂ, ਤੇ ਉਹ ਦੋਸ਼ ਲਾਉਂਦੇ ਆ। ਉਹ ਕਹਿੰਦੇ ਜੀ ਅਸੀਂ ਈਡੀ ਕੋਲ ਟਰਾਂਸਪੋਰਟਰਾਂ ਨੂੰ ਸ਼ਿਕਾਇਤ ਕਰਨੀ ਹੈ, ਈਡੀ ਕੋਲ। ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਾਹਦੀ ਸ਼ਿਕਾਇਤ ਕਰਨੀ? ਪੱਤਰਕਾਰ ਪੁੱਛਿਆ ਜੀ ਦੱਸੋ ਅਸੀਂ ਕਾਹਦੀ? ਉਹ ਕਹਿੰਦੇ 2000 ਕਰੋੜ ਦਾ ਘਪਲਾ ਹੋਇਆ ਜੀ। ਉਹ ਕਹਿੰਦੇ ਕਿਹਨੇ ਕੀਤਾ? ਉਹ ਕਹਿੰਦੇ ਜੀ ਮੰਤਰੀ ਭਰਤ ਭੂਸ਼ਣ ਆਸ਼ੂ ਸਾਹਿਬ ਨੇ ਕੀਤਾ। ਅਸੀਂ ਨਹੀਂ ਕਹਿੰਦੇ, ਇਹ ਉਹਨਾਂ ਨੇ ਕਿਹਾ ਤੇ ਬਕਾਇਦਾ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਤੇ ਵੀਡੀਓਜ਼ ਰਿਕਾਰਡ ਨੇ ਉਸ ਚੀਜ਼ ਦੀਆਂ। ਉਹਨਾਂ ਨੂੰ ਪੁੱਛਿਆ ਜੀ ਕਿੱਦਾਂ ਘਪਲਾ? 2000 ਕਰੋੜ ਤਾਂ ਬਹੁਤ ਹੁੰਦਾ। ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ,
ਇਹਨਾਂ ਨੇ ਪਨਗਰੇਨ ਦੇ ਵਿੱਚ ਜਿਹੜੇ ਲੇਬਰ ਦੇ ਠੇਕੇ ਦਿੱਤੇ, ਜਿਹੜੀ ਢੋਆ ਢੁਆਈ ਦੇ ਲਈ ਟਰਾਂਸਪੋਰਟ ਦੀ ਵਰਤੋਂ ਕੀਤੀ, ਉਹਦੇ ਵਿੱਚ ਬਹੁਤ ਸਾਰੀਆਂ ਹੇਰਾਫੇਰੀਆਂ ਕੀਤੀਆਂ। ਤੇ ਹੇਰਾਫੇਰੀਆਂ ਵੀ ਕਹਿੰਦੇ ਇਦਾਂ ਕੀਤੀਆਂ, ਇਹਨਾਂ ਨੇ ਕਲਸਟਰ ਬਣਾਤੇ। ਉਹ ਕਹਿੰਦੇ 50,000 ਠੇਕੇਦਾਰ ਵਿਹਲਾ ਕਰਤਾ, ਵੱਡੇ ਵੱਡੇ ਕਲਸਟਰ ਬਣਾ ਕੇ ਆਪਣੇ ਨਜ਼ਦੀਕੀਆਂ ਨੂੰ ਜਿਹੜੇ ਉਹ ਸਾਰੇ ਠੇਕੇ ਦੇਤੇ, ਤੇ ਸਿੱਟਾ 2,000 ਕਰੋੜ ਦੇ ਘਪਲੇ ਦੇ ਰੂਪ 'ਚ ਨਿਕਲਿਆ। ਉਹ ਕਹਿੰਦੇ ਅਸੀਂ ਇੱਥੇ ਨਹੀਂ ਰਹਿਣਾ। ਕੁਝ ਉਹ ਠੇਕੇਦਾਰਾਂ ਨਾਲ ਲੈ ਕੇ ਗਏ ਸੀ। ਉਹ ਕਹਿੰਦੇ ਆਹ ਠੇਕੇਦਾਰ ਜਿਹੜੇ ਆ ਇਹ ਚਾਹੁੰਦੇ ਕੀ ਆ, ਦੱਸੋ ਜੀ। ਉਹ ਕਹਿੰਦੇ ਅਸੀਂ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣਾ, ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਕੇ ਦੱਸਾਂਗੇ ਕਿ ਸਾਡੇ ਨਾਲ ਕਿੱਦਾਂ ਧੱਕਾ ਹੋਇਆ ਤੇ ਕਿੱਦਾਂ ਘਪਲੇ ਹੋਏ ਨੇ। ਈਡੀ ਕੋਲ ਸ਼ਿਕਾਇਤ, ਮੈਂ ਫਿਰ ਇੱਕ ਵਾਰੀ ਦੁਬਾਰਾ ਜ਼ੋਰ ਦੇ ਕੇ ਕਹਿਣਾ ਚਾਹੁੰਦਾ, ਮੈਂ ਤਾਂ ਇਹ ਕਹਿ ਰਿਹਾ ਵੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੋਈ, ਇਹਦੀ ਵੀਡੀਓ, ਇਹਦੀਆਂ ਖਬਰਾਂ, ਇਹਦੇ ਬਿਆਨ ਜ਼ਰੂਰ ਸੰਭਾਲ ਕੇ ਰੱਖੇ ਜਾਣ, ਕਿਉਂਕਿ ਕੁਛ ਪਤਾ ਨਹੀਂ ਵੀ ਮਹੀਨੇ ਕੁ ਬਾਅਦ ਕੁਛ ਹੋਰ ਹੋ ਜੇ ਤੇ ਫਿਰ ਮੁੜ ਕੇ ਬਾਅਦ 'ਚ ਐਵੇਂ ਪੁੱਛਦੇ ਰਹਿੰਦੇ ਯਾਰ ਇੱਕ ਉਹ ਇੱਥੇ ਪ੍ਰੈਸ ਕਾਨਫਰੰਸ 'ਚ ਦੋਸ਼ ਲਾਏ ਸੀ ਯਾਰ, ਨਾਲੇ ਤੁਸੀਂ ਇਸ ਬੰਦੇ 'ਤੇ ਉਹ ਜੀ ਇੱਦਾਂ ਉੱਦਾਂ। ਫਿਰ ਉਦੋਂ ਉਹਨਾਂ ਨੇ ਬਹੁਤ ਪਹਿਲਾਂ ਸਮੇਂ ਦੀ ਮੈਂ ਗੱਲ ਕਰ ਰਿਹਾ, ਕੁਛ ਪਤਾ ਹੁੰਦਾ ਨਹੀਂ। ਤੁਹਾਡਾ ਦੇਖੋ, ਤੁਸੀਂ ਤਾਂ ਉਹ ਲੀਡਰ ਹੋ ਨਾ ਜਿਹੜੇ ਬਹੁਤ ਪਹਿਲਾਂ ਤਾਂ ਬਹੁਤ ਦੂਰਦ੍ਰਿਸ਼ਟੀ ਵਾਲੀ ਗੱਲ ਵੀ ਕਰ ਦਿੰਦੇ ਹੋ। ਉੱਥੇ ਉਹਨਾਂ ਨੇ ਮੁੱਲਾਪੁਰ ਮੰਡੀ ਦੀ ਇੱਕ ਉਦਾਹਰਨ ਦਿੱਤੀ, ਕਹਿੰਦੇ ਜੀ ਦੇਖੋ 2.25 ਕਰੋੜ ਦਾ ਠੇਕਾ ਸੀ, ਇਹਨਾਂ ਨੇ ਆਪਣੇ ਬੰਦੇ ਨੂੰ 4 ਕਰੋੜ 'ਚ ਦੇ ਦਿੱਤਾ। ਜਿਹੜੇ ਇਹ ਕਿੱਦਾਂ ਮਤਲਬ ਅੱਛਾ ਨਹੀਂ, ਇਹ 2,000 ਕਰੋੜ ਵੈਸੇ ਬੰਦਾ ਸੋਚਦਾ ਵੀ 2,000 ਕਰੋੜ ਕਿੰਨਾ ਕੁ ਹੁੰਦਾ। ਮੈਨੂੰ ਕੁਦਰਤੀ ਯਾਦ ਆ ਗਿਆ ਵੀ 1,000 ਕਰੋੜ ਰੁਪਈਆ ਕਹਿੰਦੇ ਜੇ ਹੋਵੇ ਪੰਜਾਬ ਦੇ ਖਜ਼ਾਨੇ 'ਚ, ਸਿੱਧੂ ਸਾਹਿਬ ਕਹਿੰਦੇ ਤੇ ਆ ਜਿੰਨੇ ਬੰਦੇ ਸੜਕਾਂ 'ਤੇ ਅੰਦੋਲਨ ਕਰਦੇ ਬੈਠੇ ਘਰ ਨੂੰ ਜਾ ਸਕਦੇ ਆ। ਮਤਲਬ ਇੱਥੋਂ ਆਪਾਂ ਅੰਦਾਜ਼ਾ ਲਾਈਏ ਵੀ ਕਿੰਨੇ ਬੰਦਿਆਂ ਦੀਆਂ ਮੰਗਾਂ ਜਿਹੜੀਆਂ ਨੇ ਉਹ 1,000 ਕਰੋੜ ਰੁਪਏ 'ਚ ਪੂਰੀਆਂ ਹੋ ਜਾਂਦੀਆਂ ਜੇ ਪੰਜਾਬ ਦੇ ਖਜ਼ਾਨੇ 'ਚ ਹੋਵੇ, ਤੇ ਉਹ ਤੋਂ ਡਬਲ ਦੇ ਘਪਲੇ ਦਾ ਦੋਸ਼ ਬੀਜੇਪੀ ਲਾ ਰਹੀ ਹੈ। ਅਸੀਂ ਤਾਂ ਭਾਰਤ ਭੂਸ਼ਣ ਆਸ਼ੂ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਨੇ ਫੂਡ ਸਕੈਮ ਦੀ ਵੀ ਗੱਲ ਕੀਤੀ ਹੈ, ਇਸ ਸਕੈਮ ਦੀ ਵੀ ਗੱਲ ਕੀਤੀ ਹੈ, ਲੁਧਿਆਣਾ ਸਿਟੀ ਸੈਂਟਰ ਵਾਲੇ ਮਸਲੇ ਨੂੰ ਵੀ ਉਹਨਾਂ ਨੇ ਚੁੱਕਿਆ ਕਿ ਭਾਈ ਬੰਦੇ ਐਡੇ ਵੱਡੇ ਦੋਸ਼ ਲਾ ਗਏ ਆ, ਸਾਹਮਣੇ ਆ ਕੇ ਤੁਸੀਂ ਵੀ ਉਹਨਾਂ ਨੂੰ ਕਹੋ ਕਿ ਭਾਈ ਨਹੀਂ ਤਾਂ ਮੈਂ ਮਾਣਹਾਨੀ ਦਾ ਦਾਅਵਾ ਕਰ ਦੇਣਾ ਹੀ, ਤੁਸੀਂ ਐਵੇਂ ਇੱਦਾਂ ਦੀਆਂ ਗੱਲਾਂ ਕਰਦੇ ਹੋ, ਇੱਦਾਂ ਦਾ ਕੱਖ ਨਹੀਂ ਹੈਗਾ। ਤੇ ਆਪਾਂ ਕੋਈ ਨਹੀਂ ਕਰ ਦੇਣਗੇ, ਉਹ 5 ਜਨਵਰੀ ਲੰਘ ਲੈਂਦੇ, ਕੀ ਕਰਦੇ ਯਾਰ। ਚਲੋ ਠੀਕ ਹੈ, 5 ਜਨਵਰੀ ਮੈਨੂੰ ਇਹ ਵੀ ਰੈਲੀ ਆ, ਉਹ ਰੈਲੀ ਕੋਈ ਨਹੀਂ। ਮਤਲਬ ਮੋਦੀ ਸਾਹਿਬ ਆਪ ਆ ਰਹੇ ਨੇ, ਕਹਿੰਦੇ ਵੀ ਵੱਡੇ ਐਲਾਨ ਉਹਨਾਂ ਨੇ ਕਰਨੇ ਆ। ਫਤਿਹ ਜੰਗ ਸਿੰਘ ਬਾਜਵਾ ਸਾਹਿਬ ਦਾ ਮੈਨੂੰ ਚੇਤਾ ਆ ਗਿਆ 5 ਤੋਂ। ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛ ਲਿਆ ਜੀ, ਕਹਿੰਦੇ ਜੀ ਤੁਸੀਂ ਚਲੇ ਗਏ ਉਧਰ, ਕਹਿੰਦੇ ਸਵੇਰੇ ਮਨ ਬਣਿਆ ਦੁਪਹਿਰੇ ਚਲੇ ਗਏ। ਮੈਂ ਸਿੱਧੂ ਸਾਹਿਬ ਨੂੰ ਦੱਸਿਆ, ਸਿੱਧੂ ਸਾਹਿਬ ਨੇ ਕਿਹਾ ਰਲ ਮਿਲ ਕੇ ਰਹਿੰਦੇ ਆ, ਨਾ ਜਾਓ। ਕਹਿੰਦੇ ਪਰ ਨਹੀਂ, ਅਸੀਂ ਮਨ ਬਣਾ ਲਿਆ ਸੀ। ਉਹ ਕਹਿੰਦੇ ਲਾਡੀ ਸਾਹਿਬ ਦੇ ਹਲਕੇ ਦੇ ਵਿੱਚ ਇੱਕ ਮੰਤਰੀ ਆ ਕੇ ਦਖਲਅੰਦਾਜ਼ੀ ਕਰਦਾ ਸੀ, ਮੇਰੇ ਹਲਕੇ 'ਚ ਆ ਕੇ ਭਾਜੀ ਹੁਣੀ ਦਖਲਅੰਦਾਜ਼ੀ ਕਰਦੇ ਸੀ, ਸਿਟਿੰਗ MLA ਆ, ਇੱਦਾਂ ਕਿੱਦਾਂ ਹੋ ਜੂ। ਤੇ ਉਹਨਾਂ ਨੂੰ ਪੁੱਛਿਆ ਜੀ ਹੋਰ ਵੀ ਫਿਰ ਬੰਦੇ ਆ ਗਿਆ। ਉਹ ਕਹਿੰਦੇ ਵਿਧਾਇਕ ਵੀ ਆ, ਮੰਤਰੀ ਵੀ ਆ। ਉਹਨਾਂ ਨੂੰ ਕਹਿੰਦੇ ਜੀ ਮੌਜੂਦਾ ਮੰਤਰੀ, ਕਹਿੰਦੇ ਮੰਤਰੀ ਵੈਸੇ ਮੌਜੂਦਾ ਹੀ ਹੁੰਦੇ ਆ। ਕਹਿੰਦੇ ਲੰਬੀ ਕਤਾਰ ਆ, ਕਹਿੰਦੇ ਉਹ ਨਹੀਂ ਕਹਿੰਦੇ ਕਿਸੇ ਨੂੰ ਆਉਣ ਨੂੰ। ਕਾਂਗਰਸ ਪਾਰਟੀ ਦੇ ਨੇਤਾ ਆਪ ਅਪਰੋਚ ਕਰ ਰਿਹਾ ਕਿ ਸਾਨੂੰ ਦੱਸੋ ਤੁਹਾਡੇ ਕੋਲ ਵੇਲ ਕਿੱਦਣ ਆ, ਅਸੀਂ ਉਦਣ BJP 'ਚ ਸ਼ਾਮਲ ਹੋਣਾ ਹੀ। ਹਾਂ, ਮਤਲਬ ਇਹ ਮੈਂ ਥੋੜ੍ਹੀ ਜਿਹੀ ਉਦਾਹਰਨ ਦਿਆਂ ਵੀ ਪਿੰਡਾਂ 'ਚ ਕਈਆਂ ਨੇ ਦੇਖਿਆ ਹੋਊਗਾ, ਜਦੋਂ ਕਿਤੇ ਰੌਲਾ ਜਿਹਾ ਪੈਣਾ ਵੀ ਸਿਲੰਡਰ ਮਹਿੰਗਾ ਹੋ ਜਾਣਾ ਹੀ ਜਾਂ ਗੱਡੀ ਆਉਣੀ, ਤੜਕੇ 5 ਵਜੇ ਮੂੰਹ ਹਨੇਰੇ ਹੀ ਬੰਦਾ ਉਧਰ ਧੂਣੀ 'ਤੇ ਬੈਠੇ ਹੁੰਦੇ ਆ ਤੇ ਲੈਣ ਸਿਲੰਡਰਾਂ ਦੀ ਲੱਗੀ ਹੁੰਦੀ ਹੈ। ਇੱਦਾਂ ਕਹਿੰਦੇ ਚੱਕਰ ਕੀ, ਕਹਿੰਦੇ ਸਿਲੰਡਰਾਂ ਵਾਲੀ ਗੱਡੀ ਆਉਣੀ। ਉੱਦਾਂ ਉਹ ਗੱਡੀ BJP ਵਾਲੀ ਆਉਣੀ, ਜਿਹਦੇ ਵਿੱਚ ਉਹਨੇ ਪਰਚੀਆਂ ਲਿਖੀਆਂ ਵੀ ਤੁਹਾਨੂੰ ਮੁੱਢਲੀ ਮੈਂਬਰਸ਼ਿਪ ਦਿੱਤੀ ਜਾਂਦੀ ਹੈ। ਇੱਕ ਉਹਨਾਂ ਨੇ ਗਲ ਦੇ ਵਿੱਚ ਸਰੂਪਾ ਪਾਉਣਾ ਤੇ ਨਾਲ ਹੀ ਉਹਨਾਂ ਨੇ ਮਤਲਬ ਹੱਥ ਖੜਾ ਕਰਕੇ ਤੇ ਫੋਟੋ ਖਿਚਾ ਲੈਣੀ। ਕਹਿੰਦੇ ਵੀ ਦੇਖੋ ਉਹਨਾਂ ਦਾ ਦਾਅ ਤੇ ਲੱਗ ਗਿਆ। ਹੋ ਸਕਦਾ ਆਪਸ 'ਚ ਗੱਲਾਂ ਵੀ ਕਰ ਦੇਣ, ਉਹ ਯਾਰ ਤੇਰਾ ਭਲਾ ਜੀ ਉਹਦਾ ਦਾਅ ਲੱਗ ਗਿਆ ਹੀ, ਅੱਜ ਉਹਨੂੰ ਦੇ ਦੀ ਮੈਂਬਰਸ਼ਿਪ। ਅੱਛਾ, ਜਿਸ ਢੰਗ ਦੇ ਨਾਲ ਗਰੁੱਪ ਦਾ ਗਰੁੱਪ ਜਾ ਰਿਹਾ ਨਾ ਸੰਧਾ ਵਾਲੀ ਸਾਹਿਬ, ਹੋ ਸਕਦਾ ਉਹ ਇਕੱਠੀਆਂ ਪਰਚੀਆਂ ਦੇ ਦੇਣ, ਕਹਿਣਾ ਯਾਰ ਜੇ ਅੱਗੇ ਪਿੱਛੇ ਹੋ ਗਈ ਤਾਂ ਆਪਸ 'ਚ ਬਟਾ ਲਿਓ ਮੁੜ ਕੇ, ਕਿਉਂਕਿ ਨਹੀਂ ਰਫਤਾਰ ਹੀ ਇੰਨੀ ਆ। ਕੱਲ੍ਹ ਦੀ ਨਾ ਇੱਕ ਹੋਰ ਸੀਗੀ ਮੀਮ ਜੀ ਬਣੀ, ਮੈਂ ਚਾਹੁੰਦਾ ਨਹੀਂ ਗੱਲ ਕਰਨੀ। ਮੀਮ ਕੀ ਹੁੰਦੀ ਵੈਸੇ ਸਮਝਾਇਓ। ਮੀਮ ਮਤਲਬ ਮਜ਼ਾਕ ਜਿਹਾ ਨਹੀਂ ਬਣਾ ਲੈਂਦੇ ਵੀ ਕਿਸੇ ਦੀ ਫੋਟੋ ਲਾ ਲਈ, ਕਿਸੇ ਦੀ ਵੀਡੀਓ ਲਾ ਲਈ, ਮਜ਼ਾਹੀਆ ਕਲਾਕਾਰ, ਮਜ਼ਾਹੀਆ ਕਲਾਕਾਰੀ ਟਾਈਪ। ਉਹ ਨਾ ਉਹ ਚੰਨੀ ਸਾਹਿਬ ਨੇ ਜਦੋਂ ਕਹਿੰਦਾ ਮੈਂ ਬੱਸ ਵੀ ਚਲਾ ਲੈਂਦਾ, ਉਹਦੀ ਕਿਸੇ ਨੇ ਫੋਟੋ ਲਾ ਕੇ ਚੰਨੀ ਸਾਹਿਬ ਦੀ ਡਰਾਈਵਰ ਦੀ ਫੋਟੋ ਲਾਈ। ਉਹ ਕਹਿੰਦੇ ਚੰਨੀ ਸਾਹਿਬ ਜਿਸ ਹਿਸਾਬ ਨਾਲ BJP ਵਾਲੇ ਖਿੱਚੀ ਜਾਂਦੇ, ਲੱਗਦਾ ਨਹੀਂ ਬੱਸ ਦੀਆਂ ਸਵਾਰੀਆਂ ਬਚਣੀਆਂ। ਚਲੋ ਇੱਥੇ ਸਮਰਾਲੇ ਚੱਲਦੇ ਆ। ਸੰਯੁਕਤ ਸਮਾਜ ਮੋਰਚੇ ਵਾਲੇ ਜਿਹੜੇ ਲੀਡਰ ਨੇ, 22 ਕਿਸਾਨ ਜਥੇਬੰਦੀਆਂ ਦੇ ਆਗੂ, ਉਹਨਾਂ ਦਾ ਸਨਮਾਨ ਸਮਾਰੋਹ ਸੀ। ਉਹਨਾਂ ਨੂੰ ਕਿਹਾ ਕਿ ਤੁਸੀਂ ਪੰਜਾਬ ਬਚਾਉਣ ਵਾਲਿਆਂ ਤੇ ਸ਼ਕਤੀ ਪ੍ਰਦਰਸ਼ਨ ਵਰਗਾ ਇਕੱਠ ਸੀ। ਹਰ ਇੱਕ ਧਿਰ ਕਰ ਰਹੀ ਹੈ ਕਿਸਾਨਾਂ ਨੇ। ਵੈਸੇ ਇਹ ਸੰਯੁਕਤ ਸਮਾਜ ਮੋਰਚੇ ਨੇ ਸਿਆਸੀ ਫਰੰਟ ਬਣਾਉਣ ਤੋਂ ਬਾਅਦ ਪਹਿਲਾ ਇਕੱਠ ਕੀਤਾ। ਤੇ ਜਿਹੜੇ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ ਕਿ ਸਾਡਾ ਨਹੀਂ ਕਿਸਾਨਾਂ ਨਾਲ ਸਮਝੌਤਾ ਹੋ ਰਿਹਾ, ਉੱਥੇ ਸੰਬੋਧਨ ਕਰਦਿਆਂ, ਕਿਉਂਕਿ ਜਿੰਨੇ 21 ਲੀਡਰ ਸੀ ਬਾਕੀ ਜਥੇਬੰਦੀਆਂ ਦੇ, ਉਹਨਾਂ ਨੇ ਕਿਹਾ ਕਿ ਸਾਡੇ ਰਾਜੇਵਾਲ ਸਾਹਿਬ ਲੀਡਰ ਨੇ। ਉੱਥੇ ਸੰਬੋਧਨ ਕਰਦੇ ਰਾਜੇਵਾਲ ਸਾਹਿਬ ਨੇ ਕਿਹਾ, ਕਹਿੰਦੇ ਜੀ ਦੇਖੋ ਗੱਲ ਤਾਂ ਪੰਜਾਬ ਬਚਾਉਣ ਦੀ ਹੈ, ਅਸੀਂ ਬਚੀਏ ਨਾ ਬਚੀਏ, ਅਸੀਂ ਆਪਣੇ ਕਿਰਦਾਰ ਕਾਇਮ ਰੱਖਣੇ ਆ, ਅਸੀਂ ਬਹੁਤੇ ਖਰਚ ਨਹੀਂ ਕਰਨੇ, ਪਿੰਡ ਵਾਲਿਆਂ ਨੇ ਆਪੇ ਹੀ ਸਾਂਭਣਾ, ਨਾ ਖਰਚ ਕਹਿੰਦੇ ਸਾਡੇ ਕੋਲ ਹੈਗੇ ਆ। ਦੂਸਰਾ ਉਹਨੇ ਕਹਿਤਾ, ਕਹਿੰਦੇ ਚੰਡੀਗੜ੍ਹ ਦੇ ਵਿੱਚੋਂ ਆਮ ਆਦਮੀ ਪਾਰਟੀ ਜਿੱਤੀ ਹੈ।
ਉਹ ਕਹਿੰਦੇ ਬਹੁਤ ਜ਼ਿਆਦਾ ਉੱਪਰ ਚੜ ਗਏ ਉਹ ਜਿੱਤ ਦੇ ਨਾਲ। ਕਹਿੰਦੇ ਪਰ ਆਮ ਆਦਮੀ ਪਾਰਟੀ ਇੱਕ ਗੱਲ ਚੇਤਾ ਰੱਖੇ ਕਿ ਕਿਸਾਨ ਅੰਦੋਲਨ ਦੇ ਕਰਕੇ ਲੋਕ ਰਵਾਇਤੀ ਪਾਰਟੀਆਂ ਤੋਂ ਗੁੱਸੇ ਨੇ, ਉਹਨਾਂ ਨੇ ਤਾਂ ਤੁਹਾਨੂੰ ਵੋਟਾਂ ਪਾਤੀਆਂ, ਨਹੀਂ ਤਾਂ ਚੰਡੀਗੜ੍ਹ ਤੋਂ ਇਲਾਵਾ ਬਾਕੀ ਕਿਹੜਾ ਭਾਰਤ ਦੇ ਵਿੱਚ ਕਿਤੇ ਵੋਟਾਂ ਨਹੀਂ ਪਈਆਂ, ਜਾਂ ਪੰਜਾਬ 'ਚ ਲੋਕ ਸਭਾ ਦੀਆਂ ਚੋਣਾਂ ਨਹੀਂ ਸੀ ਹੋਈਆਂ, ਜਾਂ ਹੋਰ ਵੋਟਾਂ ਨਹੀਂ ਪਈਆਂ, ਜਾਂ ਗੁਆਂਢ 'ਚ ਹਰਿਆਣੇ 'ਚ ਵੋਟਾਂ ਨਹੀਂ ਪਈਆਂ। ਵੀ ਜੇ ਸਾਰਾ ਅਸਰ ਉਹ ਦਿੱਲੀ ਦਾ ਹੀ ਚੰਡੀਗੜ੍ਹ ਦੇ ਵਿੱਚ ਹੋ ਗਿਆ, ਹਰਿਆਣੇ 'ਚ ਕਿਉਂ ਨਾ ਹੋਇਆ, ਪੰਜਾਬ 'ਚ ਕਿਉਂ ਨਾ ਹੋਇਆ, ਯੂਪੀ 'ਚ ਕਿਉਂ ਨਾ ਹੋਇਆ, ਰਾਜਸਥਾਨ 'ਚ ਕਿਉਂ ਨਾ ਹੋਇਆ। ਉਹ ਕਹਿੰਦੇ ਇਸ ਕਰਕੇ ਆਮ ਆਦਮੀ ਪਾਰਟੀ ਮਤ ਸਮਝੇ ਕਿ ਕੱਲੀਆਂ ਵੋਟਾਂ ਤੁਹਾਡੇ ਕੰਮਾਂ ਨੂੰ ਪੈ ਗਈਆਂ, ਇਹ ਤਾਂ ਕਿਸਾਨ ਅੰਦੋਲਨ ਦੇ ਕਰਕੇ ਮਨ ਬਦਲੇ ਹੋ ਆ, ਰਵਾਇਤੀ ਪਾਰਟੀਆਂ ਤੋਂ ਲੋਕ ਬਦਜ਼ਨ ਹੋਏ ਹੋ ਆ, ਤੇ ਉਹਨਾਂ ਦੇ ਕੋਲੇ ਤੁਹਾਡੇ ਤੋਂ ਬਿਨਾਂ ਆਪਸ਼ਨ ਕੋਈ ਨਹੀਂ ਸੀ, ਇਸ ਕਰਕੇ ਥੋੜ੍ਹਾ ਜਿਹਾ ਆਉਣ ਵਾਲੀ ਥਾਂ ਤੇ ਆਓ। ਇਹ ਗੱਲ ਹੈਗੀ ਹੈ ਬਿਲਕੁਲ ਕਲੀਅਰ। ਮੇਰਾ ਖਿਆਲ ਜਿੱਦਾਂ ਇਹ ਮੋਰਚਾ ਬਣਨ ਦੀ ਗੱਲ ਚੱਲਦੀ ਸੀ, ਉਹਦੇ ਨਾਲ ਆਪਾਂ ਇਸ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਵੀ ਇੱਕ ਗੱਲ ਤੇ ਚੰਗੀ ਆ ਵੀ ਕੋਈ ਕਹੇ ਵੀ ਨਹੀਂ ਆਉਣਾ ਚਾਹੀਦਾ ਸੀ, ਕੋਈ ਕਹਿੰਦੇ ਸੀ ਆਉਣਾ ਚਾਹੀਦਾ ਸੀ। ਆਪਾਂ ਇਹ ਨਹੀਂ ਕਹਿੰਦੇ ਵੀ ਉਹ ਅਗਲਿਆਂ ਦੀ ਮਰਜ਼ੀ ਆ ਬਈ, ਹੈ ਨਾ। ਪਰ ਮੈਨੂੰ ਇੱਕ ਗੱਲ ਚੰਗੀ ਲੱਗਦੀ ਸੀ ਵੀ ਯਾਰ ਜਿਹੜਾ ਮੁੱਦਾ, ਜਿਹੜਾ ਮਸਲਾ ਸਾਲ ਡੇਢ ਸਾਲ ਦਾ ਚੱਲਦਾ ਸੀ ਜੀ, ਉਹ ਅਚਾਨਕ ਜਦੋਂ ਬੰਦੇ ਘਰੋਂ ਘਰੀ ਚਲੇ ਜਾਣਗੇ ਤੇ ਉਹ ਚੁੱਪ ਕਰ ਜਾਣਾ ਸਾਰਾ ਕੁਝ, ਉਸ ਮਸਲੇ ਦੀ ਕਿਸੇ ਨੇ ਗੱਲ ਨਹੀਂ ਕਰਨੀ। ਘੱਟੋ ਘੱਟ ਇੱਦਾਂ ਹੀ ਸਹੀ ਵੀ ਇੱਕ ਦੂਸਰੇ ਦੇ ਵਿੱਚ ਵੱਜਦੇ ਫਿਰਨਗੇ ਬੰਦੇ, ਉਹਨਾਂ ਦੇ ਖੜੇ ਹੋਣਗੇ, ਕੋਈ ਨਾ ਕੋਈ ਹਰੀ ਝੰਡੀ ਵਾਲਾ, ਕੋਈ ਹਰੀ ਪੱਗ ਵਾਲਾ ਦੁਬਾਰਾ ਦਿਸੂਗਾ ਤੇ ਲੋਕਾਂ ਨੂੰ ਚੇਤਾ ਆਊ, ਲੀਡਰਾਂ ਨੂੰ ਚੇਤਾ ਆਊ ਵੀ ਯਾਰ ਇਹਨਾਂ ਦਾ ਕੁਝ ਕਰਨਾ ਹੀ ਜੀ। ਹੁਣ ਇਹੋ ਗੱਲ ਰਾਜੇਵਾਲ ਸਾਹਿਬ ਨੇ ਕਹੀ ਵੀ ਆਹ ਕੋਈ ਮੇਰੀ ਉਮਰ ਹੈ ਯਾਰ ਵੋਟਾਂ 'ਚ ਖਲੋਣ ਦੀ, ਵੀ ਮੇਰੀ ਤਾਂ ਉਮਰ ਹੈ ਆਰਾਮ ਕਰਨ ਦੀ, ਮੈਂ ਤਾਂ ਚਾਹੁੰਦਾ ਨਹੀਂ ਵੀ ਮੈਂ ਇਸ ਕੰਮ 'ਚ ਪਾਵਾਂ, ਮੈਨੂੰ ਤਾਂ ਦਬਾ ਕੇ ਪ੍ਰੈਸ਼ਰ ਨਾਲ ਲੋਕ ਕਹਿੰਦੇ ਆ ਵੀ ਯਾਰ ਇਹ ਵਿਆਹ ਜੇ ਤੁਸੀਂ ਅੱਗੇ ਨਾ ਲੱਗੇ ਤੇ ਸਾਡਾ ਕਿਸੇ ਨੇ ਫਿਰ ਨਹੀਂ ਚੇਤਾ ਕਰਨਾ, ਅਸੀਂ ਤਾਂ ਕਰ ਰਹੇ ਹਾਂ। ਸੋ ਮੈਨੂੰ ਲੱਗਦਾ ਵੀ ਜੇ ਉਹ ਮੁੱਦਾ ਬਣਾ ਕੇ ਰੱਖਣ ਦੀ ਗੱਲ ਆ ਵੀ ਸਾਡਾ ਮਸਲਾ ਸਾਹਮਣੇ ਆਵੇ, ਲੋਕਾਂ ਦੇ ਸਨਮੁਖ ਉਹ ਚੀਜ਼ ਰਹੇ, ਕੱਲ੍ਹ ਨੂੰ ਲੋਕਾਂ ਨੇ ਆਪੋ ਆਪਣੀਆਂ ਜਾਂ ਪੋਲੀਟੀਕਲ ਪਾਰਟੀਆਂ ਨੇ ਆਪੋ ਆਪਣੇ ਉਹ ਚੋਣ ਮੈਨੀਫੈਸਟੋ ਜਾਰੀ ਕਰਨੇ, ਉਹਨਾਂ 'ਚ ਸਾਡਾ ਨਾਂ ਆਵੇ ਵੀ ਸਾਨੂੰ ਕੀ ਦਿੰਦੇ ਹੋ ਜੀ, ਘੱਟੋ ਘੱਟ ਪ੍ਰੈਸ਼ਰ ਤੇ ਰਹੂਗਾ ਹੀ। ਸੰਧਾਲੀਆ ਸਾਹਿਬ ਉੱਥੇ ਕਈ ਕਿਸਾਨ ਲੀਡਰਾਂ ਨੇ ਸੰਬੋਧਨ ਕਰਦੇ ਆਖਿਆ, ਉਹ ਕਹਿੰਦੇ ਜੀ ਕਈ ਸਾਡੇ ਭਰਾ ਗੁੱਸੇ ਨੇ ਸਾਡੇ ਨਾਲ, ਉਹ ਕਹਿੰਦੇ ਅਸੀਂ ਚੋਣ ਨਹੀਂ ਲੜਨੀ। ਕਈ ਸਾਨੂੰ ਕਹਿੰਦੇ, ਉਹ ਕਿਰਤੀ ਕਿਸਾਨ ਯੂਨੀਅਨ ਵਾਲੇ ਨੇ ਵੀ ਕਿਹਾ ਕਿ ਅਸੀਂ ਬੇਨਤੀ ਕਰਦੇ ਹਾਂ ਕਿ ਕਿਸਾਨ ਚੋਣਾਂ ਨਾ ਲੜੋ, ਵਾਪਸ ਆ ਜਾਓ, ਆਪਾਂ ਇਕੱਠੇ ਰਹੀਏ। ਉਹ ਕਹਿੰਦੇ ਸਾਡੇ ਤੇ ਬਹੁਤ ਪ੍ਰੈਸ਼ਰ ਹੈ। ਉਹਨਾਂ ਇਹ ਵੀ ਕਿਹਾ ਕਿ ਡੇਢ ਸਾਲ ਹੋ ਗਿਆ ਅਸੀਂ ਘਰੇ ਨਹੀਂ ਜਾ ਕੇ ਸੌਂ ਕੇ ਦੇਖਿਆ ਨਿਆਣਿਆਂ 'ਚ, ਸਾਡਾ ਵੀ ਜੀ ਕਰਦਾ ਉੱਥੇ ਰਹੀਏ। ਉਹ ਕਹਿੰਦੇ ਜੀ ਲੋਕ ਸਾਨੂੰ ਅੱਜ ਕਹਿ ਦੇਣ ਅਸੀਂ ਅੱਜ ਛੱਡ ਦਿੰਦੇ ਹਾਂ, ਅਸੀਂ ਨਹੀਂ ਲੜਦੇ, ਪਰ ਜੇ ਲੋਕ ਕਹਿੰਦੇ ਆ ਕਿ ਭਾਈ ਤੁਹਾਨੂੰ ਅੱਗੇ ਆਉਣਾ ਚਾਹੀਦਾ, ਸਾਨੂੰ ਇਕੱਲੇ ਨਾ ਛੱਡੋ, ਤੇ ਮਜਬੂਰੀ ਹੈ, ਅਸੀਂ ਲੋਕਾਂ ਨੂੰ ਅੱਧ ਵਿਚਾਲੇ ਨਹੀਂ ਛੱਡ ਸਕਦੇ। ਤੇ ਉਹਨਾਂ ਇੱਕ ਇਹ ਵੀ ਕਹਿਤਾ, ਉਹ ਕਹਿੰਦੇ ਚੋਣਾਂ ਹਰੀਏ ਚੋਣਾਂ ਜਿੱਤੀਏ। ਇੱਕ ਗੱਲ ਦਾ ਵਾਅਦਾ ਪੰਜਾਬ ਦੇ ਲੋਕਾਂ ਨਾਲ ਕਰ ਜਾਂਦੇ ਆ ਕਿ ਤੁਹਾਨੂੰ ਸਾਰੀ ਉਮਰ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਇਹਨਾਂ ਨੇ ਪਰਦੇ ਦੇ ਪਿੱਛੇ ਰੁਪਈਆ ਟਕਾ ਕੋਈ ਸਾਡੇ ਤੋਂ ਲਿਆ, ਕੋਈ ਇਹ ਨਹੀਂ ਕਹਿ ਸਕਦਾ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਖੜੇ ਹੋਏ ਤੇ ਇਹਨਾਂ ਨੇ ਇੱਕ ਘੁੱਟ ਵੀ ਸ਼ਰਾਬ ਦਾ ਵਰਤਾਇਆ, ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਪੰਜਾਬ ਦੀਆਂ ਚੋਣਾਂ ਦੇ ਵਿੱਚ ਖੜੇ ਹੋਏ ਆ, ਇਹਨਾਂ ਨੇ ਧਰਮ ਦੇ ਆਧਾਰ ਤੇ, ਜਾਤੀ ਦੇ ਆਧਾਰ ਦੇ ਉੱਤੇ ਕਿਸੇ ਨੂੰ ਪਾੜ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ। ਉਹਨਾਂ ਇਹ ਵੀ ਕਿਹਾ, ਉਹ ਕਹਿੰਦੇ ਭਲਕ ਨੂੰ ਅਸੀਂ ਇੱਕ ਗੱਲ ਦਾ ਵਾਅਦਾ ਕਰਦੇ ਹਾਂ, ਹਰੀਏ ਜਿੱਤੀਏ ਜ਼ਮਾਨਤਾਂ ਚਾਹੇ ਜ਼ਬਤ ਹੋ ਜਾਣ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਇਹਨਾਂ ਨੇ ਚੋਣਾਂ ਜਿੱਤਣ ਦੇ ਲਈ ਕੋਈ ਵੀ ਉਹ ਢੰਗ ਤਰੀਕਾ ਅਪਣਾਇਆ ਜਿਹਦੇ ਨਾਲ ਪੰਜਾਬ ਨੂੰ ਢਾਹ ਲੱਗਦੀ ਹੋਵੇ। ਉਹ ਕਹਿੰਦੇ ਮੁੱਦੇ ਚੁੱਕਣੇ ਆ, ਜੇ ਮੁੱਦੇ ਪੰਜਾਬ ਦੀ ਵਿਧਾਨ ਸਭਾ ਚੋਣ 'ਚ ਹਾਵੀ ਹੋ ਗਿਆ ਤਾਂ ਅਸੀਂ ਆਪਣੀ ਜਿੱਤ ਸਮਝਾਂਗੇ। ਨਹੀਂ, ਇਹ ਗੱਲ ਹੈਗੀ ਆ, ਇਹ ਕਿਤੇ ਜ਼ਰੂਰ ਜ਼ਿਕਰ ਕਰੀਏ, ਉਹਨਾਂ ਦੇ ਪਲੇਟਫਾਰਮ ਤੋਂ ਵੀ ਕਈ ਵਾਰ ਇਸ ਚੀਜ਼ ਦਾ ਜ਼ਿਕਰ ਹੁੰਦਾ ਵੀ ਜਦੋਂ ਆਪਾਂ ਲੋਕ ਵੀ ਮੰਨਦੇ ਇਸ ਗੱਲ ਨੂੰ। ਇਹਦੋਂ ਪਹਿਲਾਂ ਆਪਾਂ ਅੰਦੋਲਨ ਤੇ ਇਦਾਂ ਦਾ ਨਹੀਂ ਸੀ ਵੇਖਿਆ ਨਾ, ਅੰਦੋਲਨ ਵੰਨ ਸੁਵੰਨੇ ਹੁੰਦੇ ਸੀ, ਕਿਤੇ ਜੀ ਅਸੀਂ ਪੁਤਲਾ ਫੂਕਣਾ ਹੈ, ਕਿਤੇ ਅਸੀਂ ਰਾਹ ਰੋਕਣਾ ਹੈ, ਉਸ ਤੋਂ ਬਾਅਦ ਰੌਲਾ ਰੱਪਾ ਪਾਉਣਾ ਹੈ, ਫਿਰ ਘਰੋਂ ਘਰੀ ਚਲੇ ਜਾਣਾ। ਪਰ ਇੱਕ ਵੱਖਰੀ ਤਰ੍ਹਾਂ ਦਾ ਅੰਦੋਲਨ ਨਜ਼ਰ ਆਇਆ ਲੋਕਾਂ ਨੂੰ, ਜਿਹੜਾ ਜਿਉਂ ਦਿਨਾਂ ਤੋਂ ਸ਼ੁਰੂ ਹੋਇਆ, ਮਹੀਨਿਆਂ ਤੇ ਫਿਰ ਸਾਲਾਂ ਤੱਕ ਚਲੇ ਗਿਆ, ਅੱਪੜ ਗਿਆ ਵੀ ਅਸੀਂ ਡਟੇ ਹਾਂ ਜੀ, ਅਸੀਂ ਬੈਠੇ ਹਾਂ। ਫਿਰ ਉਹ ਜਿਹੜਾ ਅੰਦੋਲਨ ਕਰਨ ਦਾ ਇੱਕ ਵੱਖਰਾ ਢੰਗ ਤਰੀਕਾ, ਉਹ ਇੱਕ ਉਦਾਹਰਨ ਹੀ ਸੈੱਟ ਹੋਈ ਨਾ, ਜਿਹੜੀ ਅੱਜ ਤੱਕ ਕਹਿੰਦੇ ਵੀ ਦੁਨੀਆ 'ਚ ਕਦੀ ਹੋਈ ਨਹੀਂ ਜੀ। ਤੇ ਫਿਰ ਜਦੋਂ ਆਪਾਂ ਰਾਜਨੀਤਿਕ ਤੰਤਰ ਦੀ ਗੱਲ ਕਰਦੇ ਹਾਂ ਜਾਂ ਚੋਣਾਂ ਲੜਨ ਵਾਲੇ ਪ੍ਰੋਸੈਸ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਵੀ ਇੱਕ ਉਦਾਹਰਨ ਸੈੱਟ ਹੋ ਜਾਊਗੀ ਵੀ ਯਾਰ ਸਾਦੇ ਬੰਦੇ, ਨਾ ਕਿਸੇ ਨੂੰ ਕੋਈ ਵੱਡੀ ਰੈਲੀ, ਨਾ ਆਪਾਂ ਕਿਸੇ ਨੂੰ ਸ਼ਰਾਬ ਪਿਆਉਣੀ, ਨਾ ਕਿਸੇ ਨੂੰ ਲਾਲਚ ਦੇਣਾ, ਨਾ ਕਿਸੇ ਨੂੰ ਧਰਮ ਦੇ ਨਾਂ 'ਤੇ, ਨਾ ਜਾਤ ਦੇ ਨਾਂ 'ਤੇ ਲੜਾਉਣਾ, ਸਿਰਫ ਗੱਲ ਕਰਨੀ ਵੀ ਆਹ ਮੁੱਦੇ ਨੇ, ਆਹ ਮਸਲੇ ਨੇ ਵੀਰ ਮੇਰਾ, ਵੀ ਹੱਡ ਮਾਸ ਦਾ ਤੂੰ ਬਣਿਆ, ਹੱਡ ਮਾਸ ਦਾ ਮੈਂ ਬਣਿਆ, ਜਿਹੜੀ ਸੜਕ ਤੇ ਤੂੰ ਜਾਣਾ ਉੱਤੇ ਮੈਂ ਜਾਣਾ, ਜੇ ਟਰੱਕ ਤੇਰੇ 'ਚ ਵੱਜਦਾ ਤੇ ਮਰਨਾ ਮੈਂ ਵੀ ਹਾਂ ਤੇ ਤੂੰ ਵੀ ਹਾਂ, ਤੇ ਇੱਕੋ ਜਿਹੇ ਬੰਦੇ ਆਪਾਂ। ਸੋ ਆਪਾਂ ਉਹਨਾਂ ਮਸਲਿਆਂ ਤੇ ਉਹਨਾਂ ਵਿਸ਼ਿਆਂ ਦੇ ਉੱਪਰ ਚਰਚਾ ਕਰੀਏ, ਜਿਹੜੇ ਵਿਸ਼ੇ, ਜਿਹੜੇ ਮਸਲੇ ਸਾਡੇ ਲਈ ਜ਼ਰੂਰੀ ਆ। ਆਪਾਂ ਕੀ ਲੈਣਾ ਦੇਣਾ ਲੀਡਰਾਂ ਦੀ ਲੜਾਈ 'ਚੋਂ? ਮੇਰੇ ਖਿਆਲ ਨਾਲ ਜੇ ਇੱਕ ਉਦਾਹਰਨ ਸੈੱਟ ਕਰ ਦਿੰਦੇ ਵਧੀਆ। ਸੰਧਾਲੀਆ ਸਾਹਿਬ, ਗੱਲ ਆਪਾਂ ਇੱਥੋਂ ਹੀ ਸਟਾਰਟ ਕੀਤੀ ਸੀ ਪਹਿਲੇ 18 ਮਿੰਟ ਪ੍ਰੋਗਰਾਮ ਦੇ, ਇਸੇ ਗੱਲ ਦੇ ਉੱਤੇ ਲੱਗੇ ਸੀ ਕਿ ਪੰਜਾਬ ਇਲੈਕਸ਼ਨ ਦੇ ਬੇਲੋੜੇ ਹਿਡਨ ਖਰਚਿਆਂ ਦਾ ਭਾਰ ਝੱਲਣ ਜੋਗਾ ਨਹੀਂ, ਕਿਉਂਕਿ ਜਿਹੜੇ ਖਰਚੇ ਕਰਨਗੇ ਉਹ ਤੁਹਾਡੇ ਤੋਂ ਵਸੂਲਣਗੇ। ਕਿਸਾਨਾਂ ਨੇ ਜੇ ਚੋਣਾਂ ਲੜਨ ਦਾ ਫੈਸਲਾ ਕਰ ਲਿਆ, ਜੇ ਉਹ ਇਹੀ ਉਦਾਹਰਨ ਸੈੱਟ ਕਰ ਦੇਣ ਕਿ ਭਾਈ ਅਸੀਂ ਸਾਦੀ ਚੋਣ ਲੜਨੀ ਆ, ਅਸੀਂ 5-10 ਜਣਿਆਂ ਨਹੀਂ ਵੋਟਾਂ ਮੰਗਣ ਆਉਣਾ, ਸਾਡੇ ਕੋਲ ਬਹੁਤੀਆਂ ਰੈਲੀਆਂ ਨਹੀਂ ਕਰ ਹੁੰਦੀਆਂ, ਘੱਟੋ ਘੱਟ ਬਾਕੀ ਪਾਰਟੀਆਂ ਦੇ ਉੱਤੇ ਪ੍ਰੈਸ਼ਰ ਹੋਊਗਾ ਕਿ ਅਸੀਂ ਐਡਾ ਐਡਾ ਲੰਮਾ ਲਾਮ ਲਸ਼ਕਰ ਲਈ ਫਿਰਦੇ ਹਾਂ, ਤੇਲ ਬਲਦਾ,
ਖਰਚੇ ਹੁੰਦੇ ਐ। ਮੰਨ ਲਓ ਕਿ ਇੱਕ ਰੈਲੀ ਕੀਤੀ ਹੈ, ਸਥਾਨਕ ਲੀਡਰ ਨੂੰ ਕਹਤਾ ਤੂੰ ਰੈਲੀ ਕਰਨੀ ਆ, 15 ਲੱਖ ਰੁਪਈਆ ਲੱਗ ਗਿਆ, ਆਮ ਹੀ ਲੱਗ ਜਾਂਦਾ, ਕੋਈ ਮੰਨੇ ਨਾ ਮੰਨੇ। ਉਹਨੇ 15 ਲੱਖ ਰੁਪਈਆ ਕਿਤੇ ਫੈਕਟਰੀ ਦੇ ਵਿੱਚ ਮਜ਼ਦੂਰੀ ਕਰਕੇ ਇਕੱਠਾ ਕਰਨਾ ਹੀ, ਉਹਨੇ ਹੱਡਾਂ 'ਚੋਂ ਕੱਢਣਾ ਹੀ, ਤੇ ਉਹ ਹੱਡ ਕਿਹਦੇ ਹੋਣੇ ਆ? ਉਹ ਸਾਡੇ ਤੁਹਾਡੇ ਹੋਣੇ ਆ। ਇਸ ਕਰਕੇ ਕਿਸਾਨਾਂ ਦੇ ਮੋਰਚੇ ਦਾ ਹੀ ਹੋਰ ਕੋਈ ਪ੍ਰਾਪਤੀ ਹੋਵੇ ਨਾ ਹੋਵੇ, ਪੰਜਾਬ ਦੀਆਂ ਚੋਣਾਂ ਸਸਤੀਆਂ ਹੋ ਜਾਣ, ਇਹ ਪ੍ਰਾਪਤੀ ਹੋਊ। ਜੇ ਲੀਡਰ ਸਾਰੀਆਂ ਪਾਰਟੀਆਂ ਦੇ ਸਸਤੀ ਚੋਣ ਲੜਨਗੇ ਤਾਂ 5 ਸਾਲ ਨੂੰ ਤਾਂ ਦਿਮਾਗ ਇਸ ਪਾਸੇ ਨਹੀਂ ਘੁੰਮੂਗਾ ਕਿ ਆਪਣੇ ਪੈਸੇ ਪੂਰੇ ਕਰਕੇ ਅਗਲੀ ਚੋਣ ਦੇ ਇਕੱਠੇ ਕਿੱਥੋਂ ਕਰਨੇ ਆ। ਹੋ ਸਕਦਾ ਫਿਰ ਉਹਦਾ ਦਿਮਾਗ ਇੱਧਰਲੇ ਪਾਸੇ ਜਾਵੇ, ਯਾਰ ਪੰਜਾਬ ਨੂੰ ਵੀ ਕਰਜ਼ੇ ਦੇ ਵਿੱਚੋਂ ਕੱਢਣਾ ਹੈ, ਥੋੜ੍ਹਾ ਜਿਹਾ ਜ਼ਰੂਰੀ ਹੈ। ਮਿਡ ਡੇ ਮੀਲ ਵਰਕਰ ਉਹਨਾਂ ਨੂੰ 3000 ਰੁਪਈਆ ਕਰ ਦਿੱਤਾ ਜੀ 2200 ਤੋਂ, ਚੰਨੀ ਸਾਹਿਬ ਨੇ ਮੈਨੂੰ ਸੀ ਜੇ ਸਰਕਾਰ ਨੇ ਕੋਈ ਐਲਾਨ ਕੀਤਾ ਤਾਂ ਦੱਸ ਦਈਏ, ਤੇ 2500 ਰੁਪਈਆ ਆਸ਼ਾ ਵਰਕਰਾਂ ਨੂੰ ਭੱਤਾ ਦੇਣਾ ਹੈ। ਤੇ ਚੰਨੀ ਸਾਹਿਬ ਪਤਾ ਕਹਿੰਦੇ ਸਾਡੇ ਘਰ ਦੇ ਵਿੱਚ ਮੇਰੀ ਜਿਹੜੀ ਪਤਨੀ ਹੈ ਡਾਕਟਰ ਹੈ, ਉਹ ਔਰਤਾਂ ਦੀ ਏਜੰਟ ਹੈ। ਮੈਂ ਜਦੋਂ ਕਿਤੇ ਰੋਟੀ ਖਾਣ ਬਹਿਨਾ, ਕੋਈ ਗੱਲ ਕਰਦਾ ਘਰੇ, ਤਾਂ ਉਸੇ ਵੇਲੇ ਮੇਰੀ ਧਰਮ ਪਤਨੀ ਕਹਿੰਦੀ ਹੈ ਕਿ ਤੁਸੀਂ ਔਰਤਾਂ ਦੇ ਲਈ ਆਹ ਵੀ ਕਰੋ, ਆਹ ਕਰਮਚਾਰੀ ਔਖੇ ਨੇ, ਉਹ ਵੀ ਔਖੇ ਨੇ। ਸਟੇਜ ਤੇ ਖੜੇ ਸੀ ਨਾਲ। ਹਾਂ ਨਹੀਂ ਇੱਦਾਂ ਹੀ ਆ, ਫਿਰ ਹੁਣ ਹੌਲੀ ਹੌਲੀ ਹਰੇਕ ਚੀਜ਼ ਦਾ ਅਸਰ ਤੇ ਪੈਂਦਾ ਹੀ ਆ। ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਵੀ ਖੁਸ਼ੀ ਹੁੰਦੀ ਹੈ ਜਦੋਂ ਭੈਣਾਂ ਘਰ ਆਉਂਦੀਆਂ ਨੇ ਜੀ ਰੱਖੜੀ ਤੇ ਅੱਜ ਉਨੀ ਜ਼ਿਆਦਾ ਮੈਨੂੰ ਖੁਸ਼ੀ ਹੈ ਵੀ ਚਮਕੌਰ ਸਾਹਿਬ ਦੀ ਧਰਤੀ ਤੇ ਤੁਸੀਂ ਆਈਆਂ ਹੋ। ਤੇ ਉਦੋਂ ਉਹਨਾਂ ਨੇ ਐਲਾਨ ਕੀਤਾ, ਦੇਖੋ ਕਨੈਕਸ਼ਨ ਜੋੜਨਾ ਇਹਨਾਂ ਨੂੰ ਆਉਂਦਾ ਕਿ ਕਿੱਥੇ ਕਿਹੜੀ ਗੱਲ ਕਿੱਦਾਂ ਜੇ ਕਰਨੀ, ਇਸੇ ਕਰਕੇ ਲੀਡਰ ਨੇ। ਪਰ ਮੈਨੂੰ ਇਹ ਆ ਵੀ ਠੀਕ ਹੈ, ਲੀਡਰ ਹੀ ਹਰੇਕ ਬੰਦੇ ਨੂੰ ਕਰਨ ਦਾ ਹੱਕ ਹੈ, ਵੋਟਾਂ ਮੰਗਣ ਦਾ ਹਰੇਕ ਨੂੰ ਹੱਕ ਹੈ। ਫਰਕ ਸਿਰਫ ਇੰਨਾ ਵੀ ਵੋਟਾਂ ਆਪਾਂ ਥੋੜ੍ਹੀਆਂ ਜਿਹੀਆਂ ਸਸਤੀਆਂ ਕਰ ਲਈਏ ਤੇ ਜਿਹੜਾ ਪੈਸਾ ਬਚੇ ਉਹ ਪੈਸਾ ਆਪਾਂ ਉਸ ਪੰਜਾਬ ਦੇ ਖਜ਼ਾਨੇ 'ਚ ਪਾ ਲਈਏ ਜਿਹਦੇ ਬਾਰੇ ਕਲੀਅਰ ਕੱਟ ਨਜ਼ਰ ਆਉਂਦਾ ਹੈ ਵੀ ਜੂਨ 2022 ਤੋਂ ਬਾਅਦ ਉਹ ਖਜ਼ਾਨੇ ਵਾਲਾ ਪੀਪਾ ਵੀ ਨਹੀਂ ਰਹਿਣਾ ਸ਼ਾਇਦ ਕੋਲ। ਨਹੀਂ, ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ, ਜੇ ਇੱਦਾਂ ਹੋ ਜਾਵੇ ਤਾਂ ਬਹੁਤ ਚੰਗਾ। ਪਰ ਅਸੀਂ ਲੋਕਾਂ ਨੂੰ ਹਮੇਸ਼ਾ ਦੀ ਤਰ੍ਹਾਂ ਇੱਕ ਵਾਰੀ ਫਿਰ ਬੇਨਤੀ ਕਰ ਦਿੰਦੇ ਹਾਂ ਕਿ ਤੁਹਾਡੇ ਮੁੱਦੇ 4 5 6 ਹੀ ਨੇ। ਤੁਹਾਡਾ ਸਕੂਲ, ਤੁਹਾਡਾ ਹਸਪਤਾਲ, ਤੁਹਾਡਾ ਰੁਜ਼ਗਾਰ, ਤੁਹਾਡਾ ਪਾਣੀ, ਤੁਹਾਡੀ ਹਵਾ ਤੇ ਰਿਸ਼ਵਤਖੋਰੀ ਤੋਂ ਬਿਨਾਂ ਚੱਲਦੇ ਸਰਕਾਰੀ ਦਫ਼ਤਰ। ਜੇ ਤੁਸੀਂ ਇਹਨਾਂ ਦੇ ਨਾਲ ਚਿਪਕ ਕੇ ਰਹੋਗੇ, ਜਿੱਦਾਂ ਚਿਪਕੋ ਅੰਦੋਲਨ ਚੱਲਿਆ ਸੀ ਕਿਸੇ ਵੇਲੇ, ਜੇ ਇੱਦਾਂ ਹੀ ਇੱਥੇ ਚਿਪਕੋ ਅੰਦੋਲਨ ਚਲਾ ਲਿਓ ਕਿ ਅਸੀਂ ਇਹਨਾਂ ਮੁੱਦਿਆਂ ਨਾਲ ਚਿਪਕਣਾ ਹੈ, ਫਿਰ ਤੁਹਾਡੀ ਜਿੱਤ ਹੈ, ਨਹੀਂ ਤਾਂ ਹਾਰ ਤਾਂ ਆਪਾਂ ਜਾਣਾ ਹੀ ਆ। ਹਾਂ, ਹਵਾ ਤੇ ਪਾਣੀ ਦੋ ਤਰ੍ਹਾਂ ਦੇ ਹੁੰਦੇ, ਇੱਕ ਹਵਾ 'ਚ ਆਉਣਾ ਨਹੀਂ ਤੇ ਇੱਕ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਵੀ ਪਾਣੀ ਪਾਣੀ ਨਾ ਹੋਈਏ। ਹਾਂ, ਰੰਗਦਾਰ ਪਾਣੀ ਨੂੰ ਬਿਲਕੁਲ ਨਹੀਂ ਜਾਣਾ ਕਿ ਵੋਟਾਂ ਪਾਉਣ ਲਈ। ਚਲਿਏ, ਬਹੁਤ ਸ਼ੁਕਰੀਆ ਜੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਫੀਡਬੈਕ ਦਿੰਦੇ ਹੋ, ਤੁਸੀਂ ਪਸੰਦ ਕਰਦੇ ਹੋ, ਸ਼ੇਅਰ ਕਰਦੇ ਹੋ, ਲਾਈਕ ਕਰਦੇ ਹੋ, ਤੁਸੀਂ ਬੜੇ ਧੰਨਵਾਦੀ ਹਾਂ। ਅਸੀਂ ਤੁਹਾਡੇ ਕੱਲ੍ਹ ਦੁਬਾਰਾ ਮਿਲਾਂਗੇ। ਸੁਣਦੇ ਰਹਿਣਾ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।